ਭਾਗ 3 ਫੇਡ ਇਨ। ਅੰਗ 1। ਉਸ ਸ਼ਾਮ ਪ੍ਰਿਥਵੀ ਥੀਏਟਰ ਵਿੱਚ ਨਸੀਰੂਦੀਨ ਸ਼ਾਹ ਦੇ ਥੀਏਟਰ ਗਰੁੱਪ ਏਕਜੁੱਟ ਵੱਲੋਂ ਨਾਟਕ ਖੇਡਿਆ ਜਾਣਾ ਸੀ। ਉਹ ਫਿਲਮਾਂ ਵਿੱਚ ਸਥਾਪਿਤ ਹੋਣ ਪਿੱਛੋਂ ਵੀ ਥੀਏਟਰ ਨਾਲ ਜੁੜਿਆ ਹੋਇਆ ਸੀ। ਨਸੀਰੂਦੀਨ ਸ਼ਾਹ ਦੀ ਇਸ ਪਹੁੰਚ ਨੇ ਉਹਦੇ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕੀਤੀ ਹੋਈ ਸੀ। ਜਿਹੜੀ ਥਾਂ ਫਿਲਮੀ ਹਸਤੀਆਂ ਦੇ ਪਹੁੰਚਣ ਦੀ ਸੰਭਾਵਨਾ ਹੋਵੇ, ਉੱਥੇ ਮੁੰਬਈ ਦੇ ਸਟਰਗਲਰ ਉਚੇਚਾ ਪਹੁੰਚਦੇ ਸਨ। ਉਹਨਾਂ ਨੂੰ ਕਿਸੇ ਨਿਰਮਾਤਾ ਨਿਰਦੇਸ਼ਕ ਦੀ ਨਜ਼ਰ ਵਿੱਚ ਆਉਣ ਦੀ ਆਸ ਹੁੰਦੀ ਸੀ। ਅਮਰਪਾਲ ਸ਼ੇਰਗਿੱਲ ਤੇ ਸੁਹੇਲ ਦੇ ਪ੍ਰਿਥਵੀ ਥੀਏਟਰ ਪਹੁੰਚਣ ਦਾ ਵੀ ਇਹੋ ਕਾਰਨ ਸੀ। ਪਰ ਸੁਸ਼ਾਂਤ ਬਾਸੂ ਸਿਰਫ ਨਸੀਰੂਦੀਨ ਸ਼ਾਹ ਦਾ ਨਾਟਕ ਵੇਖਣ ਖਾਤਰ ਹੀ ਉੱਥੇ ਗਿਆ ਸੀ। ਨਾਟਕ ਸ਼ੁਰੂ ਹੋਣ 'ਚ ਹਾਲੇ ਬਹੁਤ ਵਕਤ ਬਾਕੀ ਸੀ। ਉਹ ਪ੍ਰਿਥਵੀ ਥੀਏਟਰ ਦੀ ਕੈਂਟੀਨ 'ਚ ਜਾ ਕੇ ਬੈਠ ਗਏ। ਕੈਂਟੀਨ 'ਚ ਭੀੜ ਸੀ। ਚਾਹ ਦੀਆਂ ਚੁਸਕੀਆਂ ਭਰਦਿਆਂ ਉਹਨਾਂ ਨਾਮਵਰ ਚਿਹਰਿਆਂ ਨੂੰ ਭਾਲਣ ਦੀ ਕੋਸ਼ਿਸ਼ ਕੀਤੀ। ਮੇਜ਼ਾਂ ਦੁਆਲੇ ਜੁੜੇ ਲੋਕਾਂ 'ਚ ਕੁਝ ਕੁ ਨਾਟਕ ਵੇਖਣ ਆਏ ਦਰਸ਼ਕ ਪ੍ਰਤੀਤ ਹੁੰਦੇ ਸਨ, ਪਰ ਬਹੁਤੀ ਗਿਣਤੀ ਉਹਨਾਂ ਦੀ ਸੀ ਜਿਹੜੇ ਫਿਲਮਾਂ ਵਿੱਚ ਆਪਣਾ ਭਵਿੱਖ ਢੂੰਡ ਰਹੇ ਸਨ। ਉਹਨਾਂ ਨੂੰ ਨਿਰਾਸ਼ਤਾ ਹੋਈ ਕਿ ਫਿਲਮਾਂ ਨਾਲ ਜੁੜਿਆ ਕੋਈ ਵੀ ਚਿਹਰਾ ਉਹਨਾਂ ਨੂੰ ਵਿਖਾਈ ਨਹੀਂ ਸੀ ਦਿੱਤਾ। ਵਾਪਸ ਚੱਲੀਏ ਫਿਰ? ਅਮਰਪਾਲ ਸ਼ੇਰਗਿੱਲ ਨੇ ਸੁਝਾਅ ਦੇਣ ਵਾਂਗ ਪੁੱਛਿਆ। ਆਪਾਂ ਕਿਹੜਾ ਕਿਸੇ ਜ਼ਰੂਰੀ ਮੀਟਿੰਗ ਉੱਤੇ ਪਹੁੰਚਣਾ? ਸੁਹੇਲ ਹੱਸਿਆ। ਕਮਰੇ 'ਚ ਪਹੁੰਚ ਕੇ ਵੀ ਤਾਂ ਮੱਖੀਆਂ ਹੀ ਮਾਰਨੀਆਂ ਨੇ, ਇੱਥੇ ਸਗੋਂ ਮੱਖੀਆਂ ਬਹੁਤੀਆਂ ਨੇ। ਅਚਾਨਕ ਇੱਕ ਉੱਡਦੀ ਹੋਈ ਮੱਖੀ ਆ ਕੇ ਅਮਰਪਾਲ ਸ਼ੇਰਗਿੱਲ ਦੇ ਪਿਆਲੇ 'ਚ ਡਿੱਗ ਪਈ। ਉਹਨੇ ਚਾਹ ਦਾ ਪਿਆਲਾ ਚੁੱਕ ਕੇ ਮੇਜ਼ ਦੇ ਹੇਠਾਂ ਰੱਖ ਦਿੱਤਾ। ਸੁਹੇਲ ਤੇ ਸੁਸ਼ਾਂਤ ਬਾਸੂ ਹੱਸਣ ਲੱਗ ਪਏ। ਅਮਰਪਾਲ ਸ਼ੇਰਗਿੱਲ ਦਾ ਰੌਂ ਵਿਗੜ ਗਿਆ। ਵਿਗੜੇ ਹੋਏ ਰੌਂ ਵਾਲਾ ਉਹ ਚਿਹਰਾ ਨੁੱਕਰ ਵਾਲੀ ਮੇਜ਼ ਦੁਆਲੇ ਬੈਠੇ ਵਿਅਕਤੀਆਂ ਵਿੱਚੋਂ ਇੱਕ ਜਣੇ ਦੀ ਤਲਾਸ਼ ਦਾ ਚਿਹਰਾ ਸੀ। ਉਹਨੇ ਕੁਝ ਅੱਗੇ ਵੱਲ ਝੁੱਕ ਕੇ ਆਪਣੇ ਸਾਥੀ ਨਾਲ ਗੱਲ ਕੀਤੀ। ਸਾਥੀ ਨੇ ਧੌਣ ਮੋੜ ਕੇ ਵੇਖਿਆ ਤੇ ਫਿਰ ਉੱਠ ਕੇ ਉਹਨਾਂ ਵੱਲ ਆ ਗਿਆ। ਉਹ ਅਮਰਪਾਲ ਸ਼ੇਰਗਿੱਲ ਨੂੰ ਮੁਖਾਤਿਬ ਹੋਇਆ। ਦੱਤਾ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਨੇ। ਦੱਤਾ ਸਾਹਿਬ? ਕੌਣ ਦੱਤਾ ਸਾਹਿਬ? ਅਮਰਪਾਲ ਸ਼ੇਰਗਿੱਲ ਦਾ ਮੂਡ ਹਾਲੇ ਵੀ ਖਰਾਬ ਸੀ। ਪਲੀਜ਼ ਤੁਸੀਂ 1 ਮਿੰਟ ਉਹਨਾਂ ਦੀ ਗੱਲ ਤਾਂ ਸੁਣ ਲਓ, ਉਸ ਮੁੜ ਆਖਿਆ। ਅਮਰਪਾਲ ਸ਼ੇਰਗਿੱਲ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਹਦੇ ਲਈ ਸ਼ਾਇਦ ਕੋਈ ਬੂਹਾ ਖੁੱਲਿਆ ਸੀ। ਫਿਲਮ ਨਗਰੀ 'ਚ ਕਿਸਮਤ ਦੇ ਬੂਹੇ ਕੁਝ ਇਸੇ ਤਰ੍ਹਾਂ ਹੀ ਖੁੱਲ੍ਹਦੇ ਸਨ ਤੇ ਉਹ ਉਸ ਬੂਹੇ ਰਾਹ ਆਉਣ ਵਾਲੀ ਠੰਡੀ ਮਿੱਠੀ ਪਾਉਣ ਦੇ ਬੁੱਲੇ ਤੋਂ ਕਤਰਾ ਰਿਹਾ ਸੀ। ਉਹ ਕਾਹਲੀ ਨਾਲ ਉੱਠਿਆ ਤੇ ਅਜਨਬੀ ਦਾ ਹੱਥ ਫੜ ਲਿਆ। ਪਲੀਜ਼ ਤੁਸੀਂ ਮਾਈਂਡ ਨਾ ਕਰਿਓ, ਮੈਂ ਆਪਣੇ ਬੇਲੀਆਂ ਉੱਤੇ ਖਿਜਿਆ ਹੋਇਆ ਸਾਂ। ਚਲੋ, ਕਿੱਥੇ ਨੇ ਦੱਤਾ ਸਾਹਿਬ? ਉਹ ਅਜਨਬੀ ਦੇ ਨਾਲ ਤੁਰ ਪਿਆ। ਨਿਰਮਾਤਾ ਨਿਰਦੇਸ਼ਕ ਗੁਲਸ਼ਨ ਕੁਮਾਰ ਦੱਤਾ ਉਹਨੂੰ ਤੁਰੇ ਆਉਂਦੇ ਨੂੰ ਲਗਾਤਾਰ ਘੂਰਦਾ ਰਿਹਾ। ਧੁਆਂਖੇ ਹੋਏ ਤਾਂਬੇ ਵਰਗਾ ਰੰਗ, ਫਿੱਡਾ ਨੱਕ ਤੇ ਚਿਹਰੇ ਉੱਤੇ ਮਾਤਾ ਦੇ ਦਾਗ, ਇਹੀ ਉਹਦੀ ਬਣਨ ਵਾਲੀ ਫਿਲਮ ਗੁਫਾ ਦੇ ਆਦਿਵਾਸੀ ਪਾਤਰ ਦਾ ਚਿਹਰਾ ਸੀ। ਬਿਨਾਂ ਕੋਈ ਭੂਮਿਕਾ ਬੰਨਿਆਂ ਗੁਲਸ਼ਨ ਕੁਮਾਰ ਦੱਤਾ ਨੇ ਪੁੱਛਿਆ, ਕੀ ਤੂੰ ਮੇਰੀ ਫਿਲਮ 'ਚ ਕੰਮ ਕਰੇਂਗਾ? ਅਮਰਪਾਲ ਸ਼ੇਰਗਿੱਲ ਨੂੰ ਆਪਣੇ ਕੰਨਾਂ ਤੇ ਯਕੀਨ ਹੀ ਨਾ ਆਇਆ। ਉਹਨੇ ਭਮੱਤਰਿਆਂ ਵਾਂਗ ਅੱਖਾਂ ਝਮਕੀਆਂ, ਉਹਦੀ ਜ਼ਬਾਨ ਥਥਲਾਈ। ਜੀ ਸਰ, ਥੈਂਕ ਯੂ ਸਰ। ਗੁਲਸ਼ਨ ਕੁਮਾਰ ਦੱਤਾ ਨੇ ਜੇਬ 'ਚੋਂ ਆਪਣਾ ਵਿਜ਼ਿਟਿੰਗ ਕਾਰਡ ਕੱਢਿਆ ਤੇ ਉਹਦੇ ਵੱਲ ਕਰ ਦਿੱਤਾ। ਤੂੰ ਭਲਕੇ ਮੈਨੂੰ ਆਫਿਸ 'ਚ ਮਿਲੀ। ਅੰਗ 2। 5ਵੀਂ ਮੰਜ਼ਿਲ ਦੇ ਉਸ ਫਲੈਟ ਦੀ ਖਿੜਕੀ ਦੇ ਬਾਹਰ ਖੁੱਲ੍ਹਾ ਅਸਮਾਨ ਸੀ ਤੇ ਜਾਂ ਫਿਰ ਸਮੁੰਦਰ। ਉਹਨੇ ਖਿੜਕੀ 'ਚ ਖਲੋ ਕੇ ਬਾਹਾਂ ਫੈਲਾ ਦਿੱਤੀਆਂ, ਜਿਵੇਂ ਸਮੁੰਦਰ ਤੇ ਅਸਮਾਨ ਦੋਵਾਂ ਨੂੰ ਹੀ ਬਾਹਾਂ 'ਚ ਸਮੇਟ ਲੈਣਾ ਹੋਵੇ। ਜਦੋਂ ਨਿਰਮਾਤਾ ਨਿਰਦੇਸ਼ਕ ਗੁਲਸ਼ਨ ਕੁਮਾਰ ਦੱਤਾ ਨੇ ਉਹਨੂੰ ਗੁਫਾ ਫਿਲਮ ਲਈ ਸਾਈਨ ਕੀਤਾ ਸੀ ਤਾਂ ਉਦੋਂ ਉਹ ਤਾਬੜਤੋੜ ਫਿਲਮਾਂ ਵਾਲਿਆਂ ਦੇ ਇੱਕ ਮੰਨੇ ਪ੍ਰਮੰਨੇ ਜੋਤਸ਼ੀ ਨੂੰ ਮਿਲਣ ਗਿਆ ਸੀ। ਉਹ ਜੋਤਸ਼ੀ ਫਿਲਮਾਂ ਵਾਲਿਆਂ ਲਈ ਵਹਿਮ ਭਰਮ ਸਿਰਜਦਾ ਸੀ ਤੇ ਇਵਜ਼ ਵਿੱਚ ਆਪਣੀ ਐਸ਼ੋ ਆਰਾਮ ਲਈ ਵੱਡੀਆਂ ਰਕਮਾਂ ਵਸੂਲ ਕਰਦਾ ਸੀ। ਉਹ ਜੋਤਸ਼ੀ ਬਹੁਤ ਦੇਰ ਤੱਕ ਅਮਰਪਾਲ ਸ਼ੇਰਗਿੱਲ ਦੇ ਹੱਥਾਂ ਦੀਆਂ ਲਕੀਰਾਂ ਨਾਲ ਉਲਝਿਆ ਰਿਹਾ ਸੀ। ਫਿਰ ਉਹਦੇ ਮੱਥੇ ਦੀਆਂ ਲਕੀਰਾਂ ਵੇਖ ਕੇ ਮੂੰਹ 'ਚ ਕੁਝ ਬੁੜਬੁੜਾਇਆ ਸੀ। ਉਹਨੇ ਆਪਣੇ ਆਸਣ ਹੇਠੋਂ ਇੱਕ ਕਾਗਜ਼ ਕੱਢਿਆ ਤੇ ਅਮਰਪਾਲ ਸ਼ੇਰਗਿੱਲ ਵੱਲ ਕਰ ਦਿੱਤਾ। ਇਹਨਾਂ ਖਾਨਿਆਂ 'ਚ ਅੱਖਰ ਅੱਖਰ ਕਰਕੇ ਤੂੰ ਆਪਣਾ ਨਾਂ ਲਿਖ। ਕਾਗਜ਼ ਉੱਤੇ ਬਣੇ ਖਾਨਿਆਂ ਦੀ ਗਿਣਤੀ ਬਹੁਤੀ ਨਹੀਂ ਸੀ। ਜੋਤਸ਼ੀ ਦੀ ਹਦਾਇਤ ਅਨੁਸਾਰ ਨਾਂ ਲਿਖਦਿਆਂ ਦੇ ਅੱਖਰ ਖਾਨੇ ਤੋਂ ਬਾਹਰ ਰਹਿ ਗਏ ਤੇ ਖਾਨੇ ਮੁੱਕ ਗਏ। ਜੋਤਸ਼ੀ ਚਿੰਤਾਤੁਰ ਹੋ ਗਿਆ। ਹੁਣ ਮੈਨੂੰ ਪਤਾ ਲੱਗ ਗਿਆ ਕਿ ਤੇਰੇ ਕੈਰੀਅਰ ਦੇ ਰਾਹ 'ਚ ਰੁਕਾਵਟ ਕਿੱਥੇ ਹੈ। ਉਹਨੇ ਕੁਝ ਚਿਰ ਮੰਤਰ ਜਾਪ ਕੀਤਾ। ਪਾਣੀ ਦੇ ਕੁਝ ਛਿੱਟੇ ਉਹਨੇ ਅਮਰਪਾਲ ਸ਼ੇਰਗਿੱਲ ਦੇ ਨਾਂ ਵਾਲੇ ਕਾਗਜ਼ ਤੇ ਸੁੱਟੇ ਤੇ ਕੁਝ ਛਿੱਟੇ ਉਹਦੇ ਮੂੰਹ ਤੇ ਮਾਰੇ। ਫਿਰ ਉਹੀ ਕਾਗਜ਼ ਵੱਲ ਇਸ਼ਾਰਾ ਕਰਦਿਆਂ ਬੋਲਿਆ, ਵੇਖ, ਇਹੀ ਸਨ ਉਹ ਅੱਖਰ ਜਿਹੜੇ ਤੇਰੇ ਰਾਹ ਦਾ ਰੋੜਾ ਸਨ। ਕਾਗਜ਼ ਉੱਤੇ ਪਏ ਛਿੱਟਿਆਂ ਵਿੱਚੋਂ ਇੱਕ ਛਿੱਟਾ ਨਾਂ ਦੇ ਪੱਪਾ ਤੇ ਲੱਲਾ ਅੱਖਰਾਂ ਉੱਤੇ ਡਿੱਗਿਆ ਹੋਇਆ ਸੀ। ਇਹਨਾਂ ਅੱਖਰਾਂ ਦੀ ਨੀਲੀ ਸਿਆਹੀ ਪਾਣੀ ਨਾਲ ਫੈਲ ਗਈ ਸੀ।
ਜੋਤਸ਼ੀ ਨੇ ਛਿਣ ਭਰ ਲਈ, ਚੁੱਪ ਵੱਟ ਲਈ ਤੇ ਅੱਖਾਂ ਮੀਟ ਲਈਆਂ। ਮੁੜ ਅੱਖਾਂ ਖੋਲ੍ਹ ਕੇ ਅਮਰਪਾਲ ਸ਼ੇਰਗਿੱਲ ਨੂੰ ਮੁਖਾਤਿਬ ਹੋਇਆ। ਇਹ ਦੋਵੇਂ ਅੱਖਰ ਖੜੋਤ ਦਾ ਚਿੰਨ੍ਹ ਹਨ। ਇਹ ਅੱਖਰ ਨਾਂ ਵਿੱਚੋਂ ਇਸੇ ਪਲ ਮਨਫੀ ਹੋ ਜਾਣੇ ਚਾਹੀਦੇ ਹਨ। ਉਸ ਦਿਨ ਉਹ ਅਮਰਪਾਲ ਤੋਂ ਐਮਰੀ ਹੋ ਗਿਆ ਸੀ, ਯਾਨੀ ਐਮਰੀ ਸ਼ੇਰਗਿੱਲ। ਉਹਦਾ ਨਵਾਂ ਨਾਂ ਫਿਲਮਾਂ ਵਾਲਿਆਂ ਦੇ ਨਾਵਾਂ ਵਰਗਾ ਹੀ ਸੀ, ਇਸ ਲਈ ਉਹਨੂੰ ਪਸੰਦ ਸੀ। ਫਿਲਮ ਗੁਫਾ ਵਿੱਚ ਐਮਰੀ ਸ਼ੇਰਗਿੱਲ ਦੇ ਕੰਮ ਨੂੰ ਮਾਨਤਾ ਮਿਲੀ ਸੀ। ਨਿਰਮਾਤਾ ਨਿਰਦੇਸ਼ਕ ਗੁਲਸ਼ਨ ਕੁਮਾਰ ਦੱਤਾ ਨੇ ਉਹਨੂੰ ਅਗਲੀ ਫਿਲਮ ਵਿੱਚ ਵੀ ਕੰਮ ਦੇਣ ਦਾ ਵਾਅਦਾ ਕੀਤਾ ਸੀ। ਹੁਣ ਮੁੰਬਈ 'ਚ ਉਹਦੀਆਂ ਜੜ੍ਹਾਂ ਲੱਗਣ ਲੱਗੀਆਂ ਸਨ, ਪਰ ਜੜ੍ਹਾਂ ਦੇ ਪੁੰਗਾਰੇ ਨੇ ਹਾਲੇ ਫੈਲਣਾ ਸੀ ਤੇ ਰੁੱਖ ਬਣਨਾ ਸੀ। ਉਹਨੂੰ ਰੁੱਖ ਬਣਨ ਦੀ ਉਡੀਕ ਸੀ। ਉਸ ਵੇਲੇ ਪੰਛੀ ਅਸਮਾਨ ਉੱਤੇ ਨਹੀਂ, ਸਮੁੰਦਰ ਉੱਤੇ ਮੰਡਰਾ ਰਹੇ ਸਨ। ਖਿੜਕੀ ਦੀ ਚੌਗਾਠ ਉੱਤੇ ਹੱਥ ਧਰ ਕੇ ਉਹ ਕੁਝ ਅੱਗੇ ਵੱਲ ਝੁਕ ਗਿਆ ਤੇ ਉਹਨਾਂ ਪੰਛੀਆਂ ਨੂੰ ਵੇਖਣ ਲੱਗ ਪਿਆ। ਉਹ ਪੰਛੀ ਉੱਡਦੇ ਉੱਡਦੇ ਲਹਿਰ ਦੀ ਕੰਧ ਉੱਤੇ ਬੈਠ ਜਾਂਦੇ ਸਨ ਤੇ ਫਿਰ ਲਹਿਰ ਉੱਤੇ ਤੈਰਨ ਲੱਗ ਪੈਂਦੇ ਸਨ। ਇਸ ਤਰ੍ਹਾਂ ਉਹ ਭੋਜਨ ਲਈ ਬੌਂਦਲੀਆਂ ਹੋਈਆਂ ਮੱਛੀਆਂ ਚੁਗ ਲੈਂਦੇ ਸਨ ਤੇ ਮੁੜ ਉਡਾਰੀ ਭਰ ਲੈਂਦੇ ਸਨ। ਐਮਰੀ ਸ਼ੇਰਗਿੱਲ ਚਾਹੁੰਦਾ ਸੀ ਇਹੋ ਜਿਹਾ ਕੁਝ ਕਰੇ ਕਿ ਉਹਨਾਂ ਸਮੁੰਦਰੀ ਪੰਛੀਆਂ ਵਾਂਗੂ ਹੀ ਲਹਿਰਾਂ ਨਾਲ ਖੇਡੇ, ਖੁੱਲ੍ਹੀਆਂ ਉਡਾਰੀਆਂ ਭਰੇ ਤੇ ਇਹੋ ਜਿਹੀਆਂ ਖੇਡਾਂ ਖੇਡਦਿਆਂ ਹੀ ਚੋਗਾ ਚੁਗਦਾ ਰਹੇ। ਐਮਰੀ ਸ਼ੇਰਗਿੱਲ ਦੀ ਚੋਗੇ ਦੀ ਭੁੱਖ ਬਹੁਤ ਵੱਡੀ ਸੀ। ਉਸ ਭੁੱਖ ਜਿੱਡਾ ਵੱਡਾ ਹੀ ਉਹਨੂੰ ਆਪਣਾ ਨਾਂ ਚਾਹੀਦਾ ਸੀ। ਜੂਹੂ ਦੇ ਇਲਾਕੇ 'ਚ ਆਪਣਾ ਫਲੈਟ ਹੋਣਾ ਕੋਈ ਨਿੱਕੀ ਗੱਲ ਨਹੀਂ ਸੀ। ਸ਼ਾਇਦ ਇਹ ਹਾਸਲ ਵੀ ਉਹਦਾ ਸਕੂਨ ਹੋ ਜਾਂਦਾ, ਪਰ ਜੋਤਸ਼ੀ ਨੂੰ ਮਿਲਣ ਤੇ ਨਾਂ ਬਦਲਣ ਪਿੱਛੋਂ ਉਹਨੂੰ ਯਕੀਨ ਹੋ ਗਿਆ ਸੀ ਕਿ ਉਹਦੀ ਉਡਾਰੀ ਲਈ ਹਾਲੇ ਹੋਰ ਵੀ ਬੜੇ ਅੰਬਰ ਹਨ। ਉਹ ਅੰਬਰ ਐਮਰੀ ਸ਼ੇਰਗਿੱਲ ਦੀ ਨਜ਼ਰ 'ਚ ਸਨ। ਖਿੜਕੀ ਵੱਲੋਂ ਮੁੜ ਕੇ ਉਹ ਸ਼ੀਸ਼ੇ ਸਾਹਮਣੇ ਖਲੋ ਗਿਆ। ਉਹਨੇ ਵਾਲਾਂ 'ਚ ਬੁਰਸ਼ ਫੇਰਿਆ ਤੇ ਹੱਥ ਨਾਲ ਅਗਲੇ ਪਾਸਿਓਂ ਵਾਲ ਖਿਲਾਰ ਕੇ ਮੱਥੇ ਵੱਲ ਡੇਗ ਦਿੱਤੇ। ਫੈਸ਼ਨ ਕੁਝ ਇਸੇ ਤਰ੍ਹਾਂ ਦਾ ਹੀ ਸੀ। ਸਟੂਡੀਓ ਦੀਆਂ ਤੇਜ਼ ਰੌਸ਼ਨੀਆਂ ਤੇ ਗਲੈਸਰੀਨ ਦੀ ਵਰਤੋਂ ਨੇ ਉਹਦੀਆਂ ਅੱਖਾਂ ਦੀ ਚਮਕ ਨੂੰ ਕੁਝ ਘਸਮੈਲਾ ਕਰ ਦਿੱਤਾ ਸੀ। ਸ਼ੂਟਿੰਗ ਲਈ ਕੀਤੇ ਜਾਣ ਵਾਲੇ ਨਿੱਤ ਦੇ ਮੇਕਅਪ ਨਾਲ ਉਹਦੇ ਚਿਹਰੇ ਦੀ ਚਮੜੀ ਦਾ ਮਾਸ ਵੀ ਕੁਝ ਖੁਰਦਰਾ ਹੋ ਗਿਆ ਸੀ। ਚਿਹਰੇ ਦੀ ਚਮੜੀ 'ਚ ਨਰੋਈ ਚਮਕ ਨਹੀਂ ਸੀ, ਪਰ ਮਾਤਾ ਦੇ ਦਾਗ ਪਹਿਲਾਂ ਨਾਲੋਂ ਵੱਧ ਗੂੜ੍ਹੇ ਦਿਸਣ ਲੱਗ ਪਏ ਸਨ। ਫਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਉਹਨੂੰ ਆਪਣਾ ਚਿਹਰਾ ਉਦਾਸ ਕਰਦਾ ਸੀ। ਉਹਨੂੰ ਆਪਣੀ ਬਦਸੂਰਤੀ ਉੱਤੇ ਖਿਝ ਆਉਂਦੀ ਸੀ, ਪਰ ਉਸ ਪਲ ਸ਼ੀਸ਼ਾ ਵੇਖਦਿਆਂ ਉਹਨੂੰ ਆਪਣੇ ਚਿਹਰੇ ਉੱਤੇ ਪਿਆਰ ਆਇਆ ਸੀ। ਸਫਲਤਾ ਦਾ ਮੁਕਾਮ ਉਹਨੂੰ ਆਪਣੇ ਚਿਹਰੇ ਕਰਕੇ ਮਿਲਿਆ ਸੀ। ਉਹਨੇ ਟਿਊਬ 'ਚੋਂ ਕਰੀਮ ਕੱਢੀ ਤੇ ਆਪਣੀਆਂ ਅੱਖਾਂ ਦੁਆਲੇ ਬਣੇ ਕਾਲੇ ਘੇਰਿਆਂ 'ਤੇ ਮਲੀ। ਉਸ ਸ਼ੀਸ਼ੇ ਨੂੰ ਪੁੱਛਿਆ, ਦੱਸ, ਮੇਰੇ ਨਾਲੋਂ ਵੱਧ ਹੋਰ ਕੌਣ ਸੋਹਣਾ? ਇਸ ਤੋਂ ਪਹਿਲਾਂ ਕਿ ਸ਼ੀਸ਼ਾ ਜਵਾਬ ਦਿੰਦਾ, ਕੋਈ ਨਹੀਂ, ਕੋਈ ਨਹੀਂ। ਕਾਲ ਬੈਲ ਨੇ ਡਿੰਗ ਡਿੰਗ ਕੀਤੀ। ਬੰਦ ਬੂਹੇ ਦੇ ਸ਼ੀਸ਼ੇ ਦੀ ਅੱਖ ਵਿੱਚੋਂ ਉਸ ਬਾਹਰ ਵੇਖਿਆ। ਉਹਨੂੰ ਆਪਣੀਆਂ ਨਜ਼ਰਾਂ ਉੱਤੇ ਯਕੀਨ ਹੀ ਨਾ ਆਇਆ। ਉਹਨੇ ਕਾਹਲੀ ਨਾਲ ਬੂਹਾ ਖੋਲ੍ਹਿਆ। ਖੁੱਲ੍ਹੇ ਬੂਹੇ 'ਚ ਖਲੋਤੀ ਕੁੜੀ ਦੀ ਮੁਸਕਰਾਹਟ ਕੰਨਾਂ ਤੱਕ ਫੈਲ ਗਈ। ਅੰਗ 3। ਮੁੰਬਈ ਦੇ ਸੰਘਰਸ਼ ਦੇ ਦਿਨਾਂ ਉੱਤੇ ਐਮਰੀ ਸ਼ੇਰਗਿੱਲ ਨੇ ਆਪਣੇ ਵੱਲੋਂ ਪੋਚਾ ਫੇਰ ਦਿੱਤਾ ਸੀ। ਉਹ ਸਿਰਫ ਅੱਜ ਤੇ ਭਲਕ 'ਚ ਜਿਉਣਾ ਚਾਹੁੰਦਾ ਸੀ। ਇਸ ਤਰ੍ਹਾਂ ਦਾ ਜਿਉਣਾ ਉਹਦੇ ਕੈਰੀਅਰ ਲਈ ਚੰਗਾ ਸੀ। ਬੀਤੇ ਹੋਏ ਕੱਲ੍ਹ ਨੂੰ ਜਦੋਂ ਉਹਨੇ ਸਾਹਮਣੇ ਖਲੋਤੇ ਹੋਏ ਵੇਖਿਆ ਤਾਂ ਵਰਤਮਾਨ ਵਾਂਗ ਹੀ ਜੀ ਆਇਆਂ ਕਹਿ ਕੇ ਅੰਦਰ ਲੈ ਆਇਆ। ਰੀਵਾ ਨੂੰ ਸੋਫੇ ਉੱਤੇ ਬਿਠਾ ਕੇ ਉਹ ਆਪ ਵੀ ਉਹਦੇ ਕੋਲ ਹੀ ਬੈਠ ਗਿਆ। ਰੀਵਾ ਦਾ ਹੱਥ ਆਪਣੇ ਦੋਵੇਂ ਹੱਥਾਂ 'ਚ ਫੜ ਕੇ ਉਸ ਪੋਲਾ ਜਿਹਾ ਘੁੱਟਿਆ। ਅੱਜ ਤਾਂ ਤੂੰ ਬਹੁਤ ਹੀ ਪਿਆਰਾ ਸਰਪ੍ਰਾਈਜ਼ ਦਿੱਤਾ ਹੈ। ਮੈਂ ਤਾਂ ਮਿਲਣ ਆ ਗਈ, ਪਰ ਤੂੰ ਤਾਂ ਨਹੀਂ ਆਇਆ ਨਾ। ਹੁਣ ਵੱਡਾ ਜੂ ਹੋ ਗਿਆ ਏ, ਰੀਵਾ ਨੇ ਨਹੋਰੇ ਨਾਲ ਆਖਿਆ। ਤੇਰੇ ਲਈ ਤਾਂ ਮੈਂ ਉਹੀ ਹਾਂ ਯਾਰ, ਐਮਰੀ ਸ਼ੇਰਗਿੱਲ ਨੇ ਉਹਦੇ ਉੱਤੋਂ ਦੀ ਬਾਂਹ ਹਿਲਾ ਕੇ ਮੂੰਹ ਨਾਲ ਘੁੱਟਿਆ। ਸੱਚ ਮੰਨੀ ਰੀਵਾ, ਮੈਂ ਹਰ ਰੋਜ਼ ਇਹੀ ਸੋਚਦਾ ਵਾਂ ਕਿ ਤੈਨੂੰ ਕਦੀ ਤਾਂ ਮਿਲ ਕੇ ਆਵਾਂ, ਪਰ ਨਿੱਤ ਦੀ ਸ਼ੂਟਿੰਗ, ਕਦੀ ਕੁੱਲੂ ਮਨਾਲੀ, ਕਦੀ ਮਾਊਂਟ ਆਬੂ, ਕਦੀ ਸ੍ਰੀਨਗਰ। ਹਾਂ, ਹੁਣ ਤੂੰ ਬਹੁਤ ਬਿਜ਼ੀ ਹੋ ਗਿਆ ਹੈ। ਜਦੋਂ ਦਾ ਬਾਂਦਰਾ ਤੋਂ ਆਇਆ ਤੈਨੂੰ ਇੱਕ ਵਾਰ ਵੀ ਮੌਕਾ ਨਹੀਂ ਮਿਲਿਆ ਕਿ ਆ ਕੇ ਮਿਲ ਜਾਏ। ਮੈਂ ਹੀ ਬੇਸ਼ਰਮ ਹਾਂ ਜੋ ਤੇਰੇ ਬਾਰੇ। ਐਮਰੀ ਸ਼ੇਰਗਿੱਲ ਨੇ ਟੋਕ ਦਿੱਤਾ। ਛੱਡ ਯਾਰ, ਹੁਣ ਲੜਦੀ ਰਹੇਂਗੀ? ਪਹਿਲਾਂ ਦੱਸ ਬਾਊ ਜੀ ਦਾ ਕੀ ਹਾਲ ਹੈ? ਉਹ ਠੀਕ ਨੇ, ਸੁਸ਼ਾਂਤ ਵਾਲੇ ਫਿਲਮ ਕਾਂਡ ਵਿੱਚੋਂ ਮਸਾਂ ਉੱਭਰੇ ਨੇ। ਉਸ ਐਪੀਸੋਡ ਨੂੰ ਤਾਂ ਭੁੱਲ ਜਾਣਾ ਹੀ ਚੰਗਾ ਹੈ। ਤੇ ਆਂਟੀ ਦੀ ਸਿਹਤ ਠੀਕ ਹੈ? ਉਹਨਾਂ ਦੇ ਗੋਡਿਆਂ ਦਾ ਦਰਦ ਵਧਿਆ ਹੋਇਆ। ਸਟਰਗਲਜ਼ ਦੀ ਸਟਰਗਲ ਚੱਲ ਰਹੀ ਹੈ। ਹਾਂ, ਪਹਿਲਾਂ ਵਾਂਗ ਹੀ। ਰੀਵਾ ਗੱਲ ਕਰਦੀ ਕਰਦੀ ਉੱਠ ਕੇ ਖਲੋ ਗਈ। ਤੇਰਾ ਫਲੈਟ ਤਾਂ ਸੋਹਣਾ ਲੱਗਦਾ ਹੈ। ਇਸ ਫਲੈਟ ਵਿੱਚ ਆਏ ਨੂੰ ਹਾਲੇ ਕੁਝ ਦਿਨ ਹੀ ਹੋਏ ਨੇ, ਪੂਰਾ ਸੈਟਲ ਵੀ ਨਹੀਂ ਹੋਇਆ। ਤੈਨੂੰ ਇਸ ਘਰ ਦਾ ਸਿਰਨਾਵਾਂ ਕਿੱਥੋਂ ਲੱਭ ਪਿਆ? ਉਹ ਵੀ ਉੱਠ ਕੇ ਖਲੋ ਗਿਆ। ਫਿਲਮ ਲੋਕ 'ਚ ਚੋਰੀ ਇੰਟਰਵਿਊ ਛਪੀ ਸੀ ਨਾ, ਉਹਦੇ 'ਚ ਤੇਰਾ ਸਿਰਨਾਵਾਂ ਵੀ ਛਪਿਆ ਸੀ। ਰੀਵਾ ਨੇ ਉਹਦਾ ਹੱਥ ਫੜ ਕੇ ਅੰਦਰ ਵੱਲ ਤੋਰ ਲਿਆ। ਫਲੈਟ ਨਹੀਂ ਵਿਖਾਵੇਂਗਾ? ਉਹ ਬੈਡਰੂਮ 'ਚ ਆ ਗਏ। ਰੀਵਾ ਨੇ ਬਿਸਤਰੇ ਉੱਤੇ ਬੈਠ ਕੇ ਗੱਦਿਆਂ ਦੀ ਨਰਮਾਈ ਪਰਖੀ ਤੇ ਫਿਰ ਚੌਂਕੜੀ ਮਾਰ ਕੇ ਬੈਠ ਗਈ।
ਬਾਹਰ ਦੀ ਚਿਟਕਣੀ ਲਾ ਦਿੱਤੀ ਹੈ ਨਾ। ਹਾਂ, ਉਹ ਹੱਸਿਆ। ਚਿਰ ਪਿੱਛੋਂ ਮਿਲਿਆ, ਲੈਟਸ ਸੈਲੀਬ੍ਰੇਟ। ਐਮਰੀ ਸ਼ੇਰਗਿੱਲ ਜਾ ਕੇ ਫਰਿੱਜ ਵਿੱਚੋਂ ਬੀਅਰ ਕੱਢ ਲਿਆ ਤੇ 2 ਮੱਗਾਂ 'ਚ ਪਾ ਦਿੱਤੀ। ਇਹ ਤਾਂ ਸ਼ਰਾਬ ਹੈ, ਰੀਵਾ ਨੇ ਵਿਰੋਧ ਕੀਤਾ। ਨਹੀਂ, ਇਹ ਬੀਅਰ ਹੈ, ਜੌਆਂ ਦਾ ਪਾਣੀ। ਉਹ ਹੱਸਿਆ ਤੇ ਇੱਕ ਮੱਗ ਰੀਵਾ ਵੱਲ ਕਰ ਦਿੱਤਾ। ਨਾ ਬਾਬਾ, ਮੈਂ ਨਹੀਂ ਪੀਣੀ। ਰੀਵਾ ਨੇ ਹੱਥ ਨਾਲ ਮੱਗ ਪਿੱਛੇ ਧੱਕਿਆ। ਇਹਦੀ ਕਿਹੜੀ ਕੋਈ ਬੂ ਹੈ, ਕਿਸੇ ਨੂੰ ਕੀ ਪਤਾ ਲੱਗੂ। ਐਮਰੀ ਸ਼ੇਰਗਿੱਲ ਨੇ ਰੀਵਾ ਦੇ ਮੋਢੇ ਉੱਤੋਂ ਦੀ ਬਾਂਹ ਲਾਈ ਤੇ ਮੱਗ ਉਹਦੇ ਮੂੰਹ ਨੂੰ ਲਾ ਦਿੱਤਾ। ਅੱਛਾ ਬਾਬਾ, ਮੈਂ ਹਾਰੀ, ਹੁਣ ਮੈਨੂੰ ਛੱਡ ਤਾਂ ਸਹੀ। ਉਹਦੇ ਹੱਥੋਂ ਮੱਗ ਲੈ ਕੇ ਹੀ ਰੀਵਾ ਨੇ ਇੱਕ ਹੋਰ ਘੁੱਟ ਭਰ ਲਿਆ ਤੇ ਫਿਰ ਉਹ ਸ਼ਾਮ ਰਵਾਂ ਹੋ ਗਈ। ਨਸ਼ਾ ਹੌਲੀ-ਹੌਲੀ ਖਿੜਦਾ ਰਿਹਾ। ਐਮਰੀ ਸ਼ੇਰਗਿੱਲ ਨੇ ਉੱਠ ਕੇ ਖਿੜਕੀਆਂ ਅੱਗੇ ਪਰਦੇ ਤਾਣ ਦਿੱਤੇ। ਕਮਰੇ 'ਚ ਹਨੇਰਾ ਹੋ ਗਿਆ। ਬਾਥਰੂਮ ਦੀ ਲਾਈਟ ਬਾਲ ਲੈਂਦੇ ਹਾਂ, ਕਮਰੇ 'ਚ ਮੱਧਮ ਜੀ ਰੌਸ਼ਨੀ ਠੀਕ ਰਹੂ। ਉਸ ਆਖਿਆ ਤੇ ਰੀਵਾ ਦਾ ਜਵਾਬ ਉਡੀਕੇ ਤੋਂ ਬਿਨਾਂ ਹੀ ਬਾਥਰੂਮ ਦੀ ਲਾਈਟ ਦਾ ਸਵਿੱਚ ਆਨ ਕਰ ਦਿੱਤਾ। ਮੱਧਮ ਜੀ ਰੌਸ਼ਨੀ ਦਰਅਸਲ ਪੰਗਲ ਹੋਇਆ ਹਨੇਰਾ ਹੀ ਸੀ। ਐਮਰੀ ਸ਼ੇਰਗਿੱਲ ਨੇ ਰੀਵਾ ਦੇ ਹੱਥੋਂ ਬੀਅਰ ਵਾਲਾ ਮੱਗ ਫੜ ਕੇ ਪਰਾਂ ਰੱਖ ਦਿੱਤਾ। ਬਸ ਹੁਣ ਹੋਰ ਨਾ ਪੀ, ਤੂੰ ਘਰ ਵੀ ਜਾਣਾ। ਨਸ਼ਾ ਜ਼ਿਆਦਾ ਹੋ ਗਿਆ ਤਾਂ ਤੈਥੋਂ ਜਾਇਆ ਨਹੀਂ ਜਾਣਾ। ਬਾਊ ਜੀ ਫਿਕਰ ਕਰਨਗੇ, ਸੋਚਣਗੇ ਬੀੜੀਆਂ ਜਮ੍ਹਾਂ ਕਰਾਉਣ ਗਈ, ਰੀਵਾ ਪਤਾ ਨਹੀਂ ਕਿੱਥੇ ਰਹਿ ਗਈ। ਸਮੁੰਦਰ ਆਪਣੀ ਝੱਗ ਕਿਨਾਰਿਆਂ ਤੋਂ ਬਾਹਰ ਸੁੱਟਣ ਲੱਗ ਪਿਆ ਸੀ। ਉਹਨਾਂ ਕਮਰੇ ਦੇ ਹਨੇਰੇ ਨੂੰ ਲਿਬਾਸ ਵਾਂਗ ਪਹਿਨ ਲਿਆ। ਸਾਹੋ ਸਾਈ ਹੋਏ ਉਹ ਚਰਮ ਆਨੰਦ ਦੀ ਮਹਾਂ ਯਾਤਰਾ ਵੱਲ ਤੁਰ ਪਏ ਤੇ ਫਿਰ ਉਹ ਇੱਕ ਦੂਜੇ ਤੋਂ ਪਰਾਂ ਹੋ ਗਏ ਤੇ ਨਿੱਸਲ ਪਏ, ਲੰਮੇ-ਲੰਮੇ ਸਾਹ ਲੈਣ ਲੱਗ ਪਏ। ਲੰਮੀ ਚੁੱਪ ਤੋਂ ਪਿੱਛੋਂ ਰੀਵਾ ਨੇ ਉਹਦੇ ਵੱਲ ਪਾਸਾ ਪਰਤਿਆ ਤੇ ਉਂਗਲ ਨਾਲ ਛਾਤੀ ਉੱਤੇ ਕੁਝ ਲਿਖ ਦਿੱਤਾ। ਹੁਣ ਤਾਂ ਖੁਸ਼ ਹੈ ਨਾ? ਹਾਂ, ਮੈਂ ਤਾਂ ਤੇਰੀ ਖੁਸ਼ੀ ਦਾ ਖਿਆਲ ਰੱਖ ਲੈਂਦੀ ਹਾਂ, ਪਰ ਤੂੰ ਤਾਂ ਸਾਰੇ ਵਾਅਦੇ ਹੀ ਭੁਲਾ ਦਿੱਤੇ ਨੇ। ਵਾਅਦੇ? ਤੂੰ ਆਖਿਆ ਨਹੀਂ ਸੀ ਕਿ ਜਦੋਂ ਵੀ ਤੇਰਾ ਕੰਮ ਤੁਰਿਆ ਤੂੰ ਮੈਨੂੰ ਵੀ ਫਿਲਮਾਂ 'ਚ ਕੰਮ ਦਿਵਾ ਦੇਂਗਾ? ਹਾਂ, ਆਖਿਆ ਸੀ। ਫਿਰ? ਐਮਰੀ ਸ਼ੇਰਗਿੱਲ ਨੇ ਪਲ ਛਿਨ ਵਿੱਚ ਹੀ ਸੋਚ ਦਾ ਕਿੰਨਾ ਸਾਰਾ ਪੈਂਡਾ ਮੁਕਾ ਲਿਆ। ਮੁੰਬਈ ਸ਼ਹਿਰ ਦੇ ਗਲੈਮਰ ਨੂੰ ਆਪਣਾ ਕਹਿਣ ਪਿੱਛੋਂ ਸੰਸਕਾਰਾਂ, ਪਿਰਤਾਂ, ਮਰਿਆਦਾ ਤੇ ਨੈਤਿਕ ਮੁੱਲਾਂ ਨੂੰ ਨਾਲ ਲੈ ਕੇ ਨਹੀਂ ਸੀ ਤੁਰਨਾ ਪੈਂਦਾ। ਐਮਰੀ ਸ਼ੇਰਗਿੱਲ ਵੀ ਬੁੱਸਿਆ ਹੋਇਆ ਸਭ ਕੁਝ ਛਿੱਕੇ ਟੰਗ ਚੁੱਕਿਆ ਸੀ। ਹੁਣ ਉਹਨੂੰ ਇੱਕ ਅਦਦ ਪ੍ਰੇਮਿਕਾ ਦੀ ਲੋੜ ਸੀ, ਜਿਹੜੀ ਉਹਦੇ ਲਈ ਪੌੜੀ ਵੀ ਬਣ ਸਕਦੀ ਹੋਵੇ। ਹੁਣ ਉਹ ਸੈਦਾਂ ਦੀ ਮੁਹੱਬਤ ਲਈ ਉਦਾਸ ਨਹੀਂ ਸੀ, ਪੌੜੀ ਲਈ ਉਦਾਸ ਸੀ। ਉਸ ਪੌੜੀ ਦਾ ਨਾਂ ਰੀਵਾ ਵੀ ਹੋ ਸਕਦਾ ਸੀ। ਅੰਗ 4। ਐਮਰੀ ਸ਼ੇਰਗਿੱਲ ਦੇ ਜਾਣ ਪਿੱਛੋਂ ਕਬਾੜਖਾਨੇ ਦੇ ਉਸ ਕਮਰੇ ਦਾ ਇੱਕ ਮੰਜਾ ਕੁਝ ਦਿਨ ਖਾਲੀ ਰਿਹਾ ਤੇ ਫਿਰ ਉੱਥੇ ਦੇਵਨੀਤ ਨਾਂ ਦਾ ਇੱਕ ਮੁੰਡਾ ਆ ਕੇ ਰਹਿਣ ਲੱਗ ਪਿਆ। ਉਹ ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਉੱਥੇ ਉਹ ਬਹੁਤ ਕੁਝ ਛੱਡ ਕੇ ਮੁੰਬਈ ਆਇਆ ਸੀ। ਉੱਥੇ ਉਹਦੇ ਮਾਂ-ਪਿਓ ਵੀ ਸਨ, ਭੈਣ-ਭਰਾ ਵੀ ਤੇ ਇੱਕ ਉਹ ਵੀ ਜਿਹਦੇ ਨਾਲ ਉਹਨੇ ਘਰ ਵਸਾਉਣ ਬਾਰੇ ਸੋਚਿਆ ਸੀ। ਉਹ ਕੁੜੀ ਉਹਨੂੰ ਸਾਲਾਨਾ ਨਾਟਕ ਉਤਸਵ ਵੇਲੇ ਮਿਲੀ ਸੀ। ਇੰਡੀਅਨ ਥੀਏਟਰ ਵਿਭਾਗ ਵੱਲੋਂ ਉਹਨਾਂ ਇੱਕ ਨਾਟਕ ਖੇਡਿਆ ਸੀ। ਨਾਟਕ ਵੇਖਣ ਲਈ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਭਾਗਾਂ ਦੇ ਵਿਦਿਆਰਥੀ ਆਏ ਸਨ। ਉਹ ਨਾਟਕ ਬਹੁਤ ਸਫਲ ਹੋਇਆ ਸੀ। ਉਸ ਨਾਟਕ 'ਚ ਦੇਵਨੀਤ ਦਾ ਅਭਿਨੈ ਸਿਖਰ ਉੱਤੇ ਸੀ। ਨਾਟਕ ਮੁੱਕਣ ਪਿੱਛੋਂ ਜਾਣ ਪਛਾਣ ਦੇ ਦੌਰ ਵੇਲੇ ਦਰਸ਼ਕਾਂ ਨੇ ਦੇਵਨੀਤ ਲਈ ਖੂਬ ਤਾੜੀਆਂ ਮਾਰੀਆਂ ਸਨ। ਜਦੋਂ ਭੀੜ ਖਿੰਡ ਪੁੰਡ ਗਈ ਤਾਂ ਇੱਕ ਚੁੱਪ ਜਿਹੀ ਕੁੜੀ ਉਹਨੂੰ ਉਚੇਚਾ ਆ ਕੇ ਮਿਲੀ। ਉਸ ਕਿਹਾ, ਨਾਟਕ ਵਿੱਚ ਤੁਹਾਡਾ ਕਿਰਦਾਰ ਤੇ ਉਹਦੀ ਪੇਸ਼ਕਾਰੀ ਨਜ਼ਮ ਵਰਗੀ ਸੀ। ਤੁਹਾਡੇ ਅੰਦਰ ਬਹੁਤ ਸਾਰੀ ਕਵਿਤਾ ਹੈਗੀ ਹੈ, ਤੁਸੀਂ ਕਵਿਤਾ ਜ਼ਰੂਰ ਲਿਖਿਆ ਕਰੋ। ਗੱਲ ਹਵਾ 'ਚ ਗੁਆਚ ਗਈ। ਉਸ ਇੱਕ ਮੁਲਾਕਾਤ ਵਿੱਚ ਇਹੋ ਜਿਹਾ ਕੁਝ ਨਹੀਂ ਸੀ ਹੋਇਆ ਕਿ ਸੁਪਨੇ ਸੰਦਲੀ ਹੋ ਗਏ ਹੋਣ, ਪਰ ਵੈਲੈਂਟਾਈਨ ਡੇ ਉੱਤੇ ਦੇਵਨੀਤ ਨੇ ਉਸ ਕੁੜੀ ਨੂੰ ਲੱਭ ਕੇ ਗੁਲਾਬ ਦਾ ਫੁੱਲ ਦੇਣ ਬਾਰੇ ਸੋਚਿਆ। ਦੇਵਨੀਤ ਨੇ ਉਸ ਕੁੜੀ ਨੂੰ ਪੰਜਾਬੀ ਵਿਭਾਗ ਵੱਲ ਆਉਂਦਿਆਂ ਕਈ ਵਾਰੀ ਵੇਖਿਆ ਸੀ। ਉਹ ਜ਼ਰੂਰ ਉਸੇ ਵਿਭਾਗ ਦੀ ਵਿਦਿਆਰਥਣ ਸੀ। ਉਹ ਪੰਜਾਬੀ ਵਿਭਾਗ ਦੀ ਸਕੂਟਰ ਪਾਰਕਿੰਗ ਨੇੜੇ ਇੱਕ ਰੁੱਖ ਥੱਲੇ ਖਲੋ ਗਿਆ। ਉਸ ਕੁੜੀ ਨੂੰ ਲੱਭਣ ਲਈ ਉਹ ਇੱਕ ਯੋਗ ਥਾਂ ਸੀ। ਉਸ ਦਿਨ ਯੂਨੀਵਰਸਿਟੀ 'ਚ ਮੇਲੇ ਵਰਗਾ ਮਾਹੌਲ ਸੀ। ਮੁੰਡੇ ਕੁੜੀਆਂ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਘੁੰਮ ਰਹੇ ਸਨ। ਉਹ ਰੌਲਾ ਪਾ ਰਹੇ ਸਨ, ਹੱਸ ਰਹੇ ਸਨ, ਖੁਸ਼ ਹੋ ਰਹੇ ਸਨ। ਉਹਨਾਂ ਕੋਲ ਫੁੱਲ ਸਨ। ਕੁੜੀਆਂ ਨੇ ਮੁੰਡਿਆਂ ਦੇ ਪਿਆਰ ਦੇ ਇਜ਼ਹਾਰ ਦੇ ਬਹੁਤ ਸਾਰੇ ਫੁੱਲ ਇਕੱਠੇ ਕਰ ਲਏ ਸਨ। ਮੁਸਕਰਾਹਟ ਲਗਾਤਾਰ ਕੁੜੀਆਂ ਦੇ ਚਿਹਰਿਆਂ ਉੱਤੇ ਚਿਪਕੀ ਰਹੀ ਤੇ ਦੁਪਹਿਰ ਤੱਕ ਉਹ ਮੁਸਕਰਾਹਟ ਥੱਕ ਗਈ। ਉਹਨਾਂ ਦੇ ਹੱਥਾਂ ਵਿੱਚ ਫੜੇ ਫੁੱਲਾਂ ਦੀਆਂ ਬਹੁਤ ਸਾਰੀਆਂ ਪੱਤੀਆਂ ਘਿਰ ਗਈਆਂ। ਹੌਲੀ-ਹੌਲੀ ਯੂਨੀਵਰਸਿਟੀ ਸੁੰਨੀ ਹੋ ਗਈ। ਦੇਵਨੀਤ ਉਸ ਕੁੜੀ ਲਈ ਉਦਾਸ ਹੋ ਗਿਆ ਜਿਹਦਾ ਉਹਨੂੰ ਨਾਂ ਨਹੀਂ ਸੀ ਆਉਂਦਾ। ਅਗਲੇ ਦਿਨ ਉਹ ਕੁੜੀ ਦੇਵਨੀਤ ਨੂੰ ਲਾਇਬ੍ਰੇਰੀ ਵਿੱਚੋਂ ਬਾਹਰ ਆਉਂਦੀ ਮਿਲ ਪਈ। ਹੈਲੋ, ਮੈਂ ਕੱਲ੍ਹ ਤੈਨੂੰ ਲੱਭਦਾ ਰਿਹਾ। ਕਿਉਂ? ਮੈਂ ਤੁਹਾਨੂੰ ਫੁੱਲ ਦੇਣਾ ਸੀ। ਮੈਨੂੰ? ਹਾਂ। ਸੱਚੀ? ਹਾਂ। ਫਿਰ ਕਿਹਨੂੰ ਦਿੱਤਾ ਉਹ ਫੁੱਲ? ਉਸ ਫੁੱਲ ਦੇ ਨਾਲ ਇੱਕ ਨਜ਼ਮ ਵੀ ਸੀ।
ਇਸ ਲਈ ਉਹ ਫੁੱਲ ਕਿਸੇ ਹੋਰ ਲਈ ਨਹੀਂ ਸੀ। ਨਜ਼ਮ ਲਿਖੀ ਹੈ ਤੁਸਾਂ? ਹਾਂ, ਤੂੰ ਆਖਿਆ ਸੀ ਨਾ, ਇਸ ਲਈ। ਤਾਂ ਆਪਾਂ ਉਸ ਨਜ਼ਮ ਲਈ ਇਕੱਠੇ ਕੌਫੀ ਪੀਆਂਗੇ। ਉਹ ਮੁਸਕਰਾਈ। ਤੂੰ ਪੀਰੀਅਡ ਨਹੀਂ ਲਾਉਣਾ? ਨਹੀਂ। ਦੋਵੇਂ ਸਟੂਡੈਂਟ ਸੈਂਟਰ ਵੱਲ ਤੁਰ ਪਏ। ਉਹ ਵੇਲਾ ਰੌਣਕ ਵਾਲਾ ਨਹੀਂ ਸੀ। ਕਾਫੀ ਹਾਊਸ ਸੁੰਨਾ ਸੀ। ਦੇਵਨੀਤ ਕਾਊਂਟਰ ਉੱਤੇ ਜਾ ਕੇ ਕਾਫੀ ਦਾ ਆਰਡਰ ਦੇ ਆਇਆ। ਵਾਪਸ ਆ ਕੇ ਬੈਠਦਿਆਂ ਉਸ ਆਖਿਆ, ਮੈਨੂੰ ਤੇਰਾ ਨਾਂ ਨਹੀਂ ਆਉਂਦਾ। ਮੌਲਸਰੀ। ਦੇਵਨੀਤ ਖੁਸ਼ਬੂ ਦੇ ਅਹਿਸਾਸ ਨਾਲ ਭਰ ਗਿਆ। ਬੋਲਿਆ, ਮੇਰੇ ਨਾਂ ਵਿੱਚ ਬਿਲਕੁਲ ਵੀ ਖੁਸ਼ਬੂ ਨਹੀਂ। ਮੈਨੂੰ ਤੁਹਾਡਾ ਨਾਂ ਆਉਂਦਾ ਏ ਦੇਵ, ਤੇ ਨਾਂ ਦੀ ਖੁਸ਼ਬੂ ਦਾ ਨਾਂ ਲੈ ਕੇ ਬੁਲਾਉਣ ਵਾਲੇ ਨੂੰ ਪਤਾ ਹੁੰਦਾ ਹੈ। ਮੌਲਸਰੀ ਮੁਸਕਰਾਈ। ਕਾਫੀ ਮੁਕਾ ਕੇ ਦੇਵਨੀਤ ਨੇ ਨਜ਼ਮ ਵਾਲਾ ਕਾਗਜ਼ ਜੇਬ ਚੋਂ ਕੱਢ ਲਿਆ ਤੇ ਉਹਦੇ ਵੱਲ ਕਰ ਦਿੱਤਾ। ਲੈ, ਤੂੰ ਇਹ ਮੇਰੇ ਜਾਣ ਪਿੱਛੋਂ ਪੜ੍ਹ ਲਵੀਂ। ਮੌਲਸਰੀ ਨੇ ਦੇਵਨੀਤ ਦੀਆਂ ਅੱਖਾਂ ਵਿੱਚ ਵੇਖਿਆ ਤੇ ਫਿਰ ਲਗਾਤਾਰ ਵੇਖਦੀ ਰਹੀ। ਨਜ਼ਮ ਤਾਂ ਮੈਂ ਤੁਹਾਡੇ ਮੂੰਹੋਂ ਸੁਣਾਂਗੀ। ਗੁੱਸੇ ਤਾਂ ਨਹੀਂ ਹੋਵੇਂਗੀ? ਨਹੀਂ। ਕਿਉਂ? ਤੂੰ ਤਾਂ ਮੈਨੂੰ ਬਸ ਇੱਕੋ ਵਾਰੀ ਮਿਲੀ ਹੈ, ਪਰ ਮੈਂ ਤਾਂ ਤੈਨੂੰ। ਲੈ ਸੁਣ ਨਜ਼ਮ, ਫਿਰ ਆਪੇ ਹੀ ਵੇਖ ਲਵੀਂ ਕਿ ਕਿੰਨੀ ਕੁ ਵਾਰੀ ਮਿਲਿਆ ਹਾਂ ਤੈਨੂੰ। ਤੂੰ ਮਿਲ ਕੇ ਹਰ ਵਾਰ ਵਿਛੜ ਜਾਂਦੀ ਹੈ ਤੇ ਮੈਂ ਜੀ ਭਿਆਣਾ ਜਿਹਾ ਲੱਭਦਾ ਹਾਂ ਤੈਨੂੰ ਆਪਣੇ ਅੰਦਰ। ਇਸ ਤਰ੍ਹਾਂ ਵੀ ਹੁੰਦਾ ਹੈ ਕਿ ਤੂੰ ਮੇਰੀਆਂ ਰਾਤਾਂ 'ਚ ਤੁਰਦੀ ਹੈ, ਮੇਰੇ ਸੁਪਨਿਆਂ 'ਚ ਹੱਸਦੀ ਹੈ, ਮੇਰੀਆਂ ਕਿਤਾਬਾਂ 'ਚ ਮੁਸਕਰਾਉਂਦੀ ਹੈ, ਮੇਰੇ ਸਾਹਾਂ 'ਚ ਧੜਕਦੀ ਹੈ। ਮੈਂ ਤੇਰੇ ਨਾਲ ਉਹ ਸਭ ਗੱਲਾਂ ਕਰਦਾ ਹਾਂ ਜੋ ਮਿਲ ਕੇ ਨਹੀਂ ਕਰਦਾ। ਤੈਨੂੰ ਜਦ ਵੀ ਮਿਲਦਾ ਹਾਂ, ਬੋਲਾਂ ਦੇ ਪੰਛੀ ਪਰ ਫੜਫੜਾਉਂਦੇ ਨੇ, ਚੁੱਪ ਦੇ ਦੀਵੇ ਬਲਣ ਲੱਗਦੇ ਨੇ। ਤੂੰ ਮੇਰੀਆਂ ਅੱਖਾਂ 'ਚ ਵੇਖਦੀ ਹੈ, ਵੇਖਦੀ ਹੀ ਰਹਿੰਦੀ ਹੈ, ਤੇ ਫਿਰ ਪੜ੍ਹ ਲੈਂਦੀ ਹੈ ਮੈਨੂੰ ਇੱਕ ਨਜ਼ਮ ਦੀ ਤਰ੍ਹਾਂ। ਜਦੋਂ ਫੈਲਣ ਲੱਗਦੇ ਨੇ ਪਰਛਾਵੇਂ, ਤੂੰ ਤੁਰ ਪੈਂਦੀ ਹੈ ਆਪਣੀ ਪਨਾਹ ਵੱਲ ਮੋੜ ਮੁੜਦਿਆਂ। ਤੂੰ ਪਿੱਛੇ ਵੇਖਦੀ ਹੈ, ਮੁਸਕਰਾਉਂਦੀ ਹੈ, ਜਿਵੇਂ ਆਖਦੀ ਹੋਵੇਂ, ਇਸ ਤਰ੍ਹਾਂ ਵੀ ਹੁੰਦਾ ਹੈ ਮੁਹੱਬਤ ਵਿੱਚ। ਗੈਰ ਹਾਜ਼ਰ ਹੋ ਕੇ ਵੀ ਤੂੰ ਮੇਰੇ ਨਾਲ ਹੁੰਦਾ ਹੈ, ਦੂਰ ਜਾ ਕੇ ਵੀ ਮੈਂ ਤੈਥੋਂ ਦੂਰ ਨਹੀਂ ਜਾਂਦੀ। ਤੂੰ ਮਿਲ ਕੇ ਹਰ ਵਾਰ ਵਿਛੜ ਜਾਂਦੀ ਹੈ ਤੇ ਮੈਂ ਜੀ ਭਿਆਣਾ ਜਿਹਾ ਲੱਭਦਾ ਹਾਂ ਤੈਨੂੰ ਆਪਣੇ ਅੰਦਰ। ਨਜ਼ਮ ਮੁੱਕੀ ਤਾਂ ਮੌਲਸਰੀ ਨੇ ਬੇਯਕੀਨੀ 'ਚ ਅੱਖਾਂ ਝਮਕੀਆਂ। ਮੈਨੂੰ ਪਤਾ ਹੀ ਨਹੀਂ ਸੀ ਕਿ ਕਿਸੇ ਅਜਨਬੀ ਕੁੜੀ ਦੇ ਇੱਕ ਵਾਰ ਕਹਿਣ ਨਾਲ ਤੁਸੀਂ ਸ਼ਾਇਰ ਹੋ ਜਾਓਗੇ। ਸ਼ਾਇਦ ਝੂਠ ਬੋਲਿਆ ਸੀ ਮੌਲਸਰੀ ਨੇ। ਉਹਨੂੰ ਪਤਾ ਸੀ ਜਦੋਂ ਕੋਈ ਪਿਆਰ ਕਰਨ ਲੱਗ ਪਵੇ ਤਾਂ ਉਹ ਸ਼ਾਇਰ ਹੋ ਜਾਂਦਾ। ਉਹ ਨੀਵੀਂ ਪਾਈ ਨਹੁੰਆਂ ਨਾਲ ਮੇਜ਼ ਉੱਤੇ ਲੀਕਾਂ ਵਾਉਣ ਲੱਗ ਪਈ ਤੇ ਫਿਰ ਹੌਲੀ ਜਿਹੀ ਬੋਲੀ, ਮੈਂ ਵੀ ਇਹੋ ਜਿਹਾ ਹੀ ਖੱਤ ਲਿਖਾਂਗੀ ਤੁਹਾਨੂੰ। ਤੇ ਫਿਰ ਉਹ ਆਪਸ ਵਿੱਚ ਮਿਲਦੇ ਵੀ ਰਹੇ ਤੇ ਇਹੋ ਜਿਹੇ ਖੱਤ ਵੀ ਲਿਖਦੇ ਰਹੇ। ਮੌਲਸਰੀ ਦੇ ਆਖਰੀ ਵਾਰੀ ਦੇ ਖੱਤ ਦੀ ਤਾਸੀਰ ਕੁਝ ਹੋਰ ਜਿਹੀ ਸੀ। ਅੱਖਰਾਂ ਦੀ ਛਾਵੇਂ ਬੈਠੇ ਉਹਦੇ ਸਵਾਲ ਤਿੱਖੜ ਧੁੱਪ ਵਿੱਚ ਨੰਗੇ ਪੈਰੀਂ ਖਲੋ ਗਏ। ਮੌਲਸਰੀ ਨੇ ਲਿਖਿਆ ਸੀ, ਦੇਵ, ਮਾਂ ਆਖਦੀ ਸੀ ਧੀਆਂ ਤਾਂ ਚਿੜੀਆਂ ਹੁੰਦੀਆਂ ਨੇ, ਉੱਡ ਜਾਣਗੀਆਂ ਇੱਕ ਦਿਨ ਮਾਂ ਨੂੰ ਕਰਕੇ ਉਦਾਸ। ਕੌਣ ਜਾਣੇ ਮੇਰੇ ਪਰਾਂ ਵਿੱਚ ਬਾਬਲ ਕਦੋਂ ਭਰ ਦੇਵੇ ਉਡਾਨ। ਮੈਂ ਜੋ ਚਿੜੀ ਹਾਂ, ਅਚਨਚੇਤੀ ਹੋ ਜਾਵਾਂ ਗੁੰਮਸਮ। ਤੂੰ ਬੋਲਣ ਲਈ ਮੈਨੂੰ ਜ਼ੁਬਾਨ ਤਾਂ ਦੇ, ਚੁੱਪ ਰਿਹਾ ਤਾਂ ਕਦੋਂ ਵੀ ਉੱਡ ਜਾਵਾਂਗੀ ਬੇਗਾਨੀਆਂ ਜੂਹਾਂ ਵੱਲ। ਮੇਰੇ ਕੋਲ ਤਾਂ ਬਸ ਸ਼ਬਦਾਂ 'ਚ ਲੁਕੇ ਹੋਏ ਤੇਰੇ ਵਾਅਦੇ ਨੇ, ਭਰੋਸੇ ਨੇ, ਜਾਂ ਫਿਰ ਕਿਤਾਬਾਂ ਦੀਆਂ ਤਹਿਆਂ ਵਿੱਚ ਸਹਿਮੀ ਬੈਠੀ ਤੇਰੀ ਮੁਹੱਬਤ ਹੈ ਤੇ ਸੁੱਕੇ ਹੋਏ ਫੁੱਲ ਨੇ। ਤੂੰ ਹੁੰਗਾਰਾ ਭਰੇਗਾ ਤਾਂ ਉਹਨਾਂ ਫੁੱਲਾਂ ਵਿੱਚ ਖੁਸ਼ਬੂ ਵਰਤਾਵੇਗਾ। ਮੇਰੇ ਮਨ ਵਿੱਚ ਜਿੰਨੇ ਵੀ ਸੁਪਨੇ ਨੇ, ਪੁੰਗਰ ਪੈਣਗੇ ਵਿਹੜੇ ਵਿੱਚ। ਵੇਖ, ਤੂੰ ਇਸ ਤਰ੍ਹਾਂ ਕਰੀਂ, ਕਿਸੇ ਵੀ ਸੂਹੀ ਸਵੇਰ ਆਵੀਂ, ਬੂਹੇ ਤੇ ਦਸਤਕ ਦੇਵੀਂ। ਮੇਰੇ ਬਾਬਲ ਨੂੰ ਆਖੀਂ, ਤੂੰ ਆਲ੍ਹਣਾ ਲੈ ਕੇ ਆਇਆ ਏਂ, ਉਹਨਾਂ ਦੀ ਚਿੜੀ ਖਾਤਰ ਤੇ ਆਪਣੀ ਮੁਹੱਬਤ ਲਈ। ਦੇਵਨੀਤ ਮੌਲਸਰੀ ਦੇ ਪਿਤਾ ਨੂੰ ਤਾਬੜਤੋੜ ਜਾ ਕੇ ਮਿਲਿਆ ਸੀ। ਜਿਹੜਾ ਘਰ ਤਲੀ ਉੱਤੇ ਰੱਖ ਕੇ ਮੌਲਸਰੀ ਦੇ ਘਰ ਪਹੁੰਚਿਆ ਸੀ, ਉਸ ਘਰ ਦੀ ਛੱਤ ਨਹੀਂ ਸੀ। ਮੌਲਸਰੀ ਨੂੰ ਛੱਤ ਦੇਣ ਲਈ ਦੇਵਨੀਤ ਪਹਿਲੋਂ ਸਿਰ ਬਸਿਰ ਤਾਂ ਹੋਵੇ। ਮੌਲਸਰੀ ਦੇ ਪਿਤਾ ਦੀ ਮੰਗ ਗੈਰ ਵਾਜਬ ਨਹੀਂ ਸੀ। ਦੇਵਨੀਤ ਕੋਲ ਕਲਾ ਸੀ, ਪ੍ਰਤਿਭਾ ਸੀ। ਮੁੰਬਈ ਉਹਨੂੰ ਸਿਰ ਬਸਿਰ ਕਰ ਸਕਦਾ ਸੀ,
ਉਹੀ ਇੱਕ ਸ਼ਹਿਰ ਸੀ ਜਿਹੜਾ ਸੁਪਨਿਆਂ ਨੂੰ ਪਨਾਹ ਵੀ ਦਿੰਦਾ ਸੀ ਤੇ ਪੈਰ ਵੀ। ਮੌਲਸਰੀ ਦੀ ਸਲਾਹ ਮੰਨ ਕੇ ਦੇਵਨੀਤ ਮੁੰਬਈ ਤੁਰ ਆਇਆ ਸੀ। ਅੰਗ 5। ਉਹ ਸ਼ਹਿਰ ਕਦੀ ਕਿਸੇ ਨੂੰ ਹੁੱਭ ਕੇ ਨਹੀਂ ਸੀ ਮਿਲਿਆ। ਦੇਵਨੀਤ ਵੱਲੋਂ ਵੀ ਉਹਨੇ ਅੱਖਾਂ ਮੀਟੀ ਰੱਖੀਆਂ ਸਨ। ਵਕਤ ਉਸ ਬੇਵਕਤ ਲਈ ਹੌਲੀ ਹੌਲੀ ਬੀਤ ਰਿਹਾ ਸੀ। ਆਸ ਦੇ ਦੀਵੇ ਦੀ ਲੋ ਮੱਧਮ ਪੈ ਰਹੀ ਸੀ। ਇਹ ਜ਼ਰੂਰੀ ਹੋ ਗਿਆ ਸੀ ਕਿ ਉਹ ਗੁਜ਼ਾਰੇ ਲਈ ਕੋਈ ਕੰਮ ਵਿੱਢ ਲਵੇ, ਤੇ ਵਿੱਢੇ ਹੋਏ ਕੰਮ ਨੇ ਦੇਵਨੀਤ ਨੂੰ ਬਹੁਤ ਉਦਾਸ ਕਰ ਦਿੱਤਾ ਸੀ। ਉਹ ਸੁਹੇਲ ਨੂੰ ਜੂਹੂ ਬੀਚ ਉੱਤੇ ਲੈ ਗਿਆ। ਸੁਹੇਲ ਜਾਣਦਾ ਸੀ ਦੇਵਨੀਤ ਦੇ ਮਨ 'ਚ ਕੋਈ ਗੱਲ ਕੰਡੇ ਵਾਂਗ ਚੁਭੀ ਹੋਈ ਸੀ। ਉਸ ਵੇਲੇ ਸਮੁੰਦਰ ਕਾਲਾ ਪੈ ਚੁੱਕਿਆ ਸੀ। ਜੂਹੂ ਬੀਚ ਦੀਆਂ ਦੁਕਾਨਾਂ ਤੇ ਰੇਹੜੀਆਂ ਦੀਆਂ ਰੌਸ਼ਨੀਆਂ ਅੱਖਾਂ ਨੂੰ ਚੁਭ ਰਹੀਆਂ ਸਨ। ਉਹ ਸੁਹੇਲ ਨੂੰ ਬਾਹੋਂ ਫੜ ਕੇ ਹਨੇਰੇ ਵੱਲ ਲੈ ਤੁਰਿਆ। ਜਦੋਂ ਹਨੇਰੇ ਤੱਕ ਪਹੁੰਚ ਗਏ ਤਾਂ ਦੇਵਨੀਤ ਨੇ ਉਹਦੀ ਬਾਂਹ ਛੱਡਤੀ। ਆਪਾਂ ਕਦੋਂ ਕੁ ਤੱਕ ਇਸ ਤਰ੍ਹਾਂ ਤੁਰੇ ਜਾਵਾਂਗੇ? ਸੁਹੇਲ ਨੇ ਪੁੱਛਿਆ। ਚਾਨਣ ਤੋਂ ਪਰਹੇਜ਼ ਕਰਨ ਵਾਲੇ ਉੱਥੇ ਹੋਰ ਵੀ ਬਹੁਤ ਜਣੇ ਸਨ। ਉਹ ਜੋੜੇ ਹਨੇਰੇ 'ਚ ਥਾਂ ਥਾਂ ਬੈਠੇ ਹੋਏ ਵਿਖਾਈ ਦੇ ਰਹੇ ਸਨ। ਹਨੇਰੇ ਦਾ ਉਹਨਾਂ ਕੁ ਓਹਲਾ ਬਹੁਤ ਨਹੀਂ ਸੀ, ਪਰ ਉਸ ਓਹਲੇ ਨੂੰ ਕੰਧ ਦਾ ਓਹਲਾ ਮਿੱਥ ਕੇ ਉਹ ਖੁੱਲ੍ਹ ਖੇਡ ਰਹੇ ਸਨ, ਕਲੋਲ ਕਰ ਰਹੇ ਸਨ। ਇਹ ਮੁੰਬਈ ਦਾ ਸਮੁੰਦਰ ਕਿਨਾਰੇ ਦਾ ਆਮ ਜਿਹਾ ਦ੍ਰਿਸ਼ ਸੀ। ਕਾਮ ਕ੍ਰੀੜਾ 'ਚ ਲੀਨ ਜੋੜਿਆਂ ਦੇ ਕੋਲੋਂ ਲੰਘਣ ਵੇਲੇ ਉਹ ਮੂੰਹ ਪਰਾਂ ਫੇਰ ਕੇ ਓਹਲਾ ਦਿੰਦੇ ਤੁਰਦੇ ਰਹੇ। ਆਪਾਂ ਕਦੋਂ ਕੁ ਤੱਕ ਇਸ ਤਰ੍ਹਾਂ ਤੁਰਦੇ ਰਹਾਂਗੇ? ਸੁਹੇਲ ਨੇ ਸਵਾਲ ਦੁਹਰਾਇਆ। ਬਸ ਜਿੱਥੇ ਵੀ ਆਪਣੇ ਕੋਲ ਸਿਰਫ ਆਪਣਾ ਹਨੇਰਾ ਹੋਇਆ, ਆਪਾਂ ਉੱਥੇ ਬੈਠ ਜਾਵਾਂਗੇ। ਆਖਿਰਕਾਰ ਉਹ ਹਨੇਰਾ ਉਹਨਾਂ ਨੇ ਲੱਭ ਲਿਆ। ਘੁੱਪ ਹਨੇਰੇ 'ਚ ਸਮੁੰਦਰ ਦੀਆਂ ਲਹਿਰਾਂ ਖੌਲ ਰਹੀਆਂ ਸਨ। ਰਾਤ ਦੀ ਚੁੱਪ ਵਿੱਚ ਲਹਿਰਾਂ ਦਾ ਸ਼ੋਰ ਬਹੁਤ ਉੱਚਾ ਸੁਣਾਈ ਦੇ ਰਿਹਾ ਸੀ। ਦੇਵਨੀਤ ਨੇ ਮੋਢੇ ਨਾਲੋਂ ਝੋਲਾ ਉਤਾਰ ਕੇ ਹੇਠਾਂ ਰੱਖ ਦਿੱਤਾ। ਪੁਰਾਣੀ ਅਖਬਾਰ ਵਿਛਾ ਕੇ ਉਹ ਸਿੱਲੀ ਰੇਤ ਉੱਤੇ ਬੈਠ ਗਏ। ਉਹਨੇ ਅਖਬਾਰ ਵਿੱਚ ਵਲੇਟਿਆ ਹੋਇਆ ਅਧੀਆ ਝੋਲੇ 'ਚੋਂ ਕੱਢਿਆ ਤੇ ਅਖਬਾਰ ਦੇ ਉਸੇ ਟੁਕੜੇ ਨੂੰ ਸਾਹਮਣੇ ਵਿਛਾ ਕੇ ਅਧੀਆ ਉੱਤੇ ਟਿਕਾ ਦਿੱਤਾ। ਉਹਦਾ ਝੋਲਾ ਭਾਨੂਮਤੀ ਦਾ ਪਟਾਰਾ ਸੀ। ਉਸ ਝੋਲੇ 'ਚੋਂ ਉਹਨੇ ਪਾਣੀ ਦੀ ਬੋਤਲ ਕੱਢੀ, 2 ਗਲਾਸ ਕੱਢੇ, ਨਮਕੀਨ ਭੁਜੀਏ ਦੀ ਪੁੜੀ ਕੱਢੀ ਤੇ ਸਾਰਾ ਕੁਝ ਉਸ ਅਧੀਏ ਦੁਆਲੇ ਰੱਖ ਦਿੱਤਾ। ਰਾਤ, ਸ਼ਰਾਬ ਤੇ ਸਮੁੰਦਰ ਉਹਨਾਂ ਦੇ ਉਦਾਸ ਪਲਾਂ ਦੇ ਯਾਰ ਸਨ। ਪਹਿਲਾ ਜਾਮ ਉਹਨਾਂ ਸਮੁੰਦਰ ਦੇ ਨਾਮ ਦਾ ਪੀਤਾ। ਖਾਲੀ ਗਲਾਸ ਮੁੜ ਭਰਦਿਆਂ ਦੇਵਨੀਤ ਬੋਲਿਆ, ਮੈਂ ਸੋਚਿਆ ਹੋਇਆ ਸੀ ਕਿ ਅੱਜ ਰਾਤ ਸ਼ਰਾਬ ਦੀਆਂ ਘੁੱਟਾਂ ਭਰਦਿਆਂ ਸਮੁੰਦਰ ਦੀ ਬੇਚੈਨੀ ਨੂੰ ਵੇਖਾਂਗੇ, ਲਹਿਰਾਂ ਦਾ ਸ਼ੋਰ ਸੁਣਾਂਗੇ ਤੇ ਫਿਰ ਇਹ ਸੋਚਾਂਗੇ ਕਿ ਸ਼ੁਕਰ ਹੈ ਅਸੀਂ ਕਿਨਾਰੇ ਉੱਤੇ ਬੈਠੇ ਹੋਏ ਹਾਂ। ਸਾਰੇ ਕਿਨਾਰੇ ਵਹਿਮ ਵਰਗੇ ਹੁੰਦੇ ਨੇ, ਕਿਧਰੇ ਵੀ ਕੋਈ ਕਿਨਾਰਾ ਨਹੀਂ ਹੁੰਦਾ। ਸੁਹੇਲ ਹੱਸਿਆ। ਤੂੰ ਵੇਖ ਲਵੀਂ, ਭਾਵੇਂ ਹੁਣ ਆਪਾਂ ਜਿੱਥੇ ਕਿਨਾਰਾ ਸੋਚ ਕੇ ਬੈਠੇ ਹੋਏ ਹਾਂ, ਇਹੀ ਥਾਂ ਕੁਝ ਚਿਰ ਨੂੰ ਸਮੁੰਦਰ ਹੋ ਜਾਏਗੀ। ਸੁਹੇਲ ਨੂੰ ਉਹ ਰਾਤ ਚੇਤੇ ਆਈ ਸੀ। ਸੁਹੇਲ ਤੇ ਐਮਰੀ ਸ਼ੇਰਗਿੱਲ ਅੱਜ ਵਾਂਗ ਹੀ ਸਮੁੰਦਰ ਦੇ ਕਿਨਾਰੇ ਬੈਠੇ ਸਨ। ਉਹਨਾਂ ਨੂੰ ਪਤਾ ਵੀ ਨਹੀਂ ਸੀ ਲੱਗਾ ਤੇ ਸਮੁੰਦਰ ਦਾ ਜਵਾਰ ਭਾਟਾ ਉਹਨਾਂ ਦੇ ਪੈਰਾਂ ਤੱਕ ਪਹੁੰਚ ਗਿਆ ਸੀ। ਕਿਨਾਰੇ ਇਸੇ ਤਰ੍ਹਾਂ ਹੀ ਬੇਧਿਆਨੇ 'ਚ ਡੁੱਬ ਜਾਂਦੇ ਹਨ। ਸੁਹੇਲ ਨੇ ਪੁੱਛਿਆ, ਅੱਜ ਤੂੰ ਪਰੇਸ਼ਾਨ ਕਿਉਂ ਹੈ? ਆਖਰ ਗੱਲ ਕੀ ਹੈ? ਅੱਜ ਕੱਲ੍ਹ ਮੈਂ ਐਕਸਟਰਾ ਦਾ ਕੰਮ ਕਰਨ ਲੱਗ ਪਿਆ ਵਾਂ। ਉਹ ਜਿਵੇਂ ਕਿਸੇ ਬੋੜੇ ਖੂਹ 'ਚੋਂ ਬੋਲਿਆ। ਮੈਨੂੰ ਪਤਾ ਹੈ, ਇਹਦੇ 'ਚ ਕੀ ਮਾੜਾ ਹੈ? ਰੋਟੀ ਵੀ ਤਾਂ ਤੋਰਨੀ ਹੈ। ਜਦੋਂ ਬ੍ਰੇਕ ਮਿਲੀ ਤੇ ਇਹ ਕੰਮ ਆਪੇ ਛੁੱਟ ਜਾਊ। ਸੁਹੇਲ ਨੇ ਹੌਸਲਾ ਦਿੱਤਾ। ਮੱਕੜੀ ਦੇ ਇਸ ਜਾਲੇ 'ਚੋਂ ਬਾਹਰ ਨਿਕਲ ਆਉਣਾ ਆਸਾਨ ਨਹੀਂ। ਐਕਸਟਰਾਸ 'ਚ ਉੱਠਦਿਆਂ ਬੈਠਦਿਆਂ ਮੈਂ ਇਹ ਜਾਣ ਲਿਆ। ਦੇਵਨੀਤ ਨੇ ਹੌਕੇ ਵਰਗਾ ਸਾਹ ਭਰਿਆ। ਪਤਾ ਹੈ ਸੁਹੇਲ, ਐਕਸਟਰਾਸ 'ਚ ਕਈ ਸੋਹਣੀਆਂ ਕੁੜੀਆਂ ਵੀ ਹੁੰਦੀਆਂ ਨੇ। ਸਪਲਾਇਰ ਉਹਨਾਂ ਨੂੰ ਕੰਮ ਦਿੰਦਾ ਹੈ। ਉਹਨਾਂ ਕੁੜੀਆਂ ਦਾ ਮਨ ਹੁੰਦਾ ਹੈ ਕਿ ਆਪਣੇ ਸਪਲਾਇਰ ਨੂੰ ਵੱਧ ਤੋਂ ਵੱਧ ਖੁਸ਼ ਰੱਖਣ ਤਾਂ ਕਿ ਕੰਮ ਮਿਲਦਾ ਰਹੇ। ਏਜੰਟ ਯਾਨੀ ਸਪਲਾਇਰ ਉਹਨਾਂ ਨੂੰ ਹੁਕਮ ਦਾਗਦਾ ਹੈ ਕਿ ਸ਼ੂਟਿੰਗ ਦੇ ਦ੍ਰਿਸ਼ ਲਈ ਅੱਧ-ਨੰਗੀਆਂ ਹੋਣਾ ਪਊ। ਜਿਨ੍ਹਾਂ ਲਈ ਕੱਪੜੇ ਉਤਾਰਨੇ ਔਖੇ ਨੇ, ਪਹਿਲੋਂ ਹੀ ਪਾਸੇ ਹੋ ਜਾਣ। ਪਰ ਪਾਸੇ ਹੋ ਕੇ ਉਹ ਕੁੜੀਆਂ ਕਿੱਧਰ ਜਾਣ? ਉਹ ਕੁੜੀਆਂ ਜਾਣਦੀਆਂ ਨੇ ਨਿਰਦੇਸ਼ਕ ਦੇ ਆਦੇਸ਼ ਅਨੁਸਾਰ ਸਰੀਰ ਦਿਖਾਉਣਾ ਹੀ ਪਊ। ਕੀ ਕਰ ਲਓ? ਕਿੰਨਾ ਕੁ ਚਿਰ ਆਪਣੇ ਆਪ ਨੂੰ ਸੰਭਾਲ ਰੱਖਣ? ਫਿਲਮਾਂ ਦਾ ਕੰਮ ਉਹਨਾਂ ਦੀ ਰੋਜ਼ੀ ਰੋਟੀ ਹੈ। ਪਰ ਗੱਲ ਇੱਥੇ ਨਹੀਂ ਮੁੱਕਦੀ। ਉਹਨਾਂ ਨੂੰ ਇਸ ਤੋਂ ਵੱਧ ਵੀ ਆਪਣੇ ਏਜੰਟ ਦੇ ਆਖੇ ਲੱਗਣਾ ਪੈ ਜਾਂਦਾ ਹੈ। ਫਿਰ ਉਹ ਸੋਚਦੀਆਂ ਨੇ, ਏਜੰਟ ਨੂੰ ਹੁਣ ਕੀ ਕਰਨਾ ਹੈ? ਹੁਣ ਤਾਂ ਪਹੁੰਚ ਸਿੱਧੀ ਪ੍ਰੋਡਿਊਸਰ ਡਾਇਰੈਕਟਰ ਤੱਕ ਹੈ। ਬਸ ਏਜੰਟ ਵਿੱਚੋਂ ਮਨਫੀ ਹੋ ਜਾਂਦਾ ਹੈ ਤੇ ਉਹ ਐਰੇ ਗੈਰੇ ਨਾਲ ਸੌਣ ਵਾਲੀਆਂ ਵੇਸਵਾਵਾਂ ਬਣ ਕੇ ਰਹਿ ਜਾਂਦੀਆਂ ਨੇ। ਉਹ ਚੰਗਾ ਪਰਿਵਾਰਕ ਜੀਵਨ ਜਿਉਂ ਸਕਦੀਆਂ ਸਨ, ਪਰ ਇਸ ਤਰ੍ਹਾਂ ਨਹੀਂ ਹੋਇਆ।
ਤੂੰ ਉਹਨਾਂ ਲਈ ਕਿਉਂ ਪਰੇਸ਼ਾਨ ਹੈ? ਸੁਹੇਲ ਨੇ ਆਖਿਆ। ਫਿਲਮੀ ਦੁਨੀਆ 'ਚ ਕੋਈ ਨਵੀਂ ਗੱਲ ਤਾਂ ਹੈ ਨਹੀਂ। ਸਮੁੰਦਰ ਦਾ ਰੌਲਾ ਪਹਿਲਾਂ ਨਾਲੋਂ ਵੀ ਵੱਧ ਉੱਚਾ ਹੋ ਗਿਆ ਸੀ। ਸਮੁੰਦਰ ਦੀਆਂ ਲਹਿਰਾਂ ਉਹਨਾਂ ਵੱਲ ਵੱਧ ਰਹੀਆਂ ਸਨ। ਸ਼ਾਇਦ ਸਮੁੰਦਰ ਦੀਆਂ ਲਹਿਰਾਂ ਉਹਨਾਂ ਨੂੰ ਡੋਬਣ ਦੇ ਯਤਨ 'ਚ ਸਨ। ਉਹ ਲਹਿਰਾਂ ਸ਼ਾਇਦ ਕਿਨਾਰਿਆਂ ਨੂੰ ਖੋਰਨ ਦੇ ਯਤਨ 'ਚ ਸਨ। ਕੀ ਪਤਾ ਹੈ, ਉਹ ਛੱਲਾਂ ਆਪਣੇ ਕਿਨਾਰਿਆਂ ਦੀ ਮੈਲ ਧੋਣ ਦੀ ਕੋਸ਼ਿਸ਼ ਕਰ ਰਹੀਆਂ ਹੋਣ। ਸੁਹੇਲ ਨੇ ਦੇਵਨੀਤ ਦਾ ਹੌਕਾ ਸਾਫ਼ ਸੁਣਿਆ ਸੀ। ਦੇਵਨੀਤ ਕੁਝ ਚਿਰ ਚੁੱਪ ਰਿਹਾ, ਫਿਰ ਬੋਲਿਆ, ਮੈਂ ਕੱਲ੍ਹ ਇੱਕ ਫਿਲਮ 'ਚ ਐਕਸਟਰਾ ਦਾ ਕੰਮ ਕੀਤਾ ਹੈ। ਉਸ ਫਿਲਮ ਦੀ ਪ੍ਰੋਡਿਊਸਰ ਆਸ਼ਾ ਪਾਵਰ ਹੈ। ਉਹ ਪੁਰਾਣੇ ਜ਼ਮਾਨੇ ਦੀਆਂ ਫਿਲਮਾਂ 'ਚ ਹੀਰੋਇਨ ਵੀ ਆਉਂਦੀ ਰਹੀ। ਫਿਲਮਾਂ ਵਿੱਚ ਚਰਿੱਤਰ ਰੋਲ ਤਾਂ ਉਹ ਹੁਣ ਤੱਕ ਵੀ ਕਰਦੀ ਹੈ। ਸ਼ੂਟਿੰਗ ਮੁੱਕੀ ਤਾਂ ਉਹਨੇ ਮੈਨੂੰ ਕੋਲ ਬੁਲਾ ਲਿਆ, ਕਹਿਣ ਲੱਗੀ, ਤੇਰੇ ਵਿੱਚ ਹੀਰੋ ਬਣਨ ਦੀਆਂ ਸੰਭਾਵਨਾਵਾਂ ਮੌਜੂਦ ਨੇ। ਇਹ ਉਹਦੀ ਗੱਲ ਦੀ ਸ਼ੁਰੂਆਤ ਸੀ। ਮੈਨੂੰ ਲੱਗਾ ਮੈਂ ਹਵਾ ਵਿੱਚ ਉੱਡਣ ਲੱਗ ਪਿਆ ਸਾਂ। ਉਹ ਗੱਲਾਂ ਕਰਦੀ ਕਰਦੀ ਮੈਨੂੰ ਆਪਣੇ ਨਾਲ ਹੀ ਲੈ ਤੁਰੀ। ਨਸ਼ੇ ਦੇ ਉਸ ਆਲਮ ਵਿੱਚ ਮੈਨੂੰ ਪਤਾ ਵੀ ਨਾ ਲੱਗਾ ਕਿ ਕਿਹੜੇ ਵੇਲੇ ਆਸ਼ਾ ਪਵਾਰ ਦੇ ਬੈਡਰੂਮ ਤੱਕ ਪਹੁੰਚ ਗਿਆ। ਉਹ ਸਾਰੀ ਰਾਤ ਮੈਨੂੰ ਜਗਾਈ ਰੱਖਿਆ। ਅੱਜ ਦਿਨੇ ਮੈਂ ਉਹਦੇ ਘਰ ਹੀ ਸੁੱਤਾ ਪਿਆ ਰਿਹਾ। ਸ਼ਾਮੀ ਵਾਪਸ ਆਉਣ ਲੱਗਿਆ ਉਹਨੇ ਕੁਝ ਰੁਪਏ ਮੇਰੀ ਜੇਬ 'ਚ ਪਾ ਦਿੱਤੇ। ਤੇ ਹੁਣ ਤੂੰ ਪੁੱਛਦਾ ਏ, ਮੈਂ ਉਹਨਾਂ ਕੁੜੀਆਂ ਲਈ ਪਰੇਸ਼ਾਨ ਕਿਉਂ ਹਾਂ? ਮੈਂ ਪਰੇਸ਼ਾਨ ਨਾ ਹੋਵਾਂ? ਮੈਂ ਵੀ ਤਾਂ ਉਹਨਾਂ ਕੁੜੀਆਂ ਦੇ ਪਰਿਵਾਰ ਦਾ ਜੀਅ ਹੋ ਗਿਆ ਹਾਂ। ਸੁਹੇਲ ਨੇ ਟੋਕਿਆ, ਤੂੰ ਐਵੇਂ ਪਛਤਾਵੇ ਵਿੱਚ ਨਾ ਪੈ ਦੇਵ। ਤੇਰੇ ਹੱਥ ਤਾਂ ਸਗੋਂ ਸੁਨਹਿਰੀ ਮੌਕਾ ਲੱਗਾ। ਇਸ ਮੌਕੇ ਦਾ ਫਾਇਦਾ ਲੈ। ਤੂੰ ਆਸ਼ਾ ਪਵਾਰ ਰਾਹੀਂ ਫਿਲਮਾਂ ਵਿੱਚ ਕਾਮਯਾਬ ਹੋ ਸਕਦਾ ਯਾਰ। ਦੇਵਨੀਤ ਨੇ ਸ਼ਰਾਬ ਦਾ ਪੂਰਾ ਗਲਾਸ ਇੱਕੋ ਝੀਕ 'ਚ ਖਾਲੀ ਕਰ ਦਿੱਤਾ ਤੇ ਖਾਲੀ ਗਲਾਸ ਸਮੁੰਦਰ ਦੀਆਂ ਛੱਲਾਂ ਵੱਲ ਵਗਾ ਮਾਰਿਆ। ਉਹ ਪੂਰਾ ਹਰਖਿਆ ਹੋਇਆ ਸੀ। ਬੋਲਿਆ, ਤੇ ਮੈਂ ਕੀ ਕਹਾਂ ਮੌਲਸਰੀ ਨੂੰ? ਕੀ ਮੈਂ ਖੱਤ ਲਿਖਾਂ ਉਹਨੂੰ ਕਿ ਮੈਂ ਫਿਲਮਾਂ 'ਚ ਬਹੁਤ ਕਾਮਯਾਬ ਹੋ ਗਿਆ ਵਾਂ? ਮੈਂ ਪ੍ਰੋਸਟੀਟਿਊਟ ਹੋ ਗਿਆ ਵਾਂ? ਚੌਪਾਟੀ ਦੇ ਕਿਸੇ ਖੰਭੇ ਹੇਠ ਖਲੋ ਕੇ ਬੁੱਢੀਆਂ ਖੂਸਟ ਗਾਹਕਾਂ ਨੂੰ ਉਡੀਕਣ ਵਾਲਾ ਮੇਲ ਪ੍ਰੋਸਟੀਟਿਊਟ? ਤੇ ਉਹ ਭੁੱਬਾ ਮਾਰ-ਮਾਰ ਰੋਣ ਲੱਗ ਪਿਆ। ਉਸ ਪਲ ਸੁਹੇਲ ਨੇ ਬਸ ਇੰਨਾ ਕੋਈ ਸੋਚਿਆ ਕਿ ਵਗਦੀ ਹੋਈ ਪੌਣ ਨੇ ਸ਼ਰਾਬ ਦਾ ਨਸ਼ਾ ਕੁਝ ਜ਼ਿਆਦਾ ਕਰ ਦਿੱਤਾ ਸੀ। ਅੰਗ 6। ਸੁਸ਼ਾਂਤ ਬਾਸੂ ਹੁਣ ਤੱਕ ਆਪਣੇ ਸਾਰੇ ਨਿਰਮਾਤਾਵਾਂ ਤੇ ਨਿਰਦੇਸ਼ਕਾਂ ਨੂੰ ਮਿਲ ਚੁੱਕਿਆ ਸੀ। ਇੱਕ ਦਿਨ ਉਹਦੇ ਮਨ 'ਚ ਆਈ ਕਿ ਆਪਣੇ ਚਹੇਤੇ ਸਿਲਵਰ ਜੁਬਲੀ ਫਿਲਮਾਂ ਦੇ ਲੇਖਕ ਅਸ਼ਰਫ ਅਜ਼ੀਮ ਨੂੰ ਮਿਲੇ। ਫਿਲਮ ਨਗਰੀ ਦੇ ਲੇਖਕਾਂ ਨੂੰ ਕਦੀ ਕੋਈ ਸਟਰਗਲਰ ਮਿਲਣ ਨਹੀਂ ਸੀ ਜਾਂਦਾ। ਉਹ ਕਿਸੇ ਫਿਲਮਾਂ ਵਿੱਚ ਕੰਮ ਦਿਵਾਉਣ ਜੋਗੇ ਨਹੀਂ ਸਨ। ਕਿਸੇ ਲੇਖਕ ਨੂੰ ਤਾਂ ਹਰਗਿਜ਼ ਨਹੀਂ। ਨਵੇਂ ਲੇਖਕ ਦੀ ਸਿਫਾਰਿਸ਼ ਦਾ ਅਰਥ ਸੀ ਆਪਣੇ ਢਿੱਡ ਉੱਤੇ ਖੁਦ ਲੱਤ ਮਾਰਨੀ। ਸੁਸ਼ਾਂਤ ਫਿਰ ਵੀ ਅਸ਼ਰਫ ਅਜ਼ੀਮ ਨੂੰ ਮਿਲਣਾ ਚਾਹੁੰਦਾ ਸੀ। ਉਹਦਾ ਆਸ਼ੀਰਵਾਦ ਸੁਸ਼ਾਂਤ ਬਾਸੂ ਦੀ ਪ੍ਰੇਰਨਾ ਹੋ ਸਕਦਾ ਸੀ। ਉਹਨੇ ਮੋਢੇ ਨਾਲ ਝੋਲਾ ਲਟਕਾਇਆ ਤੇ ਘਰੋਂ ਨਿਕਲ ਤੁਰਿਆ। ਜੂਹੂ ਸੂਰਜ ਨਾਂ ਦੀ ਇਮਾਰਤ ਵਿੱਚ ਅਸ਼ਰਫ ਅਜ਼ੀਮ ਦਾ ਅਪਾਰਟਮੈਂਟ ਸੀ। ਹੋਰ ਲੇਖਕਾਂ ਵਾਂਗ ਉਹ ਵੀ ਘਰ ਬਹਿ ਕੇ ਹੀ ਲਿਖਦਾ ਸੀ। ਜਦੋਂ ਕੋਈ ਨਿਰਮਾਤਾ ਉਹਦੇ ਕੋਲੋਂ ਉਚੇਚੇ ਤੌਰ ਉੱਤੇ ਫਿਲਮ ਲਿਖਵਾਉਂਦਾ ਸੀ ਤਾਂ ਉਦੋਂ ਇੰਤਹਾ ਦੀ ਇਕਾਗਰਤਾ ਲਈ ਨਿਰਮਾਤਾ ਦੇ ਖਰਚੇ ਉੱਤੇ ਕਿਸੇ ਚੰਗੇ ਹੋਟਲ 'ਚ ਕਿਆਮ ਕਰਦਾ ਸੀ ਤੇ 1-2 ਮਹੀਨੇ ਉੱਥੇ ਰਹਿ ਕੇ ਸਕ੍ਰਿਪਟ ਪੂਰੀ ਕਰਦਾ ਸੀ। ਸੁਸ਼ਾਂਤ ਬਾਸੂ ਦੀ ਕਿਸਮਤ ਚੰਗੀ ਸੀ ਕਿ ਉਹ ਕਿਧਰੇ ਬਾਹਰ ਨਹੀਂ ਸੀ ਗਿਆ ਹੋਇਆ। ਉਹ ਸੁਸ਼ਾਂਤ ਬਾਸੂ ਨੂੰ ਬੜੇ ਪਿਆਰ ਨਾਲ ਮਿਲਿਆ। ਉਹਨੇ ਉਚੇਚੀ ਚਾਹ ਮੰਗਵਾਈ ਤੇ ਚਾਹ ਦੀਆਂ ਘੁੱਟਾਂ ਭਰਦਿਆਂ ਸੁਸ਼ਾਂਤ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲਈ। ਚਾਹ ਮੁੱਕੀ ਤਾਂ ਉਹਨੇ ਸੁਸ਼ਾਂਤ ਨੂੰ ਕੋਈ ਕਹਾਣੀ ਸੁਣਾਉਣ ਲਈ ਆਖਿਆ। ਇਹ ਸੁਸ਼ਾਂਤ ਬਾਸੂ ਲਈ ਮਾਣ ਵਾਲੀ ਗੱਲ ਸੀ ਕਿ ਫਿਲਮਾਂ ਦਾ ਨਾਮਵਰ ਲੇਖਕ ਉਹਨੂੰ ਕਹਾਣੀ ਸੁਣਾਉਣ ਲਈ ਕਹਿ ਰਿਹਾ ਸੀ। ਉਹਨੂੰ ਆਪਣਾ ਕੀਮਤੀ ਵਕਤ ਦੇ ਰਿਹਾ ਸੀ। ਸੁਸ਼ਾਂਤ ਨੇ ਝੋਲੇ 'ਚੋਂ ਕਾਗਜ਼ ਕੱਢੇ ਤੇ ਕਹਾਣੀ ਸੁਣਾਉਣ ਲੱਗ ਪਿਆ। ਕਹਾਣੀ ਮੁੱਕੀ ਤਾਂ ਅਸ਼ਰਫ ਅਜ਼ੀਮ ਦੀ ਚੁੱਪ ਕੁਝ ਵਧੇਰੇ ਲੰਮੀ ਹੋ ਗਈ। ਸੋਚਣ ਦੀ ਮੁਦਰਾ 'ਚ ਉਹਨੇ ਅੱਖਾਂ ਮੀਟ ਲਈਆਂ ਤੇ ਫਿਰ ਖੰਘੂਰਾ ਮਾਰ ਕੇ ਗਲਾ ਸਾਫ਼ ਕੀਤਾ। ਅੱਖਾਂ ਖੋਲ੍ਹੀਆਂ ਤੇ ਪੁੱਛਿਆ, ਇਸ ਕਹਾਣੀ ਦਾ ਆਈਡੀਆ ਤੂੰ ਕਿੱਥੋਂ ਲਿਆ? ਸਰ, ਇਸ ਕਹਾਣੀ ਦੀ ਮੁੱਖ ਘਟਨਾ ਮੇਰੇ ਸ਼ਹਿਰ 'ਚ ਵਾਪਰੀ ਸੀ। ਫਿਰ ਮੈਂ ਕੁਝ ਹੋਰ ਗੱਲਾਂ ਨਾਲ ਜੋੜ ਲਈਆਂ ਤੇ ਪੂਰੀ ਕਹਾਣੀ ਬਣਾ ਲਈ। ਇਹ ਕਹਾਣੀ ਕਿਧਰੇ ਛਪੀ ਵੀ ਹੈ? ਨਹੀਂ ਸਰ, ਸਭ ਤੋਂ ਪਹਿਲਾਂ ਤਾਂ ਇਹ ਕਹਾਣੀ ਮੈਂ ਤੁਹਾਨੂੰ ਹੀ ਸੁਣਾਈ ਹੈ। ਅਸ਼ਰਫ ਅਜ਼ੀਮ ਦੇ ਚਿਹਰੇ ਉੱਤੇ ਮੁਸਕਰਾਹਟ ਫੈਲ ਗਈ। ਇੱਕ ਦਿਨ ਤੂੰ ਜ਼ਰੂਰ ਚੰਗੀਆਂ ਫਿਲਮਾਂ ਲਿਖੇਂਗਾ, ਮੈਨੂੰ ਪੂਰਾ ਯਕੀਨ ਹੈ। ਪਰ ਤੂੰ ਹਾਲੇ ਹੋਰ ਮਿਹਨਤ ਕਰ। ਫਿਲਮ ਲਿਖਣ ਲਈ ਬੜਾ ਕੁਝ ਹੋਰ ਵੀ ਚਾਹੀਦਾ ਹੁੰਦਾ ਹੈ। ਜੀ ਸਰ। ਸੁਸ਼ਾਂਤ ਬਾਸੂ ਨੇ ਪਹਿਲਾਂ ਹੀ ਅਸ਼ਰਫ ਅਜ਼ੀਮ ਦਾ ਬਹੁਤ ਵਕਤ ਲੈ ਲਿਆ ਸੀ। ਉਹ ਜਾਣ ਲਈ ਉੱਠ ਕੇ ਖਲੋ ਗਿਆ। ਸੁਸ਼ਾਂਤ ਬਾਸੂ ਉੱਥੋਂ ਤੁਰ ਆਇਆ ਸੀ। ਉਹਦੇ ਚਿੱਤ ਖਿਆਲ ਵੀ ਨਹੀਂ ਸੀ ਕਿ ਸੁਣਾਈ ਹੋਈ ਕਹਾਣੀ ਹਮੇਸ਼ਾ ਲਈ ਉੱਥੇ ਹੀ ਰਹਿ ਗਈ ਸੀ। ਅਸ਼ਰਫ ਅਜ਼ੀਮ ਨੇ ਉਹਦੀ ਕਹਾਣੀ 'ਚ ਕਈ ਫਿਲਮੀ ਮਸਾਲੇ ਪਾਏ ਸਨ।
ਬੰਗਾਲ ਦੀ ਪਿੱਠ ਭੂਮੀ ਬਦਲ ਕੇ ਸਵਿਟਜ਼ਰਲੈਂਡ ਕਰ ਦਿੱਤੀ ਸੀ। ਇੱਕ ਰੇਪ ਤੇ ਕੁਝ ਮੁਜਰਮ ਪਾਤਰ ਕਹਾਣੀ ਦਾ ਹਿੱਸਾ ਹੋ ਗਏ ਸਨ। ਉਹਨਾਂ ਮੁਜਰਮ ਪਾਤਰਾਂ ਕਾਰਨ ਬੜਾ ਕੁਝ ਹੋਰ ਵੀ ਕਹਾਣੀ 'ਚ ਸ਼ਾਮਲ ਹੋ ਗਿਆ ਸੀ। ਅਸ਼ਰਫ ਅਜ਼ੀਮ ਨਾਲ ਹੋਈ ਮੁਲਾਕਾਤ ਦੇ ਕਈ ਮਹੀਨੇ ਪਿੱਛੋਂ ਸੁਸ਼ਾਂਤ ਬਾਸੂ ਨੇ ਇੱਕ ਫਿਲਮੀ ਰਸਾਲੇ ਵਿੱਚੋਂ ਬਣ ਰਹੀ ਇੱਕ ਫਿਲਮ ਦਾ ਕਥਾਸਾਰ ਪੜ੍ਹਿਆ। ਇਹ ਉਹੀ ਕਹਾਣੀ ਸੀ ਜਿਹੜੀ ਉਹਨੇ ਅਸ਼ਰਫ ਅਜ਼ੀਮ ਨੂੰ ਸੁਣਾਈ ਸੀ। ਉਹ ਗੁੱਸੇ ਨਾਲ ਭਖਿਆ ਹੋਇਆ ਅਸ਼ਰਫ ਅਜ਼ੀਮ ਨੂੰ ਮਿਲਣ ਤੁਰ ਪਿਆ। ਕਾਲ ਬੈਲ ਦੇ ਜਵਾਬ 'ਚ ਕੰਮ ਕਰਨ ਵਾਲੀ ਬਾਈ ਨੇ ਬੂਹਾ ਖੋਲ੍ਹਿਆ। ਸੁਸ਼ਾਂਤ ਬਾਸੂ ਪਹਿਲਾਂ ਭਾਵੇਂ ਇੱਕ ਵਾਰੀ ਉੱਥੇ ਗਿਆ ਸੀ, ਪਰ ਬਾਈ ਦੇ ਚੇਤੇ 'ਚ ਉਹਦਾ ਚਿਹਰਾ ਟਿਕਿਆ ਰਹਿ ਗਿਆ ਸੀ। ਉਹਨੇ ਸੁਸ਼ਾਂਤ ਨੂੰ ਅੰਦਰ ਬਿਠਾਇਆ, ਪਾਣੀ ਪਿਲਾਇਆ ਤੇ ਸੁਸ਼ਾਂਤ ਦੇ ਆਉਣ ਬਾਰੇ ਅਸ਼ਰਫ ਅਜ਼ੀਮ ਨੂੰ ਦੱਸਣ ਅੰਦਰ ਚਲੀ ਗਈ। ਅਸ਼ਰਫ ਅਜ਼ੀਮ ਮੁਸਕਰਾਉਂਦਾ ਹੋਇਆ ਬੈਠਕ 'ਚ ਦਾਖਲ ਹੋਇਆ। ਸੁਸ਼ਾਂਤ ਬਾਸੂ ਪਹਿਲਾਂ ਵਾਂਗ ਉੱਠ ਕੇ ਉਹਦੇ ਪੈਰਾਂ ਵੱਲ ਨਹੀਂ ਝੁਕਿਆ। ਉਂਝ ਹੀ ਸੋਫੇ ਤੇ ਬੈਠਾ ਰਿਹਾ। ਉਹਦੇ ਅੰਦਰਲਾ ਤਿਰਸਕਾਰ ਪਲ ਛਿਨ 'ਚ ਅਸ਼ਰਫ ਅਜ਼ੀਮ ਤੱਕ ਪਹੁੰਚ ਗਿਆ। ਸੁਸ਼ਾਂਤ ਬਾਸੂ ਦੀ ਨਜ਼ਰ ਦੀ ਲਾਹਨਤ ਨੂੰ ਅੱਖੋਂ ਪਰੋਖਾ ਕਰਕੇ ਅਸ਼ਰਫ ਅਜ਼ੀਮ ਮੁਸਕਰਾਇਆ। ਹਿਫਾਜ਼ਤ ਦੇ ਕਿਲੇ 'ਚ ਵੜਨ ਦਾ ਉਹਨੇ ਪੁਰਾਣਾ ਹਰਬਾ ਵਰਤਿਆ। ਬਈ ਸੁਸ਼ਾਂਤ, ਮੁਬਾਰਕ ਮੀਆਂ, ਤੇਰੀ ਕਹਾਣੀ ਤੇ ਫਿਲਮ ਬਣ ਰਹੀ ਹੈ। ਤਪੀ ਹੋਈ ਧਰਤੀ ਉੱਤੇ ਕਿਣਮਿਣ ਹੋ ਗਈ। ਉਹਨੂੰ ਆਪਣਾ ਗੁੱਸਾ ਭੁੱਲ ਗਿਆ। ਗੱਲ ਉੱਤੇ ਯਕੀਨ ਦੀ ਮੋਹਰ ਲਾਉਣ ਲਈ ਉਸ ਪੁੱਛਿਆ, ਫਿਲਮ ਮੇਰੀ ਕਹਾਣੀ ਤੇ ਬਣ ਰਹੀ ਹੈ? ਹਾਂ, ਤੇਰੀ ਕਹਾਣੀ ਤੇ। ਕਾਦਰ ਸਾਹਿਬ ਬਣਾ ਰਹੇ ਨੇ ਫਿਲਮ। ਤੂੰ ਤਾਂ ਆਪਣਾ ਸਿਰਨਾਮਾ ਵੀ ਛੱਡ ਕੇ ਨਹੀਂ ਗਿਆ। ਤੈਨੂੰ ਲੱਭਣ ਲਈ ਮੈਂ ਕਿਹਨੂੰ ਨਹੀਂ ਆਖਿਆ। ਸ਼ੁਕਰ ਹੈ ਤੂੰ ਆਪ ਹੀ ਪਹੁੰਚ ਗਿਆ। ਉਹ ਇੱਕ ਛਿਣ ਲਈ ਚੁੱਪ ਕੀਤਾ ਤੇ ਫਿਰ ਕੁਝ ਅਗਾਂਹ ਹੋ ਕੇ ਸੁਸ਼ਾਂਤ ਬਾਸੂ ਦੇ ਹੱਥ ਉੱਤੇ ਹੱਥ ਰੱਖ ਦਿੱਤਾ। ਪਹਿਲਾਂ ਇਹ ਦੱਸ, ਚਾਹ ਪੀਏਂਗਾ ਕਿ ਠੰਡਾ? ਨਹੀਂ ਸਰ, ਕੁਝ ਨਹੀਂ ਸਰ। ਉਹਦੀ ਜ਼ੁਬਾਨ ਥਥਲਾਈ। ਕੁਝ ਤਾਂ ਪੀਣਾ ਹੀ ਪਊ। ਉਹ ਜ਼ੋਰ ਦੇ ਕੇ ਆਖਿਆ ਤੇ ਫਿਰ ਉੱਚੀ ਆਵਾਜ਼ 'ਚ ਬਾਈ ਨੂੰ ਹੁਕਮ ਲੱਗ ਗਿਆ, ਬਾਈ ਕਾਂਤਾ, ਚਾਹ ਬਣਾ ਕੇ ਲਿਆ। ਪਰ ਉਸ ਤੋਂ ਪਹਿਲਾਂ ਮੂੰਹ ਮਿੱਠਾ ਜ਼ਰੂਰ ਕਰਾਵੀਂ। ਤੈਨੂੰ ਪਤਾ ਸਾਡੇ ਸੁਸ਼ਾਂਤ ਦੀ ਕਹਾਣੀ ਤੇ ਫਿਲਮ ਬਣ ਰਹੀ ਹੈ। ਸਰ, ਮੈਂ ਤਾਂ ਫਿਲਮ ਲੋਕ ਵਿੱਚ ਕੁਝ ਹੋਰ ਹੀ ਪੜ੍ਹਿਆ ਸੀ। ਉਸ ਝਿਜਕਦਿਆਂ ਪੁੱਛਿਆ। ਇਹ ਪੱਤਰਕਾਰ ਲੋਕ ਵੀ ਜੋ ਮਨ ਆਵੇ ਲਿਖ ਦਿੰਦੇ ਨੇ। ਬੰਦਾ ਕਿਹਦੇ ਨਾਲ ਲੜੇ। ਪ੍ਰੈਸ ਕਾਨਫਰੰਸ 'ਚ ਮੈਂ ਸਾਫ਼ ਦੱਸਿਆ ਸੀ ਕਿ ਕਹਾਣੀ ਸੁਸ਼ਾਂਤ ਬਾਸੂ ਦੀ ਹੈ। ਪਰ ਇਹ ਪੱਤਰਕਾਰ? ਅਸ਼ਰਫ ਅਜ਼ੀਮ ਨੇ ਗੱਲ ਅਧੂਰੀ ਰਹਿਣ ਦਿੱਤੀ ਤੇ ਫਿਰ ਜੇਬ 'ਚੋਂ ਕੁਝ ਰੁਪਏ ਕੱਢ ਕੇ ਸੁਸ਼ਾਂਤ ਦੀ ਜੇਬ 'ਚ ਪਾ ਦਿੱਤੇ। ਲੈ ਤੂੰ ਫਿਲਹਾਲ ਕੁਝ ਰੁਪਏ ਰੱਖ, ਸਮਝ ਲੈ ਕਿ ਇਹ ਤੇਰੀ ਸ਼ੁਰੂਆਤ ਹੈ। ਸੁਸ਼ਾਂਤ ਬਾਸੂ ਨੇ ਚੋਰ ਨਜ਼ਰੇ ਵੇਖ ਲਿਆ ਸੀ ਕਿ ਉਹ ਸਾਰੇ ਨੋਟ 100-100 ਦੇ ਸਨ। ਉਹਨੂੰ ਰੁਪਈਆਂ ਦੀ ਲੋੜ ਸੀ। ਪਿਛਲੇ 2 ਮਹੀਨਿਆਂ ਤੋਂ ਬਾਊ ਪ੍ਰਕਾਸ਼ ਆਨੰਦ ਨੂੰ ਕਿਰਾਇਆ ਵੀ ਨਹੀਂ ਸੀ ਦੇ ਸਕਿਆ। ਉਹਦਾ ਸਾਰਾ ਗੁੱਸਾ ਗਿਲਾ ਕਫੂਰ ਹੋ ਗਿਆ। ਕੀ ਮੇਰਾ ਨਾਮ ਪਰਦੇ ਤੇ ਆਏਗਾ? ਇਹ ਸਵਾਲ ਉਹਨੂੰ ਪਰੇਸ਼ਾਨ ਕਰ ਰਿਹਾ ਸੀ। ਉਸ ਪੁੱਛ ਹੀ ਲਿਆ, ਵੇਖ ਸੁਸ਼ਾਂਤ, ਤੂੰ ਮੇਰਾ ਅਜ਼ੀਜ਼ ਹੈ। ਮੈਂ ਚਾਹੁੰਦਾ ਕਿ ਤੂੰ ਇੱਕ ਲੇਖਕ ਵਜੋਂ ਫਿਲਮਾਂ 'ਚ ਕਾਮਯਾਬ ਹੋਵੇ। ਇਸ ਕੰਮ 'ਚ ਮੈਂ ਤੇਰੀ ਮਦਦ ਵੀ ਕਰਨਾ ਚਾਹੁੰਦਾ। ਮੈਂ ਤੈਨੂੰ ਸਾਰੀਆਂ ਗੱਲਾਂ ਸਾਫ਼-ਸਾਫ਼ ਦੱਸਦਾ, ਅਸ਼ਰਫ ਅਜ਼ੀਮ ਨੇ ਧੀਰਜ ਨਾਲ ਸਮਝਾਇਆ। ਸ਼ਾਇਦ ਤੈਨੂੰ ਪਤਾ ਨਹੀਂ, ਜਦੋਂ ਵੀ ਕੋਈ ਫਿਲਮ ਬਣਦੀ ਹੈ ਤਾਂ ਉਸ ਵਿੱਚ ਸ਼ਾਮਲ ਵੱਡੇ ਨਾਵਾਂ ਦੀ ਫਹਿਰਿਸਤ ਫਿਲਮ ਦੇ ਡਿਸਟਰੀਬਿਊਟਰ ਨਾਲ ਡਿਸਕਸ ਹੁੰਦੀ ਹੈ। ਉਹਨਾਂ ਨਾਵਾਂ ਦੇ ਆਧਾਰ ਉੱਤੇ ਹੀ ਫਿਲਮ ਦਾ ਹਰ ਖੇਤਰ ਲਈ ਮੁੱਲ ਪੈਂਦਾ ਹੈ। ਜੇ ਫਿਲਮ ਦੇ ਲੇਖਕ ਵਜੋਂ ਤੇਰਾ ਨਾਂ ਲਿਖ ਦਿੱਤਾ ਜਾਏ ਤਾਂ ਫਿਲਮ ਦਾ ਮੁੱਲ ਘੱਟ ਜਾਂਦਾ ਹੈ ਤੇ ਫਿਲਮ ਨਿਰਮਾਤਾ ਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਜਾਂਦਾ ਹੈ। ਤੂੰ ਆਪ ਹੀ ਦੱਸ, ਕਿਹੜਾ ਨਿਰਮਾਤਾ ਇਸ ਤਰ੍ਹਾਂ ਕਰਨਾ ਚਾਹੂ? ਤਾਂ ਕਿ ਮੈਂ ਕਾਦਰ ਸਾਹਿਬ ਨੂੰ ਕਹਾਂਗਾ ਕਿ ਤੇਰਾ ਨਾਂ ਮੇਰੇ ਅਸਿਸਟੈਂਟ ਵਜੋਂ ਸਕਰੀਨ ਉੱਤੇ ਆਵੇ। ਸ਼ੁਰੂ ਵਿੱਚ ਇਹੀ ਠੀਕ ਰਹੂ। ਇੱਥੇ ਨਵੇਂ ਲੇਖਕ ਦੇ ਗੀਤ ਵੀ ਸ਼ੁਰੂ 'ਚ ਉਸ ਮਸ਼ਹੂਰ ਲੇਖਕ ਦੇ ਨਾਂ ਹੇਠ ਹੀ ਫਿਲਮਾਏ ਜਾਂਦੇ ਹਨ ਜਿਹਦਾ ਨਾਂ ਵਿਕਦਾ ਹੋਵੇ। ਅਸ਼ਰਫ ਅਜ਼ੀਮ ਪਤਾ ਨਹੀਂ ਕੀ ਬੋਲਦਾ ਰਿਹਾ, ਕੀ ਸਮਝਾਉਂਦਾ ਰਿਹਾ ਸੀ। ਉਹਨੇ ਬਹੁਤ ਸਾਰੀ ਧੁੰਦ ਸਿਰਜ ਦਿੱਤੀ ਸੀ। ਸੁਸ਼ਾਂਤ ਬਾਸੂ ਉਸ ਧੁੰਦ 'ਚ ਘਿਰ ਗਿਆ ਸੀ। ਅੰਗ 7। ਸੈਲੂਲਾਈਟ ਦਾ ਅਜਗਰ ਇੱਕ ਕਰਕੇ ਜਵਾਨੀਆਂ ਨੂੰ ਨਿਗਲ ਰਿਹਾ ਸੀ। ਬਾਂਦਰਾਂ ਵਾਲੇ ਕਬਾੜਖਾਨੇ ਸਿਰਫ ਦੇ ਉਹ 3 ਜਣੇ ਹੀ ਉਸ ਅਜਗਰ ਦਾ ਖਾਜਾ ਨਹੀਂ ਸਨ। ਹਰ ਕੋਈ ਉਹਦਾ ਭੋਜਨ ਬਣਨ ਲਈ ਤਰਲੋ ਮੱਛੀ ਹੋ ਰਿਹਾ ਸੀ। ਉਹਨਾਂ 3 ਜਣਿਆਂ ਤੋਂ ਪਹਿਲਾਂ ਵੀ ਹਜ਼ਾਰਾਂ ਲੱਖਾਂ ਲੋਕ ਮੁੰਬਈ ਸ਼ਹਿਰ 'ਚ ਆਏ ਸਨ ਤੇ ਸੁਪਨਿਆਂ ਦੀ ਉਸ ਦਲਦਲ 'ਚ ਹਮੇਸ਼ਾ ਲਈ ਗੁਆਚ ਗਏ ਸਨ। ਉਸ ਦਲਦਲ ਵਿੱਚੋਂ ਉਹਨਾਂ ਦੇ ਪਿੰਜਰ ਵੀ ਨਹੀਂ ਸਨ ਮਿਲ ਸਕੇ। ਉਹਨਾਂ 3 ਜਣਿਆਂ ਤੋਂ ਪਿੱਛੋਂ ਵੀ ਹਜ਼ਾਰਾਂ ਲੱਖਾਂ ਆਉਣਗੇ ਤੇ ਉਸ ਦਲਦਲ 'ਚ ਗੁਆਚ ਜਾਣਗੇ। ਕੁਝ ਉਸ ਦਲਦਲ 'ਚ ਦਿਸਦੇ ਰਹਿਣਗੇ, ਉਹ ਡੁੱਬਣਗੇ ਨਹੀਂ। ਉਹ ਟਿਮਟਿਮਾਉਂਦੇ, ਉਹ ਚਮਕ ਰਹੇ ਹੋਣਗੇ। ਉਹ ਟਿਮਟਿਮਾਉਣਗੇ, ਉਹ ਚਮਕ ਰਹੇ ਹੋਣਗੇ। ਉਸ ਚਮਕ ਵਿੱਚ ਡੁੱਬ ਗਿਆਂ ਬਾਰੇ ਕਦੀ ਕਿਸੇ ਨੂੰ ਕੁਝ ਯਾਦ ਨਹੀਂ ਆਉਣਾ। ਆਪਣੇ ਬੇਲੀਆਂ ਵਾਂਗ ਸੁਸ਼ਾਂਤ ਬਾਸੂ ਵੀ ਤੈਰਨ ਲਈ ਹੱਥ ਪੈਰ ਮਾਰ ਰਿਹਾ ਸੀ। ਬਹੁਤ ਸਾਲਾਂ ਤੋਂ ਇਸ ਮਾਇਆ ਨਗਰੀ 'ਚ ਸੀ। ਉਹਨੇ ਇਸ ਸ਼ਹਿਰ ਦੇ ਸੁਭਾਅ ਨੂੰ ਜਾਣ ਲਿਆ ਸੀ। ਉਹ ਆਪਣੀ ਲੜਾਈ ਲੜ ਰਿਹਾ ਸੀ।
ਉਸ ਲੜਾਈ ਲਈ ਉਹਦੇ ਕੋਲ ਕਮਾਈ ਦਾ ਕੋਈ ਜ਼ਰੀਆ ਚਾਹੀਦਾ ਸੀ। ਉਹ ਜ਼ਰੀਆ ਫਿਲਮ ਦੇ ਲੇਖਕ ਅਸ਼ਰਫ ਅਜ਼ੀਮ ਨੇ ਉਹਨੂੰ ਦਿੱਤਾ ਸੀ। ਅਸ਼ਰਫ ਅਜ਼ੀਮ ਦੀ ਸੁਸ਼ਾਂਤ ਬਾਸੂ ਦੀਆਂ ਕਹਾਣੀਆਂ 'ਚ ਦਿਲਚਸਪੀ ਸੀ। ਸੁਸ਼ਾਂਤ ਬਾਸੂ ਦੀ ਕਹਾਣੀ ਉੱਤੇ ਬਣ ਰਹੀ ਫਿਲਮ ਦੇ ਬਾਕਸ ਆਫਿਸ ਉੱਤੇ ਹਿੱਟ ਹੋਣ ਦੀ ਸੰਭਾਵਨਾ ਸੀ। ਉਸ ਕਹਾਣੀ ਦੀ ਫਿਲਮ ਦੇ ਨਿਰਮਾਤਾ ਕਾਦਰ ਅਜ਼ੀਜ਼ ਨੇ ਰੱਜ ਕੇ ਪ੍ਰਸ਼ੰਸਾ ਕੀਤੀ ਸੀ। ਇਹਦਾ ਲਾਭ ਸੁਸ਼ਾਂਤ ਬਾਸੂ ਨੂੰ ਇਹ ਹੋਇਆ ਸੀ ਕਿ ਉਹਦੀ ਇੱਕ ਹੋਰ ਕਹਾਣੀ ਬਰਫ਼ ਦਾ ਸੂਰਜ ਅਸ਼ਰਫ ਅਜ਼ੀਮ ਖਰੀਦਣ ਲਈ ਤਿਆਰ ਹੋ ਗਿਆ ਸੀ। ਇਹ ਸੌਦਾ 50,000 ਰੁਪਏ 'ਚ ਤੈਅ ਹੋ ਗਿਆ ਸੀ। ਇਸ ਸੌਦੇ 'ਚ ਕਹਾਣੀ, ਸਕਰੀਨ ਪਲੇ, ਡਾਇਲਾਗ ਰਾਈਟਰ ਵਜੋਂ ਅਸ਼ਰਫ ਅਜ਼ੀਮ ਦਾ ਨਾਂ ਹੀ ਹੋਣਾ ਸੀ। ਸੁਸ਼ਾਂਤ ਬਾਸੂ ਫਿਰ ਵੀ ਖੁਸ਼ ਸੀ। ਉਹਦਾ ਨਾਂ ਵੱਡੇ ਪਰਦੇ ਉੱਤੇ ਸਹਾਇਕ ਲੇਖਕ ਵਜੋਂ ਵਿਖਾਈ ਦੇਣਾ ਸੀ। ਸੁਸ਼ਾਂਤ ਬਾਸੂ ਨੂੰ ਜਾਪਿਆ ਹੁਣ ਤੱਕ ਜਿਹੜਾ ਰਾਹ ਗੁੰਮਿਆ ਹੋਇਆ ਸੀ ਉਹ ਲੱਭ ਪਿਆ ਸੀ। ਧੀਮੀ ਚੱਲ ਹੀ ਸਹੀ, ਪਰ ਉਹ ਆਪਣੀ ਮੰਜ਼ਿਲ ਵੱਲ ਤੁਰ ਪਿਆ ਸੀ। ਹੁਣ ਉਹ ਗਾਹੇ ਬਗਾਏ ਅਸ਼ਰਫ ਅਜ਼ੀਮ ਨੂੰ ਸਲਾਮ ਕਹਿਣ ਪਹੁੰਚ ਜਾਂਦਾ। ਇੱਕ ਮੁਲਾਕਾਤ ਵੇਲੇ ਅਸ਼ਰਫ ਅਜ਼ੀਮ ਨੇ ਸੁਸ਼ਾਂਤ ਬਾਸੂ ਨੂੰ ਨੌਕਰੀ ਲਈ ਟੋਇਆ। ਵੇਖ ਸੁਸ਼ਾਂਤ, ਮੈਨੂੰ ਆਪਣੇ ਲਈ ਇੱਕ ਚੀਫ ਅਸਿਸਟੈਂਟ ਦੀ ਲੋੜ ਹੈ। ਤੂੰ ਮਿਹਨਤੀ ਮੁੰਡਾ ਹੈ, ਇਹ ਕੰਮ ਸੰਭਾਲ ਲਵੇਂ ਤਾਂ ਵਧੀਆ ਰਹੂ। ਮੈਂ ਕੀ ਕਰਨਾ ਪਊ ਮੈਨੂੰ? ਤੂੰ ਸਕ੍ਰਿਪਟ ਲਿਖਣ 'ਚ ਮੇਰੀ ਸਹਾਇਤਾ ਕਰੀ। ਤੇਰੀ ਵੀ ਮੁਹਾਰਤ ਹੁੰਦੀ ਰਹੂ। ਤਨਖਾਹ ਹੋਊ ਪੂਰੇ 2,500 ਰੁਪਏ ਮਹੀਨਾ। 2,500 ਰੁਪਏ ਮਹੀਨਾ? ਸੁਸ਼ਾਂਤ ਬਾਸੂ ਸੋਚੀ ਪੈ ਗਿਆ। ਪਰ ਸਰ, ਅਸ਼ਰਫ ਅਜ਼ੀਮ ਨੇ ਉਹਦੇ ਸਾਹਮਣੇ ਸੁੱਟਿਆ ਹੋਇਆ ਚੋਗਾ ਕੁਝ ਖਿਲਾਰ ਦਿੱਤਾ। ਵੇਖ, ਇਸ ਵਿੱਚ ਸੋਚਣ ਵਾਲੀ ਕੋਈ ਗੱਲ ਨਹੀਂ। ਮੈਂ ਫਿਕਰਮੰਦ ਹਾਂ ਕਿ ਤੇਰਾ ਟੈਲੈਂਟ ਕਿਤੇ ਅਜਾਈ ਨਾ ਜਾਵੇ। ਤੂੰ ਇਸ ਤਰ੍ਹਾਂ ਕਰ, ਗਰਾਊਂਡ ਫਲੋਰ ਤੇ ਮੇਰਾ ਗਰਾਜ ਹੈ, ਤੂੰ ਉੱਥੇ ਸ਼ਿਫਟ ਕਰ ਜਾ। ਤੂੰ ਉੱਥੇ ਇਕਾਂਤ 'ਚ ਨਿੱਠ ਕੇ ਲਿਖ ਪੜ੍ਹ ਸਕਦਾ ਹੈ। ਤੂੰ ਆਪ ਹੀ ਸੋਚ, ਤੇਰਾ ਰਹਿਣ ਦਾ ਕਿਰਾਇਆ ਵੀ ਬਚੂ। ਅਸ਼ਰਫ ਅਜ਼ੀਮ ਦੀ ਕਲਪਨਾ ਉਮਰ ਦੇ ਨਾਲ ਖੁੰਢੀ ਹੋ ਗਈ ਸੀ। ਉਹਦੀ ਸਿਰਜਣਾਤਮਿਕਤਾ ਬੁੱਢੀ ਹੋ ਗਈ ਸੀ। ਉਹਨੂੰ ਖੜੇ ਹੋਣ ਲਈ ਸੁਸ਼ਾਂਤ ਬਾਸੂ ਦੀ ਕਲਮ ਦੀ ਡੰਗੋਰੀ ਚਾਹੀਦੀ ਸੀ। ਉਸ ਇੱਕ ਹੋਰ ਪੱਥਾ ਸੁੱਟਿਆ। ਸੁਸ਼ਾਂਤ, ਜਦੋਂ ਵੀ ਆਪਣੀ ਕਹਾਣੀ ਉੱਤੇ ਫਿਲਮ ਬਣੇਗੀ, ਤਨਖਾਹ ਤੋਂ ਇਲਾਵਾ ਉਹਦਾ ਮਿਹਨਤਾਨਾ ਤੈਨੂੰ ਵੱਖਰਾ ਮਿਲੇਗਾ ਤੇ ਪਰਦੇ ਉੱਤੇ ਤੇਰਾ ਨਾਮ ਵੀ ਆਏਗਾ। ਚੋਗਾ ਦਰ ਚੋਗਾ। ਮੈਂ ਚਾਹੁੰਦਾ ਤੂੰ ਫਿਲਮਾਂ ਲਈ ਗੀਤ ਵੀ ਲਿਖੇ। ਤੂੰ ਇੱਕ ਵਾਰ ਦੱਸਿਆ ਸੀ ਕਿ ਤੂੰ ਪਹਿਲਾਂ ਕਵਿਤਾ ਲਿਖਦਾ ਹੁੰਦਾ ਸੀ। ਮੈਨੂੰ ਚੇਤੇ ਹੈ ਚੰਗੀ ਤਰ੍ਹਾਂ। ਛਿਣ ਭਰ ਦੀ ਚੁੱਪ ਪਿੱਛੋਂ ਉਹ ਫਿਰ ਬੋਲਿਆ, ਅੱਜ ਕੱਲ੍ਹ ਮੈਂ ਇੱਕ ਫਿਲਮ ਲਈ ਗੀਤ ਵੀ ਲਿਖ ਰਿਹਾ। ਤੇਰੇ ਜਿੰਨੇ ਗੀਤ ਵੀ ਉਸ ਫਿਲਮ ਵਿੱਚ ਵਰਤ ਸਕਿਆ, ਉਸ ਹਰ ਗੀਤ ਦਾ ਤੈਨੂੰ 500 ਰੁਪਇਆ ਮਿਲੂ। ਸੁਸ਼ਾਂਤ ਬਾਸੂ ਨੇ ਅਸ਼ਰਫ ਅਜ਼ੀਮ ਦੀ ਪੇਸ਼ਕਸ਼ ਨੂੰ ਆਪਣੇ ਮਨ 'ਚ ਜ਼ਰਬਾਂ ਤਕਸੀਮਾਂ ਦੇ ਲਈਆਂ। ਇਸ ਪੇਸ਼ਕਸ਼ ਨੂੰ ਹੁੰਗਾਰਾ ਭਰਿਆ। ਉਹਨੇ ਸਾਰੇ ਖਰਚਿਆਂ ਦੇ ਫਿਕਰ ਤੋਂ ਮੁਕਤ ਹੋ ਜਾਣਾ ਸੀ। ਇੱਥੇ ਉਹਨੂੰ ਫਿਲਮਾਂ ਵਾਲਿਆਂ ਨੂੰ ਮਿਲਣ ਦੇ ਅਵਸਰ ਵੀ ਮਿਲਣੇ ਸਨ। ਅਸ਼ਰਫ ਅਜ਼ੀਮ ਦੇ ਗਰਾਜ ਨੂੰ ਪੜੁੱਲ ਮਿੱਥ ਕੇ ਉਹ ਕਿਸੇ ਉੱਚੀ ਥਾਂ ਛਾਲ ਮਾਰ ਸਕਦਾ ਸੀ। ਸੁਸ਼ਾਂਤ ਬਾਸੂ ਨੇ ਬਾਂਦਰਾ ਵਾਲੇ ਟਿਕਾਣੇ ਨੂੰ ਵਿਦਾ ਆਖੀ ਤੇ ਜੂਹੂ ਸੂਰਜ ਦੇ ਉਸ ਗਰਾਜ ਵੱਲ ਜਾ ਡੇਰਾ ਲਾਇਆ। ਅੰਗ 8। ਉਸ ਰਾਤ ਦੇ 2 ਪਹਿਰ ਜਾਗੋ ਮਿੱਟੀ 'ਚ ਲੰਘ ਗਏ। ਨੀਂਦ ਆਈ ਵੀ ਤਾਂ ਤੜਕਸਾਰ ਖੁੱਲ੍ਹ ਗਈ। ਸੁਹੇਲ ਕੁਝ ਬੇਚੈਨ ਜਿਹਾ ਸੀ। ਨਾਲ ਵਾਲੇ ਕਮਰੇ 'ਚ ਹਾਲੇ ਤੱਕ ਕੋਈ ਵੀ ਹਿਲਜੁਲ ਨਹੀਂ ਸੀ ਹੋਈ। ਉਹ ਘੂਕ ਸੁੱਤੇ ਹੋਏ ਸਨ। ਸੁਹੇਲ ਨੇ ਉੱਠ ਕੇ ਬੱਤੀ ਜਗਾਈ ਤੇ ਇੱਕ ਫਿਲਮੀ ਰਸਾਲਾ ਖੋਲ੍ਹ ਕੇ ਪੜ੍ਹਨ ਦਾ ਯਤਨ ਕੀਤਾ। ਉਹਨੇ ਸਫ਼ੇ ਇੱਧਰ ਉੱਧਰ ਥੱਲੇ ਤੇ ਰਸਾਲਾ ਪਰਾਂ ਰੱਖ ਦਿੱਤਾ। ਉਹ ਖੁੱਲ੍ਹੀਆਂ ਅੱਖਾਂ ਨਾਲ ਛੱਤ ਤੇ ਉਖੜੇ ਹੋਏ ਪਲਸਤਰ ਵੱਲ ਵੇਖਣ ਲੱਗ ਪਿਆ। ਉਦੋਂ ਉਹਨੂੰ ਆਪਣਾ ਚਿੱਤਰਕਾਰ ਹੋਣਾ ਯਾਦ ਆਇਆ। ਬਹੁਤ ਵਰ੍ਹੇ ਪਹਿਲਾਂ ਉਹਦੇ ਕੋਲ ਚਿੱਤਰਕਾਰ ਵਾਲੀ ਨਜ਼ਰ ਹੁੰਦੀ ਸੀ। ਉਹ ਘਰ ਦੀਆਂ ਕੱਚੀਆਂ ਕੰਧਾਂ ਦੇ ਉਖੜੇ ਹੋਏ ਲਿਆਂ ਵਿੱਚੋਂ ਕਈ ਚਿਹਰੇ ਲੱਭ ਲੈਂਦਾ ਸੀ। ਹੁਣ ਉਹ ਦਿਨ ਪਿੱਛੇ ਰਹਿ ਗਏ ਸਨ। ਉਖੜੇ ਹੋਏ ਪਲਸਤਰ 'ਚ ਕਿਧਰੇ ਵੀ ਕੋਈ ਚਿਹਰਾ ਨਹੀਂ ਸੀ। ਬਸ ਉਹਨੂੰ ਇੱਕ ਡਰ ਜਿਹਾ ਲੱਗਾ ਰਹਿੰਦਾ ਸੀ ਕਿ ਕਿਸੇ ਦਿਨ ਉਚੜਿਆ ਹੋਇਆ ਪਲਸਤਰ ਉਹਦੇ ਉੱਤੇ ਨਾ ਡਿੱਗ ਪਵੇ। ਸੁਸ਼ਾਂਤ ਬਾਸੂ ਨਾਲ ਉਸ ਕਮਰੇ 'ਚ ਬੜੀ ਰੌਣਕ ਹੁੰਦੀ ਸੀ। ਸੁਸ਼ਾਂਤ ਬਾਸੂ ਦੇ ਜਾਣ ਪਿੱਛੋਂ ਕਮਰਾ ਬੜਾ ਸੁੰਨਾ ਸੀ। ਪਿਛਲੀ ਰਾਤ ਦੇਵਨੀਤ ਵੀ ਕਮਰੇ 'ਚ ਵਾਪਸ ਨਹੀਂ ਸੀ ਆਇਆ। ਫਿਲਮਾਂ ਵਿੱਚ ਆਪਣੇ ਲਈ ਥਾਂ ਢੂੰਡਦਾ ਦੇਵਨੀਤ ਬੁੱਢੀ ਐਕਟਰਸ ਦੀ ਪਟਾਰੀ 'ਚ ਬੰਦ ਹੋ ਗਿਆ ਸੀ। ਆਸ਼ਾ ਪਵਾਰ ਜਦੋਂ ਵੀ ਚਾਹੁੰਦੀ ਸੀ ਆਪਣੇ ਨਾਲ ਖੇਡਣ ਲਈ ਦੇਵਨੀਤ ਨੂੰ ਬੁਲਾਵਾ ਭੇਜ ਦਿੰਦੀ ਸੀ। ਦੇਵਨੀਤ ਦੇ ਹੱਥਾਂ 'ਚ ਉਸ ਬੁੱਢੀ ਅਦਾਕਾਰਾ ਦੇ ਵਾਅਦੇ ਦਾ ਛਣਕਣਾ ਸੀ। ਉਸ ਛਣਕਣੇ ਨੂੰ ਉਹ ਲਗਾਤਾਰ ਛਣਕਾਉਂਦਾ ਰਹਿੰਦਾ ਸੀ। ਛਣ ਛਣ ਛਣ। ਉਸ ਛਣ ਛਣ ਵਿੱਚੋਂ ਦੇਵਨੀਤ ਨੂੰ ਇੱਕ ਆਵਾਜ਼ ਸੁਣਦੀ ਰਹਿੰਦੀ ਸੀ, ਅਗਲੀ ਫਿਲਮ 'ਚ ਤੂੰ ਹੀਰੋ ਹੋਵੇਂਗਾ ਦੇਵ। ਤੇ ਛਣਕਣੇ ਛਣਕਾਉਂਦਾ ਦੇਵ ਹੰਢ ਰਿਹਾ ਸੀ। ਆਸ਼ਾ ਪਵਾਰ ਉਹਨੂੰ ਆਪਣੇ ਕੋਲ ਸ਼ਿਫਟ ਕਰਨ ਲਈ ਬਹੁਤ ਵਾਰ ਕਹਿ ਚੁੱਕੀ ਸੀ, ਪਰ ਦੇਵਨੀਤ ਬਾਂਦਰਾ ਰਹਿਣ ਲਈ ਬਜ਼ਿੱਦ ਸੀ। ਉਹਦੇ ਬਚੇ ਹੋਏ ਹੋਣ ਦੀ ਤਸਦੀਕ ਸੀ ਤੇ ਇਹੋ ਸੀ ਉਹਦੇ ਬਚੇ ਰਹਿਣ ਦੀ ਆਸ ਦਾ ਜੱਗੂ ਬੁਝੂ ਕਰਦਾ ਦੀਵਾ। ਸੁਸ਼ਾਂਤ ਬਾਸੂ ਤੇ ਦੇਵਨੀਤ ਨੇ ਰਸ਼ਕ ਕਰਨ ਵਾਲੀ ਕਿਸੇ ਪ੍ਰਾਪਤੀ ਵੱਲ ਪੈਰ ਨਹੀਂ ਸਨ ਪੁੱਟੇ,
ਪਰ ਉਹਨਾਂ ਦੇ ਖਲੋਤੇ ਹੋਏ ਪਾਣੀਆਂ ਵਿੱਚ ਕੋਈ ਤਾਂ ਠੀਕਰੀ ਡਿੱਗੀ ਸੀ। ਨਾਲ ਵਾਲੇ ਕਮਰੇ 'ਚੋਂ ਗੱਲਾਂ ਕਰਨ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਕੁਝ ਚਿਰ ਪਿੱਛੋਂ ਪ੍ਰਕਾਸ਼ ਆਨੰਦ ਚਾਹ ਲੈ ਕੇ ਆ ਗਿਆ। ਚਾਹ ਵਾਲਾ ਗਲਾਸ ਸੁਹੇਲ ਨੂੰ ਫੜਾ ਕੇ ਉਹ ਖਾਲੀ ਮੰਜੇ ਦੀ ਹੀਂਹ 'ਤੇ ਬੈਠ ਗਿਆ। ਹੁਣ ਤਾਂ ਦੇਵਨੀਤ ਵੀ ਮੈਨੂੰ ਬਹੁਤੀ ਦੇਰ ਟਿਕਦਾ ਨਹੀਂ ਦੀਂਦਾ। ਕਿੱਥੇ ਰਹਿੰਦਾ ਏ ਅੱਜ ਕੱਲ੍ਹ? ਕੁਝ ਪਤਾ? ਪਤਾ ਨਹੀਂ। ਤੇਰੀ ਚਾਵਲਾ ਗੈਸਟ ਹਾਊਸ ਦਾ ਗੇੜਾ ਤਾਂ ਲੱਗਦਾ ਹੀ ਰਹਿੰਦਾ ਏ। ਤੇਰਾ ਚਾਵਲਾ ਗੈਸਟ ਹਾਊਸ ਦਾ ਗੇੜਾ ਤਾਂ ਲੱਗਦਾ ਹੀ ਰਹਿੰਦਾ। ਪੰਜਾਬ ਨੈਸ਼ਨਲ ਹੋਟਲ ਵੀ ਤੂੰ ਰੋਜ਼ ਜਾਣਾ। ਕਿਸੇ ਨਾਲ ਗੱਲ ਕਰੀ, ਕਮਰੇ ਲਈ ਸੁਸ਼ਾਂਤ ਵਰਗਾ ਬੀਬਾ ਮੁੰਡਾ ਲੱਭ ਪਵੇ ਤਾਂ ਚੰਗਾ। ਹਾਂ, ਮੈਂ ਅੱਜ ਹੀ ਕਿਸੇ ਨੂੰ ਕਹੂੰ। ਕੋਈ ਨਾ ਕੋਈ ਤਾਂ ਲੱਭ ਹੀ ਪਊ। ਸੁਹੇਲ ਬਹੁਤੀ ਗੱਲ ਕਰਨ ਦੇ ਰੌਂਦ 'ਚ ਨਹੀਂ ਸੀ। ਸੰਖੇਪ ਜਿਹਾ ਜਵਾਬ ਦੇ ਕੇ ਉਹ ਚੁੱਪਚਾਪ ਚਾਹ ਦੀਆਂ ਘੁੱਟਾਂ ਭਰਦਾ ਰਿਹਾ। ਪ੍ਰਕਾਸ਼ ਆਨੰਦ ਨੇ ਕੁਝ ਚਿਰ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਤੇ ਫਿਰ ਉੱਠ ਕੇ ਚਲਾ ਗਿਆ। ਸੁਹੇਲ ਉੱਠ ਕੇ ਨਹਾਉਣ ਧੋਣ ਦੇ ਆਹਰ 'ਚ ਰੁੱਝ ਗਿਆ। ਤਿਆਰ ਹੋ ਕੇ ਉਹ ਪੰਜਾਬ ਨੈਸ਼ਨਲ ਹੋਟਲ ਤੋਂ ਹੁੰਦਾ ਹੋਇਆ ਦੀਪਤੀ ਸਟੂਡੀਓ ਪਹੁੰਚ ਗਿਆ। ਲੋਹੇ ਦੇ ਬੰਦ ਗੇਟ ਨੇੜੇ ਖਲੋਤਿਆਂ ਹਾਲੇ ਉਹਨੂੰ ਬਹੁਤੀ ਦੇਰ ਨਹੀਂ ਸੀ ਹੋਈ ਕਿ ਨਿਰਮਾਤਾ ਨਿਰਦੇਸ਼ਕ ਦੀਪਕ ਸੇਨ ਦੀ ਕਾਰ ਆ ਕੇ ਗੇਟ ਸਾਹਮਣੇ ਰੁਕ ਗਈ। ਡਰਾਈਵਰ ਨੇ ਲੰਮਾ ਹਾਰਨ ਦਿੱਤਾ। ਗੇਟ ਦੇ ਅੰਦਰ ਬਾਹਰ ਖੜਾ ਗੋਰਖਾ ਗੇਟ ਖੋਲ੍ਹਣ ਲਈ ਔਲਿਆ। ਸੁਹੇਲ ਲਈ ਇੰਨਾ ਕੁ ਵਕਤ ਬਹੁਤ ਸੀ। ਉਹ ਨੱਸ ਕੇ ਕਾਰ ਕੋਲ ਪਹੁੰਚ ਗਿਆ। ਉਹ ਅੱਗੇ ਵੱਲ ਝੁੱਕ ਕੇ ਕਾਹਲੀ ਨਾਲ ਬੋਲਿਆ, ਸਰ, ਮੇਰਾ ਨਾਂ ਸੁਹੇਲ ਹੈ। ਮੈਂ ਫਿਲਮਾਂ 'ਚ ਕੰਮ ਕਰਨਾ ਚਾਹੁੰਦਾ, ਪਰ ਕਿਸੇ ਹੋਰ ਨਾਲ ਨਹੀਂ, ਸਿਰਫ ਤੁਹਾਡੇ ਨਾਲ। ਜਵਾਬ ਵਿੱਚ ਸੁਹੇਲ ਨੇ ਦੀਪਕ ਸੇਨ ਦੇ ਬੁੱਲ੍ਹਾਂ 'ਤੇ ਨਿੰਮੀ ਜਿਹੀ ਮੁਸਕਰਾਹਟ ਵੇਖੀ। ਦੀਪਤੀ ਸਟੂਡੀਓ ਦਾ ਗੇਟ ਖੁੱਲ੍ਹਿਆ ਤੇ ਕਾਰ ਅੰਦਰ ਲੰਘ ਗਈ। ਸੁਹੇਲ ਨੇ ਸਟੂਡੀਓ ਦੇ ਅੰਦਰ ਗੁਆਚ ਰਹੀ ਕਾਰ ਵੱਲ ਵੇਖਿਆ ਤੇ ਫਿਰ ਬੰਦ ਹੋ ਰਹੇ ਗੇਟ ਵੱਲੋਂ ਮੂੰਹ ਫੇਰ ਕੇ ਲੰਮਾ ਸਾਹ ਲਿਆ। ਅਚਾਨਕ ਉਹਨੂੰ ਜਾਪਿਆ ਉਹਨੇ ਅੱਜ ਦਾ ਕੰਮ ਮੁਕਾ ਲਿਆ ਸੀ। ਅੱਜ ਦਾ ਦਿਨ ਹਾਲੇ ਸ਼ੁਰੂ ਹੋਇਆ ਸੀ। ਦਿਨ ਦੀ ਉਸ ਕਾਤਰ ਨੇ ਪਹਿਲਾਂ ਉਹਦੇ ਅੰਦਰ ਕੁਝ ਚਾਨਣ ਕੀਤਾ ਸੀ ਤੇ ਫਿਰ ਕੁਝ ਸਮਝਾਇਆ ਸੀ। ਉਹ ਉੱਥੋਂ ਵਾਪਸ ਮੁੜ ਪਿਆ। ਉਸ ਦਿਨ ਤੋਂ ਪਿੱਛੋਂ ਸੁਹੇਲ ਨੇ ਥਾਂ-ਥਾਂ ਜਾਣਾ ਬੰਦ ਕਰ ਦਿੱਤਾ। ਉਹ ਸਵੇਰੇ ਤਿਆਰ ਹੋ ਕੇ ਵੇਲੇ ਨਾਲ ਦੀਪਤੀ ਸਟੂਡੀਓ ਪਹੁੰਚ ਜਾਂਦਾ। ਜਦੋਂ ਦੀ ਨਿਰਮਾਤਾ ਨਿਰਦੇਸ਼ਕ ਦੀਪਕ ਸੇਨ ਦੀ ਕਾਰ ਆਉਂਦੀ ਤਾਂ ਸਟੂਡੀਓ ਦਾ ਬੰਦ ਗੇਟ ਖੁੱਲ੍ਹਣ ਦੀ ਉਡੀਕ 'ਚ ਰੁਕ ਜਾਂਦੀ। ਸੁਹੇਲ ਨੱਸ ਕੇ ਕਾਰ ਕੋਲ ਪਹੁੰਚ ਜਾਂਦਾ ਤੇ ਰਟੀ ਰਟਾਈ ਮੁਹਾਰਨੀ ਬੋਲ ਦਿੰਦਾ, ਸਰ, ਮੇਰਾ ਨਾਂ ਸੁਹੇਲ ਹੈ। ਮੈਂ ਫਿਲਮਾਂ 'ਚ ਕੰਮ ਕਰਨਾ ਚਾਹੁੰਦਾ, ਪਰ ਕਿਸੇ ਹੋਰ ਨਾਲ ਨਹੀਂ, ਸਿਰਫ ਤੁਹਾਡੇ ਨਾਲ। ਇਸ ਸੰਘਰਸ਼ ਦਾ ਨਵਾਂ ਤਰੀਕਾ ਸੀ ਜਿਹੜਾ ਸੁਹੇਲ ਨੂੰ ਸਹਿਜ ਭਾਈ ਲੱਭ ਪਿਆ ਸੀ। ਅੰਗ 9। ਇਹ ਸੁਹੇਲ ਦਾ ਨਿਤਨੇਮ ਸੀ। ਉਹ ਤਿਆਰ ਹੋ ਕੇ ਵੇਲੇ ਨਾਲ ਦੀਪਤੀ ਸਟੂਡੀਓ ਦੇ ਗੇਟ ਉੱਤੇ ਪਹੁੰਚ ਜਾਂਦਾ। ਉੱਥੇ ਖਲੋਤਾ ਉਹ ਨਿਰਮਾਤਾ ਨਿਰਦੇਸ਼ਕ ਦੀਪਕ ਸੇਨ ਦੇ ਆਉਣ ਦੀ ਉਡੀਕ ਕਰਦਾ। ਦੀਪਕ ਸੇਨ ਦੀ ਕਾਰ ਆਉਂਦੀ, ਗੇਟ ਅੱਗੇ ਕੁਝ ਛਿਣ ਰੁਕਦੀ। ਸੁਹੇਲ ਨੱਸ ਕੇ ਕਾਰ ਕੋਲ ਪਹੁੰਚ ਜਾਂਦਾ। ਅਗਾਂਹ ਨੂੰ ਝੁੱਕ ਕੇ ਹਲੀਮੀ ਨਾਲ ਆਖਦਾ, ਸਰ, ਮੇਰਾ ਨਾਂ ਸੁਹੇਲ ਹੈ। ਮੈਂ ਫਿਲਮਾਂ 'ਚ ਕੰਮ ਕਰਨਾ ਚਾਹੁੰਦਾ, ਪਰ ਕਿਸੇ ਹੋਰ ਨਾਲ ਨਹੀਂ, ਸਿਰਫ ਤੁਹਾਡੇ ਨਾਲ। ਤੇ ਬਸ ਸੁਹੇਲ ਦਾ ਕੰਮ ਮੁੱਕ ਜਾਂਦਾ ਤੇ ਉੱਥੋਂ ਵਾਪਸ ਚਲਿਆ ਜਾਂਦਾ। ਇਸ ਨੇਮ ਕਾਰਨ ਸੁਹੇਲ ਦੀ ਗੇਟ ਦੇ ਸੰਤਰੀਆਂ ਤੇ ਕਾਰ ਦੇ ਡਰਾਈਵਰ ਨਾਲ ਚੁੱਪ ਜਿਹੀ ਦੋਸਤੀ ਬਣ ਗਈ। ਕਾਰ ਦਾ ਡਰਾਈਵਰ ਕਈ ਵਾਰ ਜਾਂਦਾ ਜਾਂਦਾ ਹੱਥ ਹਿਲਾ ਕੇ ਦੁਆ ਸਲਾਮ ਕਰ ਦਿੰਦਾ। ਗੇਟ ਦੇ ਸੰਤਰੀ ਗੇਟ ਖੋਲ੍ਹਣ ਵੇਲੇ ਕੁਝ ਵੱਧ ਵਕਤ ਲੈ ਲੈਂਦੇ ਤਾਂ ਕਿ ਸੁਹੇਲ ਆਪਣੀ ਗੱਲ ਦੀਪਕ ਸੇਨ ਨੂੰ ਚੰਗੀ ਤਰ੍ਹਾਂ ਕਹਿ ਲਵੇ। ਸੁਹੇਲ ਨੇ ਮੀਂਹਾਂ ਹਨੇਰੀਆਂ ਵਿੱਚ ਵੀ ਕਦੀ ਨਾਗਾ ਨਹੀਂ ਸੀ ਪੈਣ ਦਿੱਤਾ। ਦੀਪਕ ਸੇਨ ਦੇ ਆਉਣ ਤੋਂ ਪਹਿਲਾਂ ਉਹ ਸਟੂਡੀਓ ਦੇ ਗੇਟ ਉੱਤੇ ਖੜਾ ਹੁੰਦਾ ਸੀ। ਇੱਕ ਦਿਨ ਸੁਹੇਲ ਰੋਜ਼ ਵਾਂਗ ਉੱਥੇ ਖੜਾ ਸੀ। ਇੱਕ ਕਾਰ ਆ ਕੇ ਗੇਟ ਅੱਗੇ ਰੁਕੀ। ਉਹ ਕਾਰ ਦੀਪਕ ਸੇਨ ਦੀ ਨਹੀਂ ਸੀ। ਸੁਹੇਲ ਨੇ ਕਾਰ ਦੀ ਪਿਛਲੀ ਸੀਟ ਉੱਤੇ ਬੈਠੀ ਐਮਰੀ ਸ਼ੇਰਗਿੱਲ ਨੂੰ ਪਛਾਣ ਲਿਆ। ਸੁਹੇਲ ਉਹਨੂੰ ਮਿਲਣ ਲਈ ਔਲਿਆ। ਇੰਨੇ ਨੂੰ ਸਟੂਡੀਓ ਦਾ ਵੱਡਾ ਗੇਟ ਖੁੱਲ੍ਹਿਆ। ਗੇਟ ਦੇ ਸੰਤਰੀਆਂ ਨੇ ਸਲੂਟ ਮਾਰੇ। ਕਾਰ ਅੰਦਰ ਸਰਕ ਗਈ। ਗੇਟ ਮੁੜ ਬੰਦ ਹੋ ਗਿਆ। ਐਮਰੀ ਸ਼ੇਰਗਿੱਲ ਨੇ ਸੁਹੇਲ ਨੂੰ ਵੇਖ ਲਿਆ ਸੀ, ਪਰ ਜਾਣ ਬੁੱਝ ਕੇ ਅਣਗੌਲਿਆਂ ਕੀਤਾ ਸੀ। ਸੁਹੇਲ ਉਸ ਛਿਣ ਅੰਦਰੋਂ ਤਿੜਕਿਆ ਸੀ ਤੇ ਫਿਰ ਉਹ ਤਰੇੜਾਂ ਪੀੜ ਹੋ ਗਈਆਂ ਸਨ। ਸ਼ਾਇਦ ਉਹ ਐਮਰੀ ਸ਼ੇਰਗਿੱਲ ਹੋਵੇ ਹੀ ਨਾ। ਉਹ ਆਪਣੇ ਆਪ ਨੂੰ ਧਰਵਾਸ ਦਿੱਤੀ। ਗੇਟ ਦੇ ਇੱਕ ਸੰਤਰੀ ਨੇ ਸੁਹੇਲ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਤੇ ਦੱਸਿਆ, ਸੇਠ ਹਫ਼ਤੇ ਲਈ ਊਟੀ ਗਿਆ ਹੋਇਆ, ਆਊਟਡੋਰ ਸ਼ੂਟਿੰਗ ਲਈ, ਤੇ ਇੱਥੇ ਨਾਸਿਰ ਹੁਸੈਨ ਸਾਹਿਬ ਦੀ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਗੋਰਖੇ ਦੀ ਇਸ ਸੂਚਨਾ ਤੋਂ ਪਿੱਛੋਂ ਸੁਹੇਲ ਇੱਕ ਹਫ਼ਤੇ ਲਈ ਵਿਹਲਾ ਹੋ ਗਿਆ। ਦਰਅਸਲ ਜਦੋਂ ਤੋਂ ਉਹਨੇ ਸੰਘਰਸ਼ ਦਾ ਨਵਾਂ ਤਰੀਕਾ ਲੱਭਿਆ ਸੀ, ਉਦੋਂ ਤੋਂ ਵਿਹਲਾ ਹੀ ਸੀ। ਉਹ ਕੰਮ ਭੁਗਤਾ ਕੇ ਵਾਪਸ ਬਾਂਦਰਾ ਪਹੁੰਚ ਜਾਂਦਾ ਸੀ। ਕਈ ਵਾਰ ਇਸ ਤਰ੍ਹਾਂ ਵੀ ਹੋਇਆ ਸੀ ਕਿ ਰੀਵਾ ਕਮਰੇ 'ਚ ਇਕੱਲੀ ਹੁੰਦੀ ਸੀ। ਪ੍ਰਕਾਸ਼ ਆਨੰਦ ਤੇ ਮਾਧਵੀ ਬੀੜੀਆਂ ਜਮ੍ਹਾਂ ਕਰਵਾਉਣ ਗਏ ਹੁੰਦੇ ਸਨ। ਉਦੋਂ ਵਿਹਲਾ ਦਿਨ ਨਿੱਕਾ ਹੋ ਜਾਂਦਾ ਸੀ ਤੇ ਉਹਨਾਂ ਦੀ ਮੁਲਾਕਾਤ ਵਿੱਚ ਕੋਈ ਵੀ ਆਪਸੀ ਓਹਲਾ ਬਾਕੀ ਨਹੀਂ ਸੀ ਰਹਿੰਦਾ। ਅੱਜ ਉਹਦਾ ਵਾਪਸ ਬਾਂਦਰਾ ਜਾਣ ਦਾ ਕੋਈ ਇਰਾਦਾ ਨਹੀਂ ਸੀ। ਐਮਰੀ ਸ਼ੇਰਗਿੱਲ ਦਾ ਉਹਨੂੰ ਵੇਖ ਕੇ ਅੰਡਿੱਠ ਕਰਨਾ ਤੋਹੀਨ ਵਰਗਾ ਸੀ। ਉਹਦਾ ਰੌਂ ਵਿਗੜ ਗਿਆ ਸੀ। ਉਹ ਧੁਰ ਅੰਦਰ ਮਰਨ ਮਰਾਂਦ ਹੋ ਗਿਆ ਸੀ। ਇਹੋ ਜਿਹੇ ਵੇਲੇ ਉਹਦੇ ਕੋਲ ਕੋਈ ਮੋਢਾ ਵੀ ਨਹੀਂ ਸੀ ਕਿ ਉਸ ਮੋਢੇ ਉੱਤੇ ਸਿਰ ਰੱਖ ਕੇ ਉਦਾਸ ਹੋ ਜਾਵੇ।
ਉਦੋਂ ਉਹਨੂੰ ਰੀਵਾ ਯਾਦ ਆਈ ਸੀ, ਪਰ ਮਾਂ ਪਿਓ ਦੇ ਉਸ ਕਮਰੇ ਵਿੱਚ ਹੁੰਦਿਆਂ ਰੀਵਾ ਉਹਦੀ ਕੁਝ ਵੀ ਨਹੀਂ ਸੀ। ਸੁਹੇਲ ਨੇ ਲੋਕਲ ਟ੍ਰੇਨ ਫੜੀ ਤੇ ਬੰਬੇ ਵੀਟੀ ਪਹੁੰਚ ਗਿਆ। ਉੱਥੋਂ ਉਹ ਲੋਕਲ ਬੱਸ 'ਚ ਬੈਠ ਕੇ ਕੁਲਾਬਾ ਜਾ ਉਤਰਿਆ। ਸੁਹੇਲ ਦਾ ਮਨ ਤਪਿਆ ਹੋਇਆ ਸੀ, ਪਰ ਮੌਸਮ ਤਪਿਆ ਹੋਇਆ ਨਹੀਂ ਸੀ। ਅੱਜ ਸਵੇਰ ਦਾ ਹੀ ਝੜ ਸੀ, ਠੰਡੀ ਮਿੱਠੀ ਪੌਣ ਰੁਮਕ ਰਹੀ ਸੀ। ਸੁਹੇਲ ਨੇ ਇੱਕ ਛਾਬੇ ਵਾਲੇ ਕੋਲੋਂ ਮੂੰਗਫਲੀ ਲਈ ਤੇ ਤਾਜ ਹੋਟਲ ਵੱਲ ਪਿੱਠ ਕਰਕੇ ਇੱਕ ਬੈਂਚ ਉੱਤੇ ਬੈਠ ਗਿਆ। ਉਸਦੇ ਸਾਹਮਣੇ ਸਮੁੰਦਰ ਵਿਛਿਆ ਹੋਇਆ ਸੀ ਤੇ ਸਮੁੰਦਰ ਬੜਾ ਸ਼ਾਂਤ ਸੀ। ਮੂੰਗਫਲੀ ਖਾਂਦਾ ਰਿਹਾ ਤੇ ਛਿੱਲੜਾਂ ਸਮੁੰਦਰ ਵੱਲ ਸੁੱਟਦਾ ਰਿਹਾ। ਇੱਕ 12-13 ਵਰ੍ਹਿਆਂ ਦਾ ਮੁੰਡਾ ਉਹਦੇ ਕੋਲ ਆ ਕੇ ਖਲੋ ਗਿਆ। साहब माल चाहिए क्या? एकदम फ्रेश, 100 रुपए से लेकर 10,000 रुपए तक सब मिलेगा साहब। ਮੁੰਡੇ ਦੀ ਆਵਾਜ਼ 'ਚ ਤਰਲਾ ਜਿਹਾ ਵੀ ਸੀ ਤੇ ਝੇਂਪ ਵੀ। ਉਹ ਧੰਦੇ 'ਚ ਹਾਲੇ ਨਵਾਂ ਸੀ ਸ਼ਾਇਦ। ਉਹਦੀ ਅੱਖ ਵੀ ਦੱਲੇ ਵਾਲੀ ਨਹੀਂ ਸੀ। ਤਾਜ ਹੋਟਲ ਦੇ ਸਾਹਮਣੇ ਬੈਠ ਕੇ ਮੂੰਗਫਲੀ ਖਾਣ ਵਾਲੇ ਨੂੰ 10,000 ਰੁਪਏ ਦੇ ਰੇਟ ਵਾਲੀ ਵੇਸਵਾ ਦੀ ਦੱਸ ਭਲਾ ਕੌਣ ਪਾਉਂਦਾ ਹੈ? ਇਹ ਵੇਸਵਾਵਾਂ ਦੇ ਧੰਦੇ ਦਾ ਵੇਲਾ ਨਹੀਂ ਸੀ। ਹਾਲੇ ਤਾਂ ਪਰਛਾਵੇਂ ਲੰਮੇ ਹੋਣੇ ਸਨ, ਦਿਨ ਨੇ ਢਲਣਾ ਸੀ ਤੇ ਫਿਰ ਰਾਤ ਨੇ ਪੈਰ ਪਸਾਰਨੇ ਸਨ। ਉਦੋਂ ਹਨੇਰਿਆਂ ਖੂੰਜਿਆਂ ਵਿੱਚ ਨੰਗੀਆਂ ਆਵਾਜ਼ਾਂ ਜਾਗ ਪੈਣੀਆਂ ਸਨ। ਬੱਦਲਾਂ ਦੇ ਇੱਕ ਟੋਟੇ ਓਹਲਿਓਂ ਫਿੱਕੇ ਜਿਹੇ ਸੂਰਜ ਨੇ ਬਾਹਰ ਵੱਲ ਝਾਤੀ ਮਾਰੀ। ਉਹ ਸੂਰਜ ਚੰਨ ਦੇ ਰੰਗ ਵਰਗਾ ਸੀ, ਠੰਡਾ ਤੇ ਸਫੈਦ। ਸੁਹੇਲ ਨੇ ਸੂਰਜ ਵੱਲ ਮੂੰਹ ਕਰਕੇ ਥੁੱਕਿਆ ਤੇ ਉੱਥੋਂ ਉੱਠ ਕੇ ਤੁਰ ਪਿਆ। ਉਹ ਤਾਜ ਹੋਟਲ ਦੇ ਪਿਛਵਾੜੇ ਵਾਲੀ ਸੜਕ ਵੱਲ ਮੁੜ ਗਿਆ ਤੇ ਉੱਥੋਂ ਗਲੀਆਂ ਵੱਲ ਭਟਕ ਗਿਆ। ਦਿਨ ਸਿਖਰ ਉੱਤੇ ਜਾ ਕੇ ਹੇਠਾਂ ਵੱਲ ਤਿਲਕ ਰਿਹਾ ਸੀ। ਉਹਦੀ ਭੁੱਖ ਚਮਕ ਪਈ ਸੀ। ਉਹਨੇ ਇੱਕ ਰੇਹੜੀ ਵੱਲੋਂ ਵਾਲੇ ਕੋਲੋਂ ਛੋਲੇ ਕੁਲਚੇ ਲੈ ਕੇ ਖਾਧੇ। ਢਿੱਡ ਭਰਿਆ ਤਾਂ ਉਹਨੂੰ ਚਾਹ ਪੀਣ ਦੀ ਲੋੜ ਮਹਿਸੂਸ ਹੋਈ। ਇੱਕ ਪੇਂਟਰ ਦੀ ਦੁਕਾਨ ਸਾਹਮਣੇ ਉਹਨੂੰ ਚਾਹ ਬਣਾਉਣ ਵਾਲਾ ਲੱਭ ਪਿਆ। ਉਹਨੇ ਫੁੱਟਪਾਥ ਉੱਤੇ ਬੋਰੀ ਵਿਛਾ ਕੇ ਆਪਣੀ ਦੁਕਾਨ ਸਜਾਈ ਹੋਈ ਸੀ। ਸੁਹੇਲ ਉਹਦੇ ਕੋਲੋਂ ਚਾਹ ਲੈ ਕੇ ਪੀਣ ਲੱਗ ਪਿਆ। ਪੇਂਟਰ ਕਿਸੇ ਫਿਲਮ ਦਾ ਬੋਰਡ ਬਣਾ ਰਿਹਾ ਸੀ। ਚਾਹ ਵਾਲੀ ਗਲਾਸੀ ਹੱਥ 'ਚ ਫੜੀ ਸੁਹੇਲ ਉਹਦੇ ਕੋਲ ਜਾ ਕੇ ਖਲੋ ਗਿਆ ਤੇ ਚਾਹ ਦੀਆਂ ਘੁੱਟਾਂ ਭਰਦਾ ਉਹਨੂੰ ਕੰਮ ਕਰਦਿਆਂ ਵੇਖਣ ਲੱਗ ਪਿਆ। ਪੇਂਟਰ ਦੀ ਦੁਕਾਨ ਐਵੇਂ ਚੁਰ ਜਿਹੀ ਸੀ। ਦੁਕਾਨ ਅੰਦਰ ਬੋਰਡ ਰੱਖਣ ਜੋਗੀ ਵੀ ਥਾਂ ਨਹੀਂ ਸੀ। ਪੇਂਟਰ ਨੇ ਦੁਕਾਨ ਤੋਂ ਬਾਹਰ ਬਿਜਲੀ ਦੇ ਖੰਭੇ ਦੇ ਆਸਰੇ ਬੋਰਡ ਟਕਾਇਆ ਹੋਇਆ ਸੀ ਤੇ ਕਿਸੇ ਐਕਟਰ ਦਾ ਚਿਹਰਾ ਪੇਂਟ ਕਰ ਰਿਹਾ ਸੀ। ਸੁਹੇਲ ਦੇ ਪੋਟਿਆਂ ਵਿੱਚ ਚੱਚ ਵੀ ਜਾਗ ਪਈ। ਉਹਨੇ ਪਰੇਸ਼ਾਨ ਜਿਹਾ ਹੋ ਕੇ ਉਂਗਲਾਂ ਦੇ ਪਟਾਕੇ ਪਾਏ ਤੇ ਫਿਰ ਵਾਲਾਂ 'ਚ ਹੱਥ ਫੇਰਿਆ। ਉਹ ਆਪਣੀ ਇੱਛਾ ਵਰਗਾ ਕੁਝ ਵੀ ਕਿਉਂ ਨਹੀਂ ਕਰ ਰਿਹਾ? ਸੁਪਨੇ ਕੀ ਸਿਰਫ ਕਿੱਲੀ ਉੱਤੇ ਟੰਗੇ ਜਾਣ ਲਈ ਹੁੰਦੇ ਨੇ? ਦੇਵਨੀਤ ਆਪਣੀ ਪ੍ਰੇਮਿਕਾ ਲਈ ਨਜ਼ਮਾਂ ਲਿਖਣਾ ਚਾਹੁੰਦਾ ਸੀ ਤੇ ਭਟਕ ਗਿਆ। ਸੁਸ਼ਾਂਤ ਬਾਸੂ ਦੀ ਇੱਛਾ ਸੀ ਕਿ ਉਹ ਬਹੁਤ ਵੱਡਾ ਲੇਖਕ ਬਣੇ, ਪਰ ਉਹ ਫਿਲਮਾਂ ਖਾਤਰ ਕਹਾਣੀਆਂ ਨੂੰ ਇੱਟਾਂ ਵਾਂਗ ਚਿਣਨ ਲੱਗ ਪਿਆ ਸੀ। ਸੁਹੇਲ ਨੂੰ ਫਿਲਮਾਂ ਦੀ ਚਕਾਚੌਂਧ ਨਹੀਂ ਭੁਲਾ ਦਿੱਤਾ ਸੀ ਕਿ ਉਹਦੀਆਂ ਉਂਗਲਾਂ ਕੋਲ ਸਿਰਜਕ ਦੀ ਕਲਾ ਸੀ। ਪੇਂਟਰ ਲਗਾਤਾਰ ਕੰਮ ਕਰ ਰਿਹਾ ਸੀ। ਕੈਨਵਸ ਉੱਤੇ ਨਕਸ਼ ਉੱਭਰ ਰਹੇ ਸਨ। ਪੇਂਟਰ ਸ਼ਾਇਦ ਥੱਕ ਗਿਆ ਸੀ। ਉਹਨੇ ਰੰਗਾਂ 'ਚ ਲਿਬੜੇ ਹੋਏ ਬੁਰਸ਼ ਮਿੱਟੀ ਦੇ ਤੇਲ ਵਾਲੇ ਡੱਬੇ 'ਚ ਭਿਉਂ ਦਿੱਤੇ ਤੇ ਫਿਰ ਇਕੱਲੇ ਬੁਰਸ਼ ਨੂੰ ਮੈਲੇ ਕੱਪੜੇ ਨਾਲ ਸਾਫ਼ ਕਰਦਿਆਂ ਸੁਹੇਲ ਵੱਲ ਵੇਖਿਆ। ਇਹ ਧਰਮਿੰਦਰ ਹੈ ਨਾ? ਸੁਹੇਲ ਨੇ ਪੁੱਛਿਆ। ਹਾਂ, ਉਸ ਸੰਖੇਪ ਜਿਹਾ ਜਵਾਬ ਦਿੱਤਾ। ਉਹ ਚੁੱਪਚਾਪ ਬੁਰਸ਼ ਸਾਫ਼ ਕਰਦਾ ਰਿਹਾ ਤੇ ਫਿਰ ਸੁਹੇਲ ਨੂੰ ਪੁੱਛਿਆ, ਕੰਮ ਜਾਣਦਾ? ਹਾਂ। ਕੰਮ ਕਰਨਾ ਚਾਹੁੰਦਾ? ਹਾਂ, ਪਰ ਕੁਝ ਦਿਨ ਦੀ ਮੁਹਾਰਤ ਤੋਂ ਪਿੱਛੋਂ ਹੀ ਮੇਰਾ ਹੱਥ ਸਾਫ਼ ਹੋਊ। ਮੈਨੂੰ ਕੰਮ ਛੱਡੇ ਨੂੰ ਵੀ ਚਿਰ ਹੋ ਗਿਆ। ਪੇਂਟਰ ਦੀ ਪੇਸ਼ਕਸ਼ ਦੇ ਜਵਾਬ ਵਿੱਚ ਸੁਹੇਲ ਨੇ ਝੱਟ ਹੁੰਗਾਰਾ ਭਰ ਦਿੱਤਾ। ਉਹ ਵਿਹਲਾ ਸੀ। ਪੇਂਟਰ ਨਾਲ ਕੰਮ ਕਰਕੇ ਉਹ ਕੁਝ ਕਮਾਈ ਵੀ ਕਰ ਸਕਦਾ ਸੀ ਤੇ ਆਪਣਾ ਸ਼ੌਕ ਵੀ ਪੂਰਾ ਕਰ ਸਕਦਾ ਸੀ। ਤੂੰ ਫਿਕਰ ਨਾ ਕਰ, ਸਭ ਠੀਕ ਹੋ ਜੂ। ਤੂੰ ਭਲਕੇ ਆ ਜਾਈਂ, ਤੇਰਾ ਕੰਮ ਵੇਖ ਕੇ ਤਨਖਾਹ ਤੈਅ ਕਰ ਲਾਂਗੇ। ਸ਼ੁਰੂ ਵਿੱਚ ਮੈਂ ਤੈਨੂੰ ਸੌਖਾ ਕੰਮ ਹੀ ਦਊਂ, ਪੇਂਟਰ ਨੇ ਉਹਨੂੰ ਦੱਸਿਆ। ਮੇਰਾ ਪਹਿਲਾ ਬੰਦਾ ਚਲਾ ਗਿਆ। ਮੇਰੇ ਇਕੱਲੇ ਲਈ ਕੰਮ ਬਹੁਤ ਜ਼ਿਆਦਾ ਹੋ ਜਾਂਦਾ। ਤੂੰ ਆ ਜਾਏਂਗਾ ਤਾਂ ਮੈਨੂੰ ਵੀ ਸੁੱਖ ਦਾ ਸਾਹ ਆਊ। ਠੀਕ ਹੈ, ਮੈਂ ਕੱਲ੍ਹ ਆ ਜਾਵਾਂਗਾ। ਚਾਹ ਵਾਲਾ ਖਾਲੀ ਗਲਾਸੀ ਚੁੱਕਣ ਆਇਆ ਤਾਂ ਸੁਹੇਲ ਨੇ ਉਹਨੂੰ 2 ਚਾਹਾਂ ਹੋਰ ਦੇਣ ਲਈ ਆਖਿਆ। ਪੇਂਟਰ ਤੇ ਸੁਹੇਲ ਚਾਹ ਪੀਂਦੇ ਰਹੇ ਤੇ ਗੱਲਾਂ ਕਰਦੇ ਰਹੇ। ਜਦੋਂ ਸੁਹੇਲ ਉੱਥੋਂ ਜਾਣ ਲਈ ਉੱਠਿਆ, ਗਲੀਆਂ ਵਿੱਚ ਰਾਤ ਫੈਲ ਰਹੀ ਸੀ। ਲੋਕ ਸੜਕਾਂ ਵੱਲੋਂ ਹੌਲੀ-ਹੌਲੀ ਫੁੱਟਪਾਥਾਂ ਵੱਲ ਨੂੰ ਆ ਰਹੇ ਸਨ। ਰਾਤ ਦੇ ਸੌਣ ਲਈ ਉਹਨਾਂ ਆਪੋ ਆਪਣੀਆਂ ਥਾਵਾਂ ਮੱਲਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਸਮੁੰਦਰ ਵੱਲੋਂ ਆਉਂਦੀ ਹਵਾ ਦਾ ਪੂਰਾ ਆਨੰਦ ਲੈਣਾ ਚਾਹੁੰਦੇ ਸਨ। ਉਹਨਾਂ ਗਲੋਂ ਕਮੀਜ਼ ਉਤਾਰ ਕੇ ਸਿਰਹਾਣੇ ਜਿਹੇ ਬਣਾ ਲਏ ਸਨ ਤੇ ਵੱਖੀ ਪਰਨੇ ਲੇਟੇ ਹੋਏ ਇੱਕ ਦੂਜੇ ਨਾਲ ਗੱਲੀਂ ਜੁੱਟ ਗਏ ਸਨ। ਉਹਨਾਂ ਦੇ ਤਾਂਬੇ ਰੰਗੇ ਜਿਸਮ ਕੁਝ ਸਿਆਹ ਦਿਸਣ ਲੱਗ ਪਏ ਸਨ। ਸਾਰਾ ਦਿਨ ਉਹ ਲੋਕ ਸੜਕਾਂ ਉੱਤੇ ਰੀਂਗਣ ਵਾਂਗ ਤੁਰਦੇ ਸਨ ਤੇ ਸ਼ਾਮ ਢਲੇ ਫੁੱਟਪਾਥਾਂ ਉੱਤੇ ਚੜ੍ਹ ਕੇ ਸੌਂ ਜਾਂਦੇ ਸਨ। ਉਹ ਮੁਕੱਦਰ ਵਾਲੇ ਸਨ ਜਿਨ੍ਹਾਂ ਨੂੰ ਫੁੱਟਪਾਥਾਂ ਦਾ ਪੱਕਾ ਟਿਕਾਣਾ ਮਿਲਿਆ ਹੋਇਆ ਸੀ।
ਮੁੰਬਈ ਨੇ ਉਦੋਂ ਤੱਕ ਉਹਨਾਂ ਦਾ ਇਹ ਨਿਤਨੇਮ ਨਿਰਧਾਰਤ ਕੀਤਾ ਹੋਇਆ ਸੀ ਜਦੋਂ ਤੱਕ ਉਹ ਕਿਧਰੇ ਮਿੱਧੇ ਨਾ ਜਾਣ। ਉਹ ਸੜਕਾਂ ਦੇ ਜਾਏ ਸਨ, ਮਾਵਾਂ ਦੇ ਨਹੀਂ ਸਨ। ਸੁਹੇਲ ਉੱਥੋਂ ਤੁਰਨ ਵਿੱਚ ਕੁਝ ਲੇਟ ਹੋ ਗਿਆ ਸੀ। ਸ਼ਾਇਦ ਭੀੜ ਉਹਨਾਂ ਗਲੀਆਂ 'ਚ ਵੱਧਦੀ ਜਾ ਰਹੀ ਸੀ। ਲੋਕ ਨਿੱਕੀਆਂ ਸੜਕਾਂ ਉੱਤੇ ਵੀ ਫੈਲਣੇ ਸ਼ੁਰੂ ਹੋ ਗਏ ਸਨ। ਸੁਹੇਲ ਬੋਝ-ਬੋਝ ਪੈਰ ਧਰਦਾ ਲੋਕਾਂ ਨੂੰ ਮਿੱਧਣ ਤੋਂ ਬਚਦਾ ਬਚਾਉਂਦਾ ਤੁਰਿਆ ਗਿਆ। ਲਗਾਤਾਰ ਤੁਰਿਆ ਗਿਆ, ਪਰ ਉੱਥੇ ਗਲੀਆਂ ਦੀਆਂ ਗੁੰਝਲਾਂ ਪਈਆਂ ਹੋਈਆਂ ਸਨ। ਉਹਨਾਂ ਗੁੰਝਲਾਂ ਵਿੱਚੋਂ ਬਾਹਰ ਆਉਣ ਲਈ ਸੁਹੇਲ ਨੂੰ ਕੋਈ ਵੀ ਰਾਹ ਨਹੀਂ ਸੀ ਲੱਭ ਰਿਹਾ। ਅੰਗ 10। ਪਹਿਲੇ ਦਿਨ ਕੰਮ ਉੱਤੇ ਜਾਣ ਵੇਲੇ ਸੁਹੇਲ ਨੇ ਰਾਹ ਵਿੱਚੋਂ ਲੱਡੂ ਖਰੀਦ ਲਏ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਨੇ ਆਪਣੇ ਪੇਂਟਰ ਗੁਰੂ ਦਾ ਮੂੰਹ ਮਿੱਠਾ ਕਰਵਾਇਆ, ਉਹਦੇ ਪੈਰੀਂ ਹੱਥ ਲਾਇਆ ਤੇ ਬੁਰਸ਼ ਹੱਥ ਵਿੱਚ ਫੜਨ ਤੋਂ ਪਹਿਲਾਂ ਉਹਦਾ ਆਸ਼ੀਰਵਾਦ ਲੈ ਲਿਆ। ਪਹਿਲੇ ਦਿਨ ਉਹਨੂੰ ਕੰਮ ਓਪਰਾ ਜਿਹਾ ਲੱਗਿਆ, ਪਰ ਪੇਂਟਰ ਨੂੰ ਜਾਪਿਆ ਸੁਹੇਲ ਦਾ ਕੰਮ ਉਹਦੇ ਕਿਆਸ ਨਾਲੋਂ ਬਿਹਤਰ ਸੀ। ਪੇਂਟਰ ਦੀਆਂ ਵਾਹੀਆਂ ਹੋਈਆਂ ਲੀਕਾਂ ਵਿੱਚ ਉਹਨੇ ਰੰਗ ਠੀਕ ਤਰ੍ਹਾਂ ਭਰ ਲਏ ਸਨ। ਪੇਂਟਰ ਨੇ ਆਪਣੇ ਬੁਰਸ਼ ਦੀਆਂ ਛੂਹਾਂ ਨਾਲ ਉਹਨਾਂ ਰੰਗਾਂ ਨੂੰ ਸੁਆਰ ਦਿੱਤਾ ਸੀ। ਸੁਹੇਲ ਦੀਆਂ ਰੰਗਾਂ ਲਈ ਅਜਨਬੀ ਹੋ ਗਈਆਂ ਉਂਗਲਾਂ ਪਹਿਲੇ 2-3 ਦਿਨਾਂ ਵਿੱਚ ਹੀ ਰੰਗਾਂ ਨੂੰ ਪਛਾਣਨ ਲੱਗ ਪਈਆਂ ਸਨ। ਇੱਕ ਸਵੇਰ ਪੇਂਟਰ ਨੇ ਆਖਿਆ, ਅੱਜ ਮੈਂ ਭੁਗਤਾਨ ਲੈਣ ਜਾਣਾ, ਤੂੰ ਪਿੱਛੋਂ ਦੁਕਾਨ ਸੰਭਾਲ ਲਈ। ਮੈਂ? ਜੇ ਪਿੱਛੋਂ ਕੋਈ? ਪੇਂਟਰ ਹੱਸਿਆ। ਫਿਕਰ ਨਾ ਕਰ, ਇੱਥੇ ਕਦੀ ਕੋਈ ਗਾਹਕ ਨਹੀਂ ਆਉਂਦਾ। ਮੈਂ ਗਾਹਕਾਂ ਕੋਲ ਜਾਂਦਾ। ਜੇ ਮੈਂ ਕਿਤੇ ਜਾਣਾ ਹੋਇਆ ਤੂੰ ਦੁਕਾਨ ਖੁੱਲ੍ਹੀ ਛੱਡ ਕੇ ਚਲਾ ਜਾਵੀਂ। ਆਪਣੇ ਕੋਲ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਜਿਹੜੀ ਚੋਰੀ ਹੋ ਜੂ। ਤੂੰ ਵੱਧ ਤੋਂ ਵੱਧ ਰੋਟੀ ਖਾਣ ਹੀ ਜਾਣਾ ਹੋਊ, ਕੁੱਲ ਅੱਧੇ-ਪੌਣੇ ਘੰਟੇ ਦੀ ਗੱਲ ਹੈ। ਸਾਹਮਣੇ ਚਾਹ ਵਾਲਾ ਵੀ ਤਾਂ ਬੈਠਾ ਹੋਇਆ। ਸੁਹੇਲ ਦੀ ਤਸੱਲੀ ਹੋ ਗਈ। ਉਹਨੇ ਅਧੂਰੇ ਪਏ ਚਿੱਤਰ ਵੱਲ ਇਸ਼ਾਰਾ ਕਰਕੇ ਪੁੱਛਿਆ, ਪਿੱਛੋਂ ਮੈਂ ਇਹ ਤਸਵੀਰ ਪੂਰੀ ਕਰ ਦੇਵਾਂ? ਪਤਾ ਨਹੀਂ ਤੂੰ ਇਹ ਕੰਮ ਕਰ ਵੀ ਲਏਂਗਾ ਕਿ ਨਹੀਂ। ਉੱਪਰ ਮੈਂ ਅਮਿਤਾਭ ਬੱਚਨ ਬਣਾਉਣ ਲਈ ਥਾਂ ਛੱਡੀ ਹੋਈ ਹੈ ਤੇ ਹੇਠਾਂ ਸ਼ਤਰੂਘਨ ਸਿਨਹਾ ਬਣਾਉਣ ਲਈ। ਅਮਿਤਾਭ ਤੋਂ ਕੁਝ ਛੋਟਾ। ਸੋਚ ਲੈ, ਨੁਕਸਾਨ ਨਾ ਹੋਵੇ। ਇੰਨੀ ਕੁ ਗੱਲ ਕਹਿ ਕੇ ਪੇਂਟਰ ਚਲਾ ਗਿਆ। ਸੁਹੇਲ ਨੇ ਉੱਠ ਕੇ ਚਾਹ ਦਾ ਕੱਪ ਪੀਤਾ ਤੇ ਵਾਪਸ ਆ ਕੇ ਦੋਵਾਂ ਐਕਟਰਾਂ ਦੀਆਂ ਤਸਵੀਰਾਂ ਘੋਖੀਆਂ। ਪੇਂਟਰ ਨੇ ਤਸਵੀਰਾਂ ਉੱਤੇ ਚੁਨੁੱਕਰੇ ਖਾਨੇ ਬਣਾਏ ਹੋਏ ਸਨ। ਸੁਹੇਲ ਨੇ ਮਿੱਥੇ ਹੋਏ ਆਕਾਰ ਅਨੁਸਾਰ ਕੈਨਵਸ ਉੱਤੇ ਵੀ ਖਾਨੇ ਬਣਾ ਦਿੱਤੇ। ਚੁਨੁੱਕਰੇ ਖਾਨਿਆਂ ਦੀ ਸਹਾਇਤਾ ਨਾਲ ਇੱਕ ਤਸਵੀਰ ਤੋਂ ਦੂਜੀ ਤਸਵੀਰ ਬਣਾਉਣੀ ਵੀ ਬੜੀ ਸੌਖੀ ਸੀ। ਸੁਹੇਲ ਵੀ ਆਪਣੇ ਕੰਮ 'ਚ ਜੁਟ ਗਿਆ। ਉਹ ਆਪਣੇ ਪੇਂਟਰ ਗੁਰੂ ਨੂੰ ਹੈਰਾਨ ਕਰ ਦੇਣਾ ਚਾਹੁੰਦਾ ਸੀ। ਉਹਨੇ ਪਹਿਲਾਂ ਅਮਿਤਾਭ ਬੱਚਨ ਤੇ ਸ਼ਤਰੂਘਨ ਸਿਨਹਾ ਦੇ ਖਾਕੇ ਪੂਰੇ ਕੀਤੇ, ਫਿਰ ਉਹਨਾਂ ਖਾਕਿਆਂ 'ਚ ਰੰਗ ਭਰਨ ਲੱਗ ਪਿਆ। ਉਹ ਆਪਣੇ ਕੰਮ 'ਚ ਇਹੋ ਜਿਹਾ ਗਲਤਾਨ ਹੋਇਆ ਕਿ ਵਕਤ ਦੇ ਬੀਤਣ ਦਾ ਪਤਾ ਹੀ ਨਾ ਲੱਗਾ। ਨੇੜੇ ਸਕੂਲ ਦੀ ਛੁੱਟੀ ਹੋ ਚੁੱਕੀ ਸੀ। ਕਿਤਾਬਾਂ ਕਾਪੀਆਂ ਵਾਲੇ ਝੋਲੇ ਪਿੱਠਾਂ ਪਿੱਛੇ ਲਟਕਾਈ ਨਿਆਣੇ ਉੱਥੋਂ ਲੰਘਣੇ ਸ਼ੁਰੂ ਹੋ ਗਏ ਸਨ। ਉਹ ਛਿਣ ਭਰ ਲਈ ਖਲੋ ਕੇ ਬਣ ਰਹੀਆਂ ਤਸਵੀਰਾਂ ਵੇਖਦੇ ਤੇ ਫਿਰ ਤੁਰ ਪੈਂਦੇ। ਕੁਝ ਵੱਡੇ ਬੱਚੇ ਸੁਹੇਲ ਦੇ ਪਿੱਛੇ ਖਲੋਤੇ ਕੈਨਵਸ ਉੱਤੇ ਉਭਰੇ ਚਿਹਰਿਆਂ ਬਾਰੇ ਗੱਲਾਂ ਕਰਨ ਲੱਗ ਪਏ। ਉੱਪਰ ਵਾਲਾ ਤਾਂ ਗੋਬਿੰਦਾ ਹੋਊ ਤੇ ਥੱਲੇ ਵਾਲਾ ਗੱਬਰ ਸਿੰਘ। ਇੱਕ ਬੱਚੇ ਨੇ ਚਿੱਤਰ ਨੂੰ ਨੀਝ ਨਾਲ ਵੇਖਦਿਆਂ ਆਪਣੀ ਰਾਏ ਦਿੱਤੀ। ਨਹੀਂ, ਇੱਕ ਦੇਵਾਨੰਦ, ਦੂਜਾ ਪ੍ਰਾਣ। ਸੁਹੇਲ ਨੇ ਘਬਰਾ ਕੇ ਦੋਵਾਂ ਬੱਚਿਆਂ ਵੱਲ ਵੇਖਿਆ ਤੇ ਫਿਰ ਦੂਰ ਖਲੋ ਕੇ ਚਿੱਤਰ ਨੂੰ ਘੋਖਿਆ। ਕੈਨਵਸ ਉੱਤੇ 2 ਚਿਹਰੇ ਵਿਖਾਈ ਦੇ ਰਹੇ ਸਨ। ਉਹ ਚਿਹਰੇ ਕਿਸੇ ਦੇ ਵੀ ਹੋ ਸਕਦੇ ਸਨ, ਪਰ ਅਮਿਤਾਭ ਬੱਚਨ ਤੇ ਸ਼ਤਰੂਘਨ ਸਿਨਹਾ ਦੇ ਹਰਗਿਜ਼ ਨਹੀਂ ਸਨ। ਕੈਨਵਸ ਦੇ ਲਾਗੇ ਰੰਗਾਂ ਦੀਆਂ ਕਿੰਨੀਆਂ ਸਾਰੀਆਂ ਟਿਊਬਾਂ ਮੁੱਚੜੀਆਂ ਹੋਈਆਂ ਪਈਆਂ ਸਨ। ਸੁਹੇਲ ਦੇ ਮਨ ਦੀ ਹਾਲਤ ਉਹਨਾਂ ਟਿਊਬਾਂ ਵਰਗੀ ਹੋ ਗਈ। ਹੁਣ ਕੀ ਹੋਏਗਾ? ਉਸ ਵੇਲੇ ਉਹਦੀ ਜੇਬ 'ਚ ਨੁਕਸਾਨ ਭਰਨ ਜੋਗੇ ਪੈਸੇ ਵੀ ਨਹੀਂ ਸਨ। ਪੇਂਟਰ ਸਵੇਰ ਦਾ ਉਗਰਾਹੀ ਲਈ ਗਿਆ ਹੋਇਆ ਸੀ। ਉਹ ਕਿਸੇ ਵੇਲੇ ਵੀ ਵਾਪਸ ਪਹੁੰਚ ਸਕਦਾ ਸੀ। ਸੁਹੇਲ ਨੇ ਪੇਂਟ ਦੇ ਲਿਬੜੇ ਹੋਏ ਬੁਰਸ਼ ਮਿੱਟੀ ਦੇ ਤੇਲ ਵਿੱਚ ਭਿਉਂ ਦਿੱਤੇ ਤੇ ਹੱਥ ਪੂੰਝ ਕੇ ਉੱਥੋਂ ਤੁਰ ਪਿਆ। ਗਲੀ ਦੇ ਮੋੜ ਤੇ ਪਹੁੰਚ ਕੇ ਉਹਨੇ ਪਿੱਛਾ ਭੌਂ ਕੇ ਵੇਖਿਆ, ਫਿਰ ਉੱਥੋਂ ਸੰਤ ਤੋੜ ਨੱਸਿਆ। ਅੰਗ 11। ਡਿੰਗ ਡੋਂਗ, ਡਿੰਗ ਡੋਂਗ। ਕਿਸੇ ਨੇ ਕਾਲ ਬੈਲ ਦਾ ਬਟਨ ਦੱਬਿਆ। ਐਮਰੀ ਸ਼ੇਰਗਿੱਲ ਨੇ ਤਰਬਕ ਕੇ ਬਾਹਰਲੇ ਬੂਹੇ ਵੱਲ ਵੇਖਿਆ। ਉਹਦੇ ਚਿਹਰੇ ਉੱਤੇ ਪਰੇਸ਼ਾਨੀ ਦੇ ਭਾਵ ਦਿਸਣ ਲੱਗ ਪਏ। ਡਿੰਗ ਡੋਂਗ, ਡਿੰਗ ਡੋਂਗ। ਕਾਲ ਬੈਲ ਨੇ ਮੁੜ ਆਪਣੀ ਬੇਚੈਨੀ ਦੱਸੀ। ਐਮਰੀ ਸ਼ੇਰਗਿੱਲ ਨੇ ਮੱਥੇ ਤੇ ਤਰੀਲੀ ਪੂੰਝੀ। ਕਿਧਰੇ ਮੁੜ ਰੀਵਾ ਨਾ ਆ ਗਈ ਹੋਵੇ। ਰੀਵਾ ਕੱਲ੍ਹ ਵੀ ਆਈ ਸੀ। ਉਹ ਕੁਝ ਘਬਰਾਈ ਹੋਈ ਸੀ। ਉਹਦੀ ਮਾਹਵਾਰੀ ਨੂੰ ਬਹੁਤ ਦਿਨ ਉੱਪਰ ਹੋ ਗਏ ਸਨ। ਉਹ ਹਾਮਲਾ ਸੀ। ਉਹ ਚਾਹੁੰਦੀ ਸੀ ਐਮਰੀ ਸ਼ੇਰਗਿੱਲ ਉਹਨੂੰ ਪਤਨੀ ਦੇ ਰੂਪ 'ਚ ਕਬੂਲ ਕਰ ਲਏ। ਐਮਰੀ ਨੇ ਸਮਝਾਇਆ ਸੀ, ਰੀਵਾ, ਆਪਾਂ ਦੋਸਤ ਹਾਂ, ਆਪਾਂ ਆਪਣੀ ਖੁਸ਼ੀ ਲਈ ਕਿ ਦੂਜੇ ਨੂੰ ਭੋਗਿਆ। ਇਹਦਾ ਕਿਸੇ ਉੱਤੇ ਵੀ ਕੋਈ ਅਹਿਸਾਨ ਨਹੀਂ, ਪਰ ਦੋਸਤੀ ਦੇ ਨਾਤੇ ਮੈਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ। ਜੇ ਕਹੇ ਤਾਂ ਕਿਸੇ ਡਾਕਟਰ ਨਾਲ ਗੱਲ ਕਰਾਂ। ਐਮਰੀ, ਤੂੰ ਸਮਝਦਾ ਕਿਉਂ ਨਹੀਂ? ਇਹ ਬੱਚਾ ਆਪਣੇ ਪਿਆਰ ਦੀ ਨਿਸ਼ਾਨੀ ਹੈ। ਰੀਵਾ ਨੇ ਕਿਸੇ ਘਟੀਆ ਫਿਲਮ ਦਾ ਡਾਇਲਾਗ ਬੋਲਿਆ। ਰੀਵਾ, ਮੈਨੂੰ ਇਹੋ ਜਿਹੀ ਖੁਰਾਕ ਨਾ ਪਿਲਾ। ਮੈਂ ਭਾਵੁਕ ਹੋ ਕੇ ਬਥੇਰਾ ਵੇਖ ਲਿਆ। ਐਮਰੀ ਸ਼ੇਰਗਿੱਲ ਕੁਝ ਖਿਝ ਕੇ ਬੋਲਿਆ। ਰੀਵਾ ਦੇ ਤਰਲੇ ਲਿਲਕੜੀਆਂ ਬੇਅਰਥ ਹੋ ਗਈਆਂ ਸਨ। ਉੱਥੋਂ ਉੱਠ ਕੇ ਜਾਣ ਲੱਗੀ ਨੇ ਅਥਰੂ ਵਗਦੇ ਰਹਿਣ ਦਿੱਤੇ ਸਨ ਤੇ ਖੁੱਲ੍ਹੇ ਬੂਹੇ 'ਚ ਖਲੋ ਕੇ ਨਿਝੱਕ ਬੋਲੀ ਸੀ, ਐਮਰੀ, ਮੈਂ ਤੇਰਾ ਪਿੱਛਾ ਇਸ ਤਰ੍ਹਾਂ ਨਹੀਂ ਛੱਡਣ ਲੱਗੀ।
ਮੈਂ ਫੇਰ ਆਵਾਂਗੀ, ਹਰ ਰੋਜ਼ ਆਵਾਂਗੀ। ਤੇ ਹੁਣ ਕਾਲ ਬੈਲ ਦੀ ਆਵਾਜ਼ ਸੁਣ ਕੇ ਐਮਰੀ ਸ਼ੇਰਗਿੱਲ ਘਬਰਾਇਆ ਹੋਇਆ ਸੀ। ਬਾਹਰ ਜ਼ਰੂਰ ਰੀਵਾ ਹੀ ਸੀ। ਉਹ ਕੋਈ ਤਮਾਸ਼ਾ ਵੀ ਖੜਾ ਕਰ ਸਕਦੀ ਸੀ। ਰੀਵਾ ਨੂੰ ਕੋਈ ਫਰਕ ਨਹੀਂ ਸੀ ਪੈਣਾ, ਪਰ ਉਹਦੇ ਤਮਾਸ਼ੇ ਦਾ ਐਮਰੀ ਸ਼ੇਰਗਿੱਲ ਦੇ ਕੈਰੀਅਰ ਉੱਤੇ ਮਾੜਾ ਅਸਰ ਪੈ ਸਕਦਾ ਸੀ। ਰੀਵਾ ਦੇ ਠਹਿਰਿਆ ਹੋਇਆ ਗਰਭ ਕਿਸ ਤੋਂ ਸੀ? ਰੀਵਾ ਤੋਂ ਬਿਨਾਂ ਇਹਦਾ ਜਵਾਬ ਹੋਰ ਕੋਈ ਨਹੀਂ ਸੀ ਜਾਣਦਾ। ਐਮਰੀ ਸ਼ੇਰਗਿੱਲ ਨੇ ਸਹਿਮੇ ਹੋਏ ਨੇ ਬੂਹੇ 'ਚ ਲੱਗੀ ਮੈਜਿਕ ਆਈ ਦੇ ਸ਼ੀਸ਼ੇ 'ਚੋਂ ਬਾਹਰ ਵੇਖਿਆ। ਉਹਦੀ ਜਾਨ 'ਚ ਜਾਨ ਆਈ। ਬਾਹਰ ਸੁਹੇਲ ਖੜਾ ਸੀ। ਉਹ ਕਿਧਰੇ ਰੀਵਾ ਦਾ ਵਕੀਲ ਬਣ ਕੇ ਤਾਂ ਨਹੀਂ ਸੀ ਆਇਆ। ਮਨ 'ਚ ਸੰਸਾ ਲੈ ਕੇ ਉਹਨੇ ਬੂਹਾ ਖੋਲ੍ਹ ਦਿੱਤਾ। ਹੈਲੋ, ਐਮਰੀ ਸ਼ੇਰਗਿੱਲ ਫਿੱਕਾ ਜਿਹਾ ਮੁਸਕਰਾਇਆ। ਮੈਂ ਤਾਂ ਯਾਰ ਪਹਿਲਾਂ ਵੀ ਫੇਰਾ ਲਾ ਬੈਠਾ, ਤੂੰ ਮਿਲਿਆ ਹੀ ਨਹੀਂ। ਸੁਹੇਲ ਅੰਦਰ ਆ ਕੇ ਸੋਫੇ 'ਤੇ ਬੈਠ ਗਿਆ। ਕੋਈ ਖਾਸ ਕੰਮ ਸੀ? ਐਮਰੀ ਸ਼ੇਰਗਿੱਲ ਨੇ ਬੂਹਾ ਬੰਦ ਕਰਕੇ ਚਿਟਕਣੀ ਲਾਤੀ। ਤੂੰ ਬੈਠ ਤਾਂ ਸਹੀ। ਐਮਰੀ ਸ਼ੇਰਗਿੱਲ ਕੁਝ ਇਸ ਤਰ੍ਹਾਂ ਬੈਠ ਗਿਆ ਜਿਵੇਂ ਉਹ ਸੁਹੇਲ ਨੂੰ ਮਿਲਣ ਆਇਆ ਹੁੰਦਾ। ਹੁਣ ਦੱਸ, ਉਹ ਬੋਲਿਆ। ਵੇਖ ਐਮਰੀ, ਜਦੋਂ ਦਾ ਤੂੰ ਫਿਲਮਾਂ 'ਚ ਕਾਮਯਾਬ ਹੋਇਆ, ਤੂੰ ਮੈਨੂੰ ਮਿਲਣਾ ਬੰਦ ਕੀਤਾ ਹੋਇਆ। ਤੂੰ ਆਪਣੇ ਆਪ ਨੂੰ ਨਹੀਂ ਯਾਰ, ਇਹੋ ਜਿਹੀ ਗੱਲ ਦਾ ਤਾਂ ਕੋਈ ਨਹੀਂ, ਐਮਰੀ ਸ਼ੇਰਗਿੱਲ ਨੇ ਛਿੱਥਿਆਂ ਪੈ ਕੇ ਆਖਿਆ। ਬਸ ਸ਼ੂਟਿੰਗ ਸਿਰ ਪੁੱਟਣ ਨਹੀਂ ਦਿੰਦੀ। ਮੈਨੂੰ ਪਤਾ ਹੈ ਕਿੰਨਾ ਬਿਜ਼ੀ ਹੈ ਤੂੰ। ਹਾਲੇ ਕੁਝ ਦਿਨ ਹੀ ਹੋਏ ਨੇ ਮੈਂ ਤੈਨੂੰ ਦੀਪਤੀ ਸਟੂਡੀਓ ਜਾਂਦਿਆਂ ਵੇਖਿਆ ਸੀ। ਤੇਰੇ ਕੋਲੋਂ ਇੰਨਾ ਵੀ ਨਹੀਂ ਸਰਿਆ ਕਿ ਹੈਲੋ ਬੋਲ ਦੇਵੇਂ ਜਾਂ ਫਿਰ ਹੱਥ ਲਾ ਕੇ ਦੁਆ ਸਲਾਮ ਕਹਿ ਦੇਵੇਂ। ਸੁਹੇਲ ਕੁਝ ਹਰਖਿਆ ਹੋਇਆ ਬੋਲਿਆ। ਐਮਰੀ ਸ਼ੇਰਗਿੱਲ ਨੇ ਭਾਂਪ ਲਿਆ ਸੀ ਕਿ ਸੁਹੇਲ ਦਾ ਉਹਦੇ ਕੋਲ ਆਉਣ ਦਾ ਸਬੰਧ ਰੀਵਾ ਦੇ ਗਰਭ ਨਾਲ ਨਹੀਂ ਸੀ। ਉਹ ਮਨ ਦੇ ਤਣਾਅ ਤੋਂ ਸੁਰਖਰੂ ਹੋ ਗਿਆ। ਉਹਨੇ ਗੁੱਝੀ ਖੁਸ਼ੀ ਦਾ ਅਨੁਭਵ ਕੀਤਾ। ਕੁਝ ਤੁੜਕ ਕੇ ਬੋਲਿਆ, ਕਿਉਂ ਭਿਉਂ ਭਿਉਂ ਕੇ ਮਾਰੀ ਜਾਂਦਾ ਹੈ? ਆਪਣੀ ਕਹੀ ਜਾਏਗਾ ਕਿ ਮੇਰੀ ਵੀ ਸੁਣੇਗਾ? ਤੂੰ ਵੀ ਸੁਣਾ ਲੈ ਆਪਣੀ। ਮੈਂ ਕਈ ਦਿਨਾਂ ਤੋਂ ਸ਼ੂਟਿੰਗ 'ਚ ਸੱਚਮੁੱਚ ਹੀ ਬਹੁਤ ਬਿਜ਼ੀ ਸੀ। ਅੱਜ ਆਖਰੀ ਸ਼ਿਫਟ ਸੀ। ਹੁਣੇ ਨਾਸਰ ਸਾਹਿਬ ਦੀ ਕਾਰ ਛੱਡ ਕੇ ਗਈ ਹੈ। ਸ਼ੂਟਿੰਗ ਦੇ ਇੰਨੇ ਦਿਨ ਨਾਸਰ ਸਾਹਿਬ ਦੀ ਕਾਰ ਵਿੱਚ ਹੀ ਮੈਂ ਸਟੂਡੀਓ ਆਉਂਦਾ ਜਾਂਦਾ ਰਿਹਾ। ਉਸ ਦਿਨ ਮੈਂ ਤੈਨੂੰ ਵੇਖ ਲਿਆ ਸੀ। ਮੈਨੂੰ ਦੂਰੋਂ ਹੱਥ ਹਿਲਾ ਦੇਣਾ ਚਾਹੀਦਾ ਸੀ। ਮੈਂ ਮੰਨਦਾ ਵਾਂ ਕਿ ਮੇਰੇ ਕੋਲ ਗਲਤੀ ਹੋਈ ਹੈ। ਹੁਣ ਤੂੰ ਗੁੱਸਾ ਥੁੱਕ ਦੇ। ਸੱਚ ਮੰਨੀ, ਮੈਂ ਰੁਕ ਨਹੀਂ ਸੀ ਸਕਦਾ। ਸ਼ੂਟਿੰਗ ਲਈ ਕੁਝ ਲੇਟ ਹੋ ਗਿਆ ਸਾਂ। ਵੈਸੇ ਵੀ ਲੋਕ ਮੈਨੂੰ ਪਛਾਣਨ ਲੱਗ ਪਏ ਨੇ। ਹਰ ਥਾਂ ਭੀੜ ਜਮ੍ਹਾਂ ਹੋ ਜਾਂਦੀ ਹੈ। ਐਮਰੀ ਸ਼ੇਰਗਿੱਲ ਉੱਠ ਕੇ ਖਲੋ ਗਿਆ। ਖੈਰ, ਪਹਿਲਾਂ ਇਹ ਦੱਸ ਪੀਏਂਗਾ ਕੀ? ਕੁਛ ਨਹੀਂ, ਪਹਿਲਾਂ ਬੈਠ ਕੇ ਮੇਰੀ ਗੱਲ ਸੁਣ। ਐਮਰੀ ਸ਼ੇਰਗਿੱਲ ਮੁੜ ਬੈਠ ਗਿਆ। ਮੈਨੂੰ ਤੇਰੀ ਸਲਾਹ ਚਾਹੀਦੀ ਹੈ, ਸੁਹੇਲ ਬੋਲਿਆ। ਕੱਲ੍ਹ ਬਾਊ ਜੀ ਕਮਰੇ 'ਚ ਆਏ ਸਨ। ਉਹ ਚਾਹੁੰਦੇ ਨੇ ਮੈਂ ਰੀਵਾ ਨਾਲ ਵਿਆਹ ਕਰ ਲਵਾਂ। ਕੀ? ਐਮਰੀ ਸ਼ੇਰਗਿੱਲ ਕੁਝ ਭਮੱਤਰ ਹੋ ਕੇ ਬੋਲਿਆ। ਹਾਂ। ਕੀ ਤੂੰ ਰੀਵਾ ਨੂੰ ਪਿਆਰ ਕਰਨ ਲੱਗ ਪਿਆ? ਸ਼ਾਇਦ ਨਹੀਂ। ਫਿਰ? ਸੁਹੇਲ ਚੁੱਪ ਰਿਹਾ। ਕੀ ਰੀਵਾ ਤੈਨੂੰ ਪਿਆਰ ਕਰਦੀ ਹੈ? ਸ਼ਾਇਦ ਕਰਦੀ ਹੋਵੇ। ਕੀ ਇਹ ਪ੍ਰਪੋਜ਼ਲ ਰੀਵਾ ਵੱਲੋਂ ਸੀ? ਪਤਾ ਨਹੀਂ। ਸ਼ਾਇਦ ਰੀਵਾ ਨੇ ਬਾਊ ਜੀ 'ਤੇ ਜ਼ੋਰ ਪਾਇਆ ਹੋਵੇ। ਫਿਰ ਬਾਊ ਜੀ ਨੂੰ ਕੀ ਜਵਾਬ ਦਿੱਤਾ? ਮੈਂ ਆਖਿਆ ਹਾਲੇ ਕੁਝ ਦਿਨ ਸੋਚ ਲਵਾਂ। ਐਮਰੀ ਸ਼ੇਰਗਿੱਲ ਦੇ ਚਿਹਰੇ ਉੱਤੇ ਮੁਸਕਰਾਹਟ ਫੈਲ ਗਈ। ਰੀਵਾ ਦੇ ਢਿੱਡ ਦਾ ਬੋਝ ਉਹਦੇ ਮਨ ਉੱਤੇ ਵੀ ਸੀ। ਸੁਹੇਲ ਨਾਲ ਗੱਲ ਕਰਨ ਪਿੱਛੋਂ ਬੋਝ ਉਤਰ ਗਿਆ ਸੀ। ਫਿਰ ਕੀ ਰਾਏ ਹੈ ਤੇਰੀ? ਐਮਰੀ ਸ਼ੇਰਗਿੱਲ ਨੂੰ ਚੁੱਪ ਹੋਏ ਕਿ ਸੁਹੇਲ ਨੇ ਪੁੱਛਿਆ। ਉਹ ਟਹਿਕ ਕੇ ਬੋਲਿਆ, ਤੂੰ ਵੀ ਹੱਦ ਕਰਦਾ ਯਾਰ। ਇਹ ਗੱਲਾਂ ਕੋਈ ਇਸ ਤਰ੍ਹਾਂ ਕਰਨ ਵਾਲੀਆਂ ਥੋੜ੍ਹਾ ਨੇ। ਪਹਿਲਾਂ ਤੇਰੇ ਇਸ਼ਕ ਦਾ ਜਸ਼ਨ ਮਨਾਵਾਂਗੇ, ਫਿਰ ਤਰ ਹੋ ਕੇ ਕੋਈ ਫੈਸਲਾ ਕਰਾਂਗੇ। ਐਮਰੀ ਸ਼ੇਰਗਿੱਲ ਉੱਠ ਕੇ 2 ਮੱਗਾਂ 'ਚ ਬੀਅਰ ਲੈ ਆਇਆ ਤੇ ਇੱਕ ਮੱਗ ਸੁਹੇਲ ਵੱਲ ਕਰ ਦਿੱਤਾ। ਚੀਅਰਸ, ਚੀਅਰਸ। ਮੱਗ ਭਰਦੇ ਰਹੇ, ਖਾਲੀ ਹੁੰਦੇ ਰਹੇ। ਗੱਲਾਂ ਦੇ ਸਿਰੇ ਗੁਆਚਣ ਲੱਗ ਪਏ ਤੇ ਐਮਰੀ ਸ਼ੇਰਗਿੱਲ ਨੇ ਆਖਿਆ, ਸੁਹੇਲ, ਤੇਰੇ ਹੱਥ ਤਾਂ ਯਾਰ ਸੁਨਹਿਰੀ ਮੌਕਾ ਲੱਗਾ। ਇਸ ਮੌਕੇ ਨੂੰ ਆਪਣੇ ਹੱਥੋਂ ਖੁੱਸਣ ਨਾ ਦੇਵੀਂ। ਤੂੰ ਰੀਵਾ ਨਾਲ ਫੌਰਨ ਵਿਆਹ ਕਰ ਲੈ। ਕੌਣ ਜਾਣੇ ਫਿਰ ਇਹ ਅਵਸਰ ਹੱਥ ਲੱਗੇ ਨਾ ਲੱਗੇ। ਕਿਉਂ ਭਲਾ? ਮੈਨੂੰ ਕਿਉਂ ਕਰ ਲੈਣਾ ਚਾਹੀਦਾ ਇਹ ਵਿਆਹ? ਸੁਹੇਲ ਨੇ ਬੀਅਰ ਵਾਲਾ ਮੱਗ ਪੂਰੀ ਤਰ੍ਹਾਂ ਪਰਾਂ ਰੱਖ ਕੇ ਪੁੱਛਿਆ। ਸੁਣ, ਮੈਂ ਦੱਸਾਂ। ਐਮਰੀ ਸ਼ੇਰਗਿੱਲ ਦੱਸਣ ਲੱਗ ਪਿਆ। ਤੂੰ ਕਈ ਵਰ੍ਹਿਆਂ ਦੀ ਸਟਰਗਲ ਕਾਰਨ ਮਾਲੀ ਤੌਰ 'ਤੇ ਟੁੱਟਿਆ ਹੋਇਆ। ਰੀਵਾ ਰੋਟੀ ਜੋਗਾ ਖੁਦ ਕਮਾ ਲੈਂਦੀ ਹੈ। ਉਹਦੇ ਕੋਲ ਰਹਿਣ ਦਾ ਵੀ ਪੱਕਾ ਪ੍ਰਬੰਧ ਹੈ। ਇਹ ਵਿਆਹ ਕਰਾਉਣ ਨਾਲ ਤੇਰੀਆਂ ਸਾਰੀਆਂ ਮੁਸ਼ਕਲਾਂ ਮੁਫਤ 'ਚ ਹੱਲ ਹੋ ਜਾਣਗੀਆਂ। ਸੁਹੇਲ ਗੁੰਮਸੁੰਮ ਹੋ ਗਿਆ। ਫਿਰ ਹੌਲੀ ਜਿਹੀ ਬੋਲਿਆ, ਆਖਰ ਇਹ ਮੇਰੀ ਜ਼ਿੰਦਗੀ ਦਾ ਸਵਾਲ ਹੈ ਯਾਰ। ਜੇ ਭਲਕ ਨੂੰ ਮੈਨੂੰ ਵੀ ਫਿਲਮਾਂ 'ਚ ਬ੍ਰੇਕ ਮਿਲ ਗਈ ਤਾਂ? ਸਾਰੀ ਜ਼ਿੰਦਗੀ ਦਾ ਸਵਾਲ। ਐਮਰੀ ਸ਼ੇਰਗਿੱਲ ਉੱਚੀ ਉੱਚੀ ਹੱਸਣ ਲੱਗ ਪਿਆ। ਹੱਸਦਿਆਂ ਹੱਸਦਿਆਂ ਉਹਦੀਆਂ ਅੱਖਾਂ 'ਚ ਅੱਥਰੂ ਆ ਗਏ। ਉਹਦੇ ਮੱਗ 'ਚੋਂ ਬੀਅਰ ਛਲਕ ਗਈ। ਉਹਨੂੰ ਸੈਦਾਂ ਯਾਦ ਆ ਗਈ। ਅੱਥਰੂ ਪੂੰਝਦਿਆਂ ਡੱਡੋ ਲਿੱਕਾ ਹੋਇਆ ਬੋਲਿਆ, ਮੇਰੇ ਯਾਰ, ਇੱਥੇ ਕੋਈ ਰਿਸ਼ਤਾ ਨਹੀਂ। ਭੈਣ ਭਰਾ ਬੀਵੀ ਸਭ ਪੌੜੀਆਂ ਨੇ। ਜਿਹਦੇ ਉੱਤੇ ਵੀ ਪੈਰ ਰੱਖ ਕੇ ਉੱਪਰ ਚੜ੍ਹ ਸਕਦਾ ਹੋ ਜਾਵੇ, ਚੜ੍ਹ ਜਾਓ। ਤੈਨੂੰ ਘਬਰਾਹਟ ਕਾਹਦੀ ਹੈ? ਜਦੋਂ ਵੀ ਪੌੜੀ ਦੀ ਲੋੜ ਮੁੱਕ ਗਈ, ਬਾਹਰ ਕੂੜੇ ਕਬਾੜ ਦੇ ਢੇਰ 'ਤੇ ਸੁੱਟ ਦੇਈਂ। ਵੇਖ, ਮੈਂ ਤੈਨੂੰ ਸਫਲ ਹੋਣ ਦਾ ਭੇਦ ਦੱਸ ਰਿਹਾ ਵਾਂ। ਇਸ ਸ਼ਹਿਰ 'ਚ ਆਦਮੀ ਹੋਣ ਦੀ ਪਹਿਲੀ ਸ਼ਰਤ ਇਹੋ ਹੈ ਕਿ ਉਹ ਆਦਮੀ ਨਾ ਹੋਵੇ। ਜਦੋਂ ਤੈਨੂੰ ਇੰਨੀ ਕੁ ਸਮਝ ਪੈ ਗਈ, ਉਦੋਂ ਇਹ ਸ਼ਹਿਰ ਤੇਰਾ ਹੈ। ਤੇਰਾ। ਅੰਗ 12। ਤੀਸਰਾ ਮੰਜਾ ਮੁੜ ਖਾਲੀ ਹੋ ਗਿਆ। ਵਾਰੀ ਵਾਰੀ 2 ਮੁੰਡੇ ਉੱਥੇ ਰਹਿਣ ਲਈ ਆਏ ਤੇ ਚਲੇ ਵੀ ਗਏ।
ਉਹ ਅਮੀਰ ਘਰਾਂ ਦੇ ਮੁੰਡੇ ਸਨ। ਔਖ 'ਚ ਰਹਿਣ ਦੀ ਉਹਨਾਂ ਨੂੰ ਜਾਚ ਨਹੀਂ ਸੀ। ਕੀ ਪਤਾ ਹੀਰੋ ਬਣਨ ਦਾ ਭੂਤ ਉਹਨਾਂ ਸਿਰੋਂ ਉਤਰ ਗਿਆ ਹੋਵੇ ਜਾਂ ਫਿਰ ਹਾਣ ਵਰਗਾ ਕੋਈ ਕਮਰਾ ਲੱਭਿਆ ਹੋਵੇ। ਤੇ ਫਿਰ ਇੱਕ ਦਿਨ ਦੂਸਰਾ ਮੰਜਾ ਵੀ ਖਾਲੀ ਹੋ ਗਿਆ। ਦੇਵਨੀਤ ਵੀ ਆਪਣਾ ਸਮਾਨ ਚੁੱਕ ਕੇ ਉੱਥੋਂ ਚਲਾ ਗਿਆ। ਇਹ ਪ੍ਰਕਾਸ਼ ਆਨੰਦ ਦੀ ਆਮਦਨ ਉੱਤੇ ਕਰਾਰੀ ਸੱਟ ਸੀ, ਪਰ ਇਸ ਵਾਰ ਉਹਨੇ ਸੁਹੇਲ ਨੂੰ ਮੁੰਡੇ ਲੱਭ ਕੇ ਲਿਆਉਣ ਲਈ ਨਹੀਂ ਸੀ ਆਖਿਆ। ਉਹਨੂੰ ਆਪਣੀ ਪੇਸ਼ਕਸ਼ ਦੇ ਹੁੰਗਾਰੇ ਦੀ ਉਡੀਕ ਸੀ। ਜਿਸ ਦਿਨ ਸੁਹੇਲ ਕੁਲਾਬਾ ਵਾਲੇ ਪੇਂਟਰ ਦੀ ਦੁਕਾਨ ਤੋਂ ਨੱਸ ਕੇ ਵਾਪਸ ਪਹੁੰਚਿਆ ਤਾਂ ਢਹਿੰਦੀਆਂ ਕਲਾਂ ਸੀ, ਜਿਵੇਂ ਆਪਣੀ ਲੜਾਈ ਦੇ ਸਾਰੇ ਹਥਿਆਰ ਸੁੱਟ ਆਇਆ ਹੋਵੇ। ਪ੍ਰਕਾਸ਼ ਆਨੰਦ ਨੂੰ ਇਹਨਾਂ ਮੁੰਡਿਆਂ ਦੇ ਚਿਹਰਿਆਂ ਤੋਂ ਦਿਨ ਦਾ ਕੱਚਾ ਚਿੱਠਾ ਪੜ੍ਹਨਾ ਆਉਂਦਾ ਸੀ। ਸੁਹੇਲ ਦੀ ਨਿਰਾਸ਼ਤਾ ਭਾਂਪ ਕੇ ਉਹ 2 ਗਲਾਸਾਂ 'ਚ ਚਾਹ ਲੈ ਆਇਆ। ਚਾਹ ਫੜਾ ਕੇ ਉਹਨੇ ਸੁਹੇਲ ਦਾ ਮੋਢਾ ਪਲੋਸਿਆ। ਹੌਸਲਾ ਰੱਖ, ਤੂੰ ਇੱਕ ਦਿਨ ਜ਼ਰੂਰ ਕਾਮਯਾਬ ਹੋਏਗਾ। ਅਸੀਂ ਸਾਰੇ ਤੇਰੀ ਸਹਾਇਤਾ ਕਰਾਂਗੇ। ਮੈਂ ਵੀ, ਮਾਦਰੀ ਵੀ, ਰੀਵਾ ਵੀ। ਰੋਜ਼ੀ ਰੋਟੀ ਦੀ ਫਿਕਰ ਭੁੱਲ ਕੇ ਤੂੰ ਪੂਰੇ ਤਨ ਮਨ ਨਾਲ ਆਪਣੇ ਸੰਘਰਸ਼ ਜੁੱਟ ਜਾਵੇਂ। ਘਰ ਦਾ ਫਰੰਟ ਅਸੀਂ ਸੰਭਾਲ ਲਵਾਂਗੇ। ਸੁਹੇਲ ਨੇ ਡੈਂਬਰਿਆਂ ਵਾਂਗ ਵੇਖਿਆ। ਪ੍ਰਕਾਸ਼ ਆਨੰਦ ਨੇ ਗੱਲ ਦਾ ਖੁਲਾਸਾ ਕੀਤਾ। ਸੁਹੇਲ, ਤੂੰ ਇਸ ਘਰ 'ਚ ਕਈਆਂ ਸਾਲਾਂ ਤੋਂ ਰਹਿ ਰਿਹਾ। ਹੁਣ ਤੂੰ ਸਾਨੂੰ ਘਰ ਦੇ ਜੀਆਂ ਵਾਂਗ ਹੀ ਜਪਣ ਲੱਗ ਪਿਆ। ਅਸੀਂ ਚਾਹੁੰਦੇ ਹਾਂ ਆਪਸੀ ਪਿਆਰ ਰਿਸ਼ਤੇਦਾਰੀ 'ਚ ਬਦਲ ਜਾਏ। ਸੁਹੇਲ ਨੇ ਕੰਨ ਦੀ ਕਰੂੰਬਲ ਨੂੰ ਪੋਟਿਆਂ 'ਚ ਮਸਲਿਆ। ਯਾਨੀ ਹਾਂ, ਤੇਰੀ ਤੇ ਰੀਵਾ ਦੀ ਜੋੜੀ ਖੂਬ ਰਹੇਗੀ। ਤੁਸੀਂ ਰੀਵਾ ਨੂੰ ਪੁੱਛ ਲਿਆ? ਸੁਹੇਲ ਨੇ ਸਹਿਜ ਭਾਵ ਪੁੱਛਿਆ। ਪ੍ਰਕਾਸ਼ ਆਨੰਦ ਦੇ ਸੁਝਾਅ ਨਾਲ ਉਹਦੇ ਅੰਦਰ ਕੋਈ ਤਰੰਗ ਨਹੀਂ ਸੀ ਜਾਗੀ। ਹਾਂ, ਉਹ ਖਿਸਿਆਨਾ ਜਿਹਾ ਹੱਸਿਆ। ਬਾਊ ਜੀ, ਤੁਸੀਂ ਇਹ ਗੱਲ ਇੰਨੀ ਅਚਾਨਕ ਕੀਤੀ ਹੈ ਕਿ ਮੈਨੂੰ ਕੋਈ ਜਵਾਬ ਹੀ ਨਹੀਂ ਔੜ ਰਿਹਾ। ਮੈਨੂੰ ਸੋਚਣ ਦਾ ਕੁਝ ਵਕਤ ਦਿਓ ਪਲੀਜ਼। ਸਾਨੂੰ ਕੋਈ ਕਾਹਲੀ ਨਹੀਂ, ਤੂੰ ਤਹੱਮਲ ਨਾਲ ਬੈਠ ਕੇ ਸੋਚ। ਆਖਿਰ ਇਹ ਤੇਰੀ ਜ਼ਿੰਦਗੀ ਦਾ ਫੈਸਲਾ ਹੈ। ਪ੍ਰਕਾਸ਼ ਆਨੰਦ ਖਾਲੀ ਗਲਾਸ ਚੁੱਕ ਕੇ ਚਲਾ ਗਿਆ। ਕਮਰੇ ਵਿੱਚ ਇਕੱਲਾ ਬੈਠਾ ਸੁਹੇਲ ਸੋਚਾਂ ਦੇ ਬੂੜੇ ਖੂਹ 'ਚ ਲੈ ਗਿਆ। ਤਲਬ ਦੇ ਰਿਸ਼ਤੇ ਨੂੰ ਉਹਦੇ ਕੋਲੋਂ ਹਾਲੇ ਤੱਕ ਪਿਆਰ ਦਾ ਨਾਂ ਨਹੀਂ ਸੀ ਦੇ ਹੋਇਆ। ਉਹ ਕੀ ਕਰੇ, ਕਿਹਦੇ ਕੋਲੋਂ ਸਲਾਹ ਲਵੇ? ਉਹਦੇ ਕੋਲ ਤਾਂ ਕੋਈ ਦੋਸਤ ਹੀ ਨਹੀਂ ਸੀ। ਉਸ ਪਲ ਉਹਨੂੰ ਐਮਰੀ ਸ਼ੇਰਗਿੱਲ ਯਾਦ ਆਇਆ ਸੀ। ਮੰਨਫੀ ਹੋ ਗਈ ਦੋਸਤੀ ਦੇ ਨਿਸ਼ਾਨ ਨੂੰ ਜਮਾਂ ਮਿੱਥ ਕੇ ਉਹ ਐਮਰੀ ਸ਼ੇਰਗਿੱਲ ਕੋਲ ਪਹੁੰਚ ਗਿਆ। ਐਮਰੀ ਸ਼ੇਰਗਿੱਲ ਨੇ ਵੀ ਉਹਦੇ ਸਾਹਮਣੇ ਲਾਹ ਬਹਾਣ ਦਾ ਸਵਾਲ ਜ਼ਰਬਾਂ ਤਕਸੀਮਾਂ ਦੇ ਕੇ ਹੱਲ ਕੀਤਾ ਸੀ। ਜਵਾਬ ਹਰ ਵਾਰ ਇੱਕੋ ਹੀ ਸੀ। ਮੁੰਬਈ ਆ ਕੇ ਸੁਹੇਲ ਨੇ ਕਮਾਇਆ ਨਹੀਂ ਸੀ, ਸਿਰਫ ਖਰਚ ਕੀਤਾ ਸੀ। ਮੱਖਣ ਸਿੰਘ ਨੇ ਉਹਨੂੰ ਖਰਚੇ ਵੱਲੋਂ ਕਦੀ ਔਖ ਨਹੀਂ ਸੀ ਆਉਣ ਦਿੱਤੀ, ਪਰ ਉਹ ਖਰਚਾ ਚਾਚੇ ਨੇ ਆਪਣੀ ਜੇਬ ਵਿੱਚੋਂ ਤਾਂ ਨਹੀਂ ਸੀ ਭਰਨਾ। ਆਪਸੀ ਲੇਖਾ ਤਾਂ ਬੜਾ ਸਾਫ਼ ਹੋਣਾ ਚਾਹੀਦਾ ਸੀ। ਸੁਹੇਲ ਲਈ ਇੱਕੋ ਹੀ ਹੱਲ ਸੀ ਕਿ ਪੂਰੀ ਜ਼ਮੀਨ ਦਾ ਇੱਕ ਵਾਰ ਵਿੱਚ ਹੀ ਫਸਤਾ ਵੜ ਦਿੱਤਾ ਜਾਏ। ਉਹਦੀ ਜ਼ਮੀਨ ਭਾਵੇਂ ਚਾਚਾ ਖੁਦ ਖਰੀਦ ਲਵੇ ਤੇ ਭਾਵੇਂ ਵੇਚ ਦੇਵੇ। ਕਿਰਸਾਣੀ ਮੰਦੇ ਹਾਲਾਂ ਵਿੱਚ ਸੀ। ਜ਼ਮੀਨ ਵੇਚਣ ਵਾਲੇ ਤਾਂ ਬਹੁਤ ਸਨ, ਪਰ ਖਰੀਦਤਰ ਕੋਈ ਨਹੀਂ ਸੀ। ਆਪਸੀ ਸਲਾਹ ਨਾਲ ਸੁਹੇਲ ਨੇ ਇੱਕ ਖੱਤਾ ਰੱਖ ਕੇ ਬਾਕੀ ਜ਼ਮੀਨ ਦਾ ਮੁੱਲ ਪਾ ਲਿਆ ਤੇ ਉਹ ਜ਼ਮੀਨ ਮੱਖਣ ਸਿੰਘ ਦੇ ਨਾਂ ਹੋ ਗਈ। ਜਿਸ ਤਰ੍ਹਾਂ ਪਹਿਲਾਂ ਸੁਹੇਲ ਨੂੰ ਖਰਚਾ ਪਹੁੰਚਦਾ ਸੀ, ਉਸੇ ਤਰ੍ਹਾਂ ਜ਼ਮੀਨ ਦੇ ਮੁੱਲ ਦੀ ਅਦਾਇਗੀ ਕਿਸ਼ਤਾਂ ਵਿੱਚ ਹੋਣ ਲੱਗ ਪਈ। ਖੂਹਾਂ ਨੇ ਆਖਰ ਤਾਂ ਖਾਲੀ ਹੋਣਾ ਹੀ ਸੀ। ਜਦੋਂ ਆਖਰੀ ਖੱਤਾ ਵੀ ਖੁਰ ਗਿਆ, ਫਿਰ ਕੀ ਹੋਏਗਾ? ਇਸ ਸਵਾਲ ਦਾ ਜਵਾਬ ਲੈ ਕੇ ਪ੍ਰਕਾਸ਼ ਆਨੰਦ ਉਹਨੂੰ ਬੋੜਿਆ ਸੀ। ਇਸੇ ਸਵਾਲ ਦਾ ਜਵਾਬ ਐਮਰੀ ਸ਼ੇਰਗਿੱਲ ਨੇ ਉਹਨੂੰ ਦਿੱਤਾ ਸੀ। ਇੱਕ ਦਿਨ ਤੜਕਸਾਰ ਪ੍ਰਕਾਸ਼ ਆਨੰਦ ਚਾਹ ਫੜਾਉਣ ਆਇਆ ਤਾਂ ਸੁਹੇਲ ਨੇ ਉੱਠ ਕੇ ਉਹਦੇ ਪੈਰੀਂ ਹੱਥ ਲਾਇਆ ਤੇ ਕਾਹਲੀ ਨਾਲ ਬੋਲਿਆ, ਬਾਊ ਜੀ, ਤੁਸੀਂ ਜੋ ਕਿਹਾ ਸੀ ਮੈਨੂੰ ਮਨਜ਼ੂਰ ਹੈ। ਤੇ ਫਿਰ ਦਿਨਾਂ ਵਿੱਚ ਹੀ ਸਾਰਾ ਕੁਝ ਵਾਪਰ ਗਿਆ। ਸੁਹੇਲ ਘਰ ਗ੍ਰਸਤੀ ਵਾਲਾ ਹੋ ਗਿਆ ਤੇ ਜਿਸ ਕਮਰੇ ਦਾ ਸੁਹੇਲ 1/3 ਹਿੱਸੇ ਦਾ ਕਿਰਾਏਦਾਰ ਸੀ, ਉਹ ਕਮਰਾ ਉਹਦਾ ਤੇ ਰੀਵਾ ਦਾ ਹੋ ਗਿਆ। ਅੰਗ 13। ਉਹ ਤਲਬ ਦੇ ਦਿਨ ਸਨ ਤੇ ਦੋਵੇਂ ਉਸ ਤਲਬ ਨੂੰ ਭੋਗਣ ਲੱਗ ਪਏ ਸਨ। ਰਾਤ ਦੇਰ ਤੱਕ ਜਾਗਦੇ ਰਹਿਣ ਕਾਰਨ ਉਹ ਦੇਰ ਤੱਕ ਸੁੱਤੇ ਰਹਿੰਦੇ ਸਨ। ਹੁਣ ਪ੍ਰਕਾਸ਼ ਆਨੰਦ ਉਹਦੇ ਲਈ ਚਾਹ ਲੈ ਕੇ ਕਮਰੇ 'ਚ ਨਹੀਂ ਸੀ ਆਉਂਦਾ। ਹੁਣ ਰੀਵਾ ਉੱਠ ਕੇ ਉਹਦੇ ਲਈ ਚਾਹ ਬਣਾਉਂਦੀ ਸੀ। ਦੋਵੇਂ ਬਿਸਤਰੇ ਵਿੱਚ ਆਮੋ ਸਾਹਮਣੇ ਬੈਠ ਕੇ ਚਾਹ ਪੀਂਦੇ ਸਨ। ਪਿਛਲੀ ਰਾਤ ਵੀ ਦੋਵੇਂ ਦੇਰ ਨਾਲ ਸੁੱਤੇ ਸਨ। ਜਦੋਂ ਸੁਹੇਲ ਦੀ ਜਾਗ ਖੁੱਲੀ, ਦਿਨ ਚੜ੍ਹ ਚੁੱਕਿਆ ਸੀ। ਉਹਨੇ ਰੀਵਾ ਦੀ ਬਾਂਹ ਆਪਣੇ ਉੱਤੋਂ ਚੁੱਕ ਕੇ ਪਰਾਂ ਰੱਖ ਦਿੱਤੀ ਤੇ ਉੱਠ ਕੇ ਬੈਠ ਗਿਆ। ਰੀਵਾ ਗੂੜੀ ਨੀਂਦ 'ਚ ਸੀ। ਉਹਦਾ ਪੇਟੀਕੋਟ ਗੋਡਿਆਂ ਤੋਂ ਉੱਪਰ ਤੱਕ ਇਕੱਠਾ ਹੋਇਆ ਪਿਆ ਸੀ। ਉਹਨੇ ਪੇਟੀਕੋਟ ਹੇਠਾਂ ਕਰ ਦਿੱਤਾ ਤੇ ਕਾਹਲੀ ਕਾਹਲੀ ਤਿਆਰ ਹੋਣ ਲੱਗ ਪਿਆ। ਊਟੀ ਤੋਂ ਵਾਪਸ ਆ ਕੇ ਨਿਰਮਾਤਾ ਨਿਰਦੇਸ਼ਕ ਦੀਪਕ ਸੇਨ ਇੱਕ ਵਾਰ ਮੁੜ ਆਊਟਡੋਰ ਸ਼ੂਟਿੰਗ ਲਈ ਖੰਡਾਲਾ ਚਲਾ ਗਿਆ ਸੀ। ਇਹਨਾਂ ਵਕਫਿਆਂ ਕਾਰਨ ਸੁਹੇਲ ਨੂੰ ਵਿਆਹ ਲਈ ਲੋੜੀਂਦਾ ਵਕਤ ਮਿਲ ਸਕਿਆ ਸੀ ਤੇ ਦੀਪਤੀ ਸਟੂਡੀਓ ਦੇ ਸਦਰ ਦਰਵਾਜ਼ੇ ਮੂਹਰੇ ਉਹਦੀ ਗੈਰ ਹਾਜ਼ਰੀ ਵੀ ਨਹੀਂ ਸੀ ਲੱਗੀ। ਖੰਡਾਲਾ ਦੀ ਸ਼ੂਟਿੰਗ ਮੁਕਾ ਕੇ ਦੀਪਕ ਸੇਨ ਪਿਛਲੀ ਸ਼ਾਮ ਵਾਪਸ ਆ ਚੁੱਕਾ ਹੋਏਗਾ। ਅੱਜ ਸੁਹੇਲ ਲਈ ਵੇਲੇ ਨਾਲ ਦੀਪਤੀ ਸਟੂਡੀਓ ਪਹੁੰਚਣਾ ਜ਼ਰੂਰੀ ਸੀ। ਉਹ ਆਪਣੀ ਤਲਬ ਪਿੱਛੇ ਆਪਣੇ ਸੰਘਰਸ਼ ਨੂੰ ਮੁਲਤਵੀ ਨਹੀਂ ਸੀ ਕਰ ਸਕਦਾ। ਸੁਹੇਲ ਨੇ ਤਿਆਰ ਹੋ ਕੇ ਰੀਵਾ ਨੂੰ ਹਿਲਾਉਣਿਆ। ਰੀਵਾ ਨੇ ਅੰਗੜਾਈ ਲੈ ਕੇ ਅੱਖਾਂ ਖੋਲੀਆਂ। ਕੀ ਹੈ? ਸੌਣ ਦਿਓ ਨਾ ਪਲੀਜ਼।
ਰੀਵਾ ਨੇ ਪਾਸਾ ਵਟਿਆ ਤੇ ਸਿਰਹਾਣੇ ਹੇਠ ਸਿਰ ਲੁਕਾ ਕੇ ਮੁੱਧੀ ਪੈ ਗਈ। ਮੈਂ ਚੱਲਿਆ ਵਾਂ, ਛੇਤੀ ਆ ਜਾਇਓ, ਸਿਰਹਾਣੇ ਹੇਠੋਂ ਆਵਾਜ਼ ਆਈ। ਉਹ ਪਰਦਾ ਚੁੱਕ ਕੇ ਬਾਹਰ ਆਇਆ। ਪ੍ਰਕਾਸ਼ ਆਨੰਦ ਨੇ ਤੇ ਮਾਧਵੀ ਬੀੜੀਆਂ ਬਣਾਉਣ 'ਚ ਰੁੱਝੇ ਸਨ। ਚੱਲਿਓ ਬੇਟਾ? ਮਾਧਵੀ ਨੇ ਸਿਰ ਚੁੱਕ ਕੇ ਪੁੱਛਿਆ। ਹਾਂ ਮੰਮੀ ਜੀ। ਬੇਟਾ ਕੁਝ ਦੇਰ ਰੁਕ ਜਾ, ਨਾਸ਼ਤਾ ਕਰਕੇ ਜਾਵੀਂ। ਨਹੀਂ ਮੰਮੀ ਜੀ, ਮੈਂ ਲੇਟ ਹੋ ਜਾਊਂਗਾ, ਵੇਲੇ ਨਾਲ ਪਹੁੰਚਣਾ ਹੈ। ਸੁਹੇਲ ਪੁੱਤਰ, ਚਾਹ ਤਾਂ ਪੀਂਦਾ ਜਾ, ਬਣਦਿਆਂ ਕਿਹੜਾ ਚਿਰ ਲੱਗੂ। ਇਸ ਵਾਰ ਪ੍ਰਕਾਸ਼ ਆਨੰਦ ਬੋਲਿਆ। ਅਸੀਂ ਤਾਂ ਤੁਹਾਡੇ ਉੱਠਣ ਦੀ ਉਡੀਕ ਹੀ ਕਰ ਰਹੇ ਸੀ। ਕੋਈ ਨਹੀਂ ਬਾਊ ਜੀ। ਇਸ ਤੋਂ ਪਹਿਲਾਂ ਕਿ ਪ੍ਰਕਾਸ਼ ਆਨੰਦ ਕੁਝ ਹੋਰ ਕਹਿੰਦਾ, ਸੁਹੇਲ ਬਾਹਰਲਾ ਬੂਹਾ ਟੱਪ ਗਿਆ। ਜਦੋਂ ਦੀਪਤੀ ਸਟੂਡੀਓ ਪਹੁੰਚਿਆ ਤਾਂ 10 ਵੱਜ ਚੁੱਕੇ ਸਨ। ਗੇਟ ਵਾਲੇ ਗੋਰਖੇ ਨੇ ਉਹਨੂੰ ਸਲਾਮ ਕੀਤਾ ਤੇ ਹੱਸ ਪਿਆ। ਸਾਹਬ ਆਜ ਤੋਂ ਆਪ ਲੇਟ ਹੋ ਗਏ। ਹਾਂ, ਲੇਟ ਹੋ ਗਿਆ? ਕੀ ਸੇਨ ਸਾਹਿਬ ਖੰਡਾਲਾ ਤੋਂ ਵਾਪਸ ਆ ਗਏ ਨੇ? ਉਹ ਤਾਂ ਕੱਲ ਸ਼ਾਮੀ ਆ ਗਏ ਸੀ। ਫਿਰ ਤਾਂ ਬਹਾਦਰ ਦਿਨ ਐਵੇਂ ਗਿਆ। ਨਹੀਂ ਸਾਹਿਬ, ਉਹ ਅਜੇ ਤੱਕ ਸਟੂਡੀਓ ਨਹੀਂ ਪਹੁੰਚੇ। ਸੇਨ ਸਾਹਿਬ ਕੁਝ ਲੇਟ ਆਉਣਗੇ। ਸੁਹੇਲ ਨੇ ਤਸੱਲੀ ਦਾ ਸਾਹ ਲਿਆ ਤੇ ਇੱਕ ਪਾਸੇ ਖਲੋ ਗਿਆ। 10 ਤੋਂ ਬਾਅਦ 11 ਵੱਜ ਗਏ, ਫਿਰ 12। ਉਡੀਕ ਬਹੁਤ ਲੰਮੀ ਹੋ ਗਈ। ਧੁੱਪ ਬਹੁਤ ਤਿੱਖੀ ਹੋ ਗਈ। ਦੀਪਕ ਸੇਨ ਦੀ ਉਡੀਕ 'ਚੋਂ ਭੁੱਖਣ ਭਾਣਾ ਖਲੋਤਾ ਹੀ ਰਿਹਾ। ਉਹਦੇ ਕੋਕੜੇ ਲੂਸਣ ਲੱਗ ਪਏ ਸਨ। ਉਹਨੂੰ ਘੇਰ ਜਿਹੀ ਪੈ ਰਹੀ ਸੀ। ਉਹਨੂੰ ਸਵੇਰ ਦਾ ਚਾਹ ਦਾ ਕੱਪ ਤੱਕ ਵੀ ਨਸੀਬ ਨਹੀਂ ਸੀ ਹੋਇਆ। ਉਹਦਾ ਜੀਅ ਕੀਤਾ ਉਹ ਨੇੜੇ ਦੀ ਕਿਸੇ ਦੁਕਾਨ ਤੋਂ ਕੁਝ ਖਾ ਪੀ ਆਵੇ, ਪਰ ਲੰਮੀ ਤਪੱਸਿਆ ਉੱਤੇ ਪਲ ਛਿਣ 'ਚ ਪਾਣੀ ਫਿਰ ਜਾਣ ਦਾ ਡਰ ਸੀ। ਉਹਦੇ ਬੁੱਲ੍ਹਾਂ ਤੇ ਪੇਪੜੀ ਜੰਮ ਗਈ ਸੀ ਤੇ ਮੁੜਕੇ ਨਾਲ ਸਰੀਰ ਚਿਪ ਚਿਪ ਕਰਨ ਲੱਗ ਪਿਆ ਸੀ। ਉਹਨੇ ਗੋਰਖੇ ਤੋਂ ਮੰਗ ਕੇ ਪਾਣੀ ਪੀਤਾ। ਸ਼ਾਇਦ ਸਾਹਿਬ ਦਾ ਆਉਣ ਦਾ ਪ੍ਰੋਗਰਾਮ ਬਦਲ ਗਿਆ ਹੋਵੇ। ਗੋਰਖੇ ਨੇ ਹਮਦਰਦੀ ਵਜੋਂ ਆਪਣਾ ਸੰਸਾ ਦੱਸਿਆ। ਸ਼ਾਇਦ? ਗੋਰਖੇ ਨੂੰ ਖਾਲੀ ਗਲਾਸ ਫੜਾਉਂਦਿਆਂ ਸੁਹੇਲ ਨੇ ਲੋਹੇ ਦੇ ਗੇਟ ਦਾ ਆਸਰਾ ਲੈ ਲਿਆ। ਉਹਨੂੰ ਚੱਕਰ ਆ ਗਿਆ ਸੀ। ਹਾਰਨ ਦੀ ਆਵਾਜ਼ ਸੁਣ ਕੇ ਉਤਰਬ ਗਿਆ। ਨਿਰਮਾਤਾ ਨਿਰਦੇਸ਼ਕ ਦੀਪਕ ਸੇਨ ਦੀ ਕਾਰ ਗੇਟ ਅੱਗੇ ਰੁਕ ਕੇ ਹਾਰਨ ਦੇ ਰਹੀ ਸੀ। ਸੁਹੇਲ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਕਾਰ ਵੱਲ ਪੁਲੰਘਾਂ ਪੁੱਟੀਆਂ। ਉਹਦੀਆਂ ਅੱਖਾਂ ਅੱਗੇ ਭੰਬਰ ਤਾਰੇ ਨੱਚ ਰਹੇ ਸਨ। ਆਪਣੇ ਆਪ ਨੂੰ ਡਿੱਗਣ ਤੋਂ ਬਚਾਉਣ ਲਈ ਉਹਨੇ ਕਾਰ ਦੀ ਖਿੜਕੀ ਨੂੰ ਹੱਥ ਪਾ ਲਿਆ ਤੇ ਫਿਰ ਸੰਭਲ ਕੇ ਖਲੋ ਗਿਆ। ਸਰ, ਮੇਰਾ ਨਾਂ ਸੁਹੇਲ ਹੈ, ਮੈਂ ਫਿਲਮਾਂ। ਨਿਰਮਾਤਾ ਨਿਰਦੇਸ਼ਕ ਦੀਪਕ ਸੇਨ ਨੇ ਸੁਹੇਲ ਨੂੰ ਘੂਰ ਕੇ ਵੇਖਿਆ ਤੇ ਫਿਰ ਹੱਥ ਦੇ ਇਸ਼ਾਰੇ ਨਾਲ ਉਹਨੂੰ ਬੋਲਣ ਤੋਂ ਵਰਜ ਦਿੱਤਾ। ਮੈਨੂੰ ਪਤਾ ਹੈ ਤੇਰਾ ਨਾਂ ਸੁਹੇਲ ਹੈ ਤੇ ਤੂੰ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦਾ, ਪਰ ਕਿਸੇ ਹੋਰ ਨਾਲ ਨਹੀਂ, ਸਿਰਫ ਮੇਲੇ ਨਾਲ। ਜੀ ਜੀ ਸਰ। ਉਹਨੇ ਬਟੂਆ ਖੋਲ੍ਹ ਕੇ ਆਪਣਾ ਵਿਜ਼ਿਟਿੰਗ ਕਾਰਡ ਤੇ ਇੱਕ 50 ਦਾ ਨੋਟ ਸੁਹੇਲ ਵੱਲ ਕਰ ਦਿੱਤਾ। ਲੈ ਪਹਿਲੋਂ ਜਾ ਕੇ ਕੁਝ ਖਾ, ਲੱਗਦਾ ਹੈ ਤੂੰ ਸਵੇਰ ਦਾ ਭੁੱਖਣ ਭਾਣਾ ਖਲੋਤਾ ਹੋਇਆ। ਭਲਕੇ 10 ਵਜੇ ਮੈਨੂੰ ਆਫਿਸ 'ਚ ਮਿਲੀ। ਵਿਜ਼ਿਟਿੰਗ ਕਾਰਡ ਉਹਦੀਆਂ ਉਂਗਲਾਂ 'ਚ ਅਟਕੇ ਰਹੇ ਤੇ ਕਾਰ ਗੇਟ ਟੱਪ ਗਈ। ਉਹ ਭਮਤਰਿਆ ਹੋਇਆ ਕਿੰਨੀ ਦੇਰ ਤੱਕ ਉੱਥੇ ਖਲੋਤਾ ਰਿਹਾ, ਜਿਵੇਂ ਸਰਾਪ ਦੀ ਉਮਰ 'ਚ ਪਥਰਾਇਆ ਹੋਇਆ ਹੁੰਦਾ ਹੈ। ਪਰ ਦੀਪਕ ਸੇਨ ਦੀ ਇੱਕ ਛੋਹ ਨਾਲ ਸਰਾਪ ਦੀ ਉਮਰ ਟਲ ਗਈ ਸੀ। ਉਹਨੂੰ ਮੋਏ ਹੋਏ ਨੂੰ ਮੁੜ ਸਾਹ ਮਿਲ ਗਏ ਸਨ। ਸੁਹੇਲ ਨੂੰ ਹੁਣੇ ਹੋਏ ਚਮਤਕਾਰ ਉੱਤੇ ਯਕੀਨ ਹੀ ਨਹੀਂ ਸੀ ਆ ਰਿਹਾ। ਜਦੋਂ ਸੁਹੇਲ ਉਹਨਾਂ ਪਲਾਂ ਦੇ ਤਿਲਸਮ 'ਚੋਂ ਬਾਹਰ ਆਇਆ ਤਾਂ ਸਟੂਡੀਓ ਦੇ ਗੇਟ ਦੀਆਂ ਸਲਾਖਾਂ ਨੂੰ ਫੜ ਕੇ ਉੱਥੇ ਹੀ ਬੈਠ ਗਿਆ ਤੇ ਭੁੱਬਾਂ ਮਾਰ ਮਾਰ ਕੇ ਰੋਣ ਲੱਗ